ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ। ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਵਾਹੋ ਵਾਹੋ ਗੋਬਿੰਦ ਸਿੰਘ। खंडा जाके हाथ में कलगी सोहे शीस। सो हमरी रख्या करे गुर कलगी धार जगदीश। ਡੁੱਬਦੇ ਦੇਸ਼ ਦਾ ਜਦੋਂ ਸਹਾਰਾ ਕੋਈ ਨਾ, ਪਿਤਾ ਵਿੱਚ ਦਿੱਲੀ ਦੇ ਵਾਰਿਆ ਮੈਂ। ਮਾਤਾ ਗੁਜਰੀ ਵਿੱਚ ਸਰਹੰਦ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ।
ਚਾਰ ਲਾਲ ਦਿੱਤੇ ਪਰਮਾਤਮਾ ਨੇ, ਜੋੜਾ ਜੋੜਾ ਕਰਕੇ ਉਹ ਵੀ ਵਾਰਿਆ ਮੈਂ। ਸਿੰਘੋ ਸ਼ਹਿਨਸ਼ਾਹ ਮੈਨੂੰ ਮਤ ਆਖੋ, ਸਿੰਘੋ ਸ਼ਹਿਨਸ਼ਾਹ ਮੈਨੂੰ ਮਤ ਆਖੋ, ਕਿਸਤਾ ਨਾਲ ਤੇ ਕਰਜ਼ ਉਤਾਰਿਆ। ਸਿੰਘੋ ਸ਼ਹਿਨਸ਼ਾਹ ਮੈਨੂੰ ਮਤ ਆਖੋ, ਕਿਸਤਾ ਨਾਲ ਤੇ ਕਰਜ਼ ਉਤਾਰਿਆ। ਮੈਂ ਤੇਰੇ ਵਰਗਾ ਇਸ ਧਰਤੀ ਦੇ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ। ਅਕਾਲ ਪੁਰਖ ਦੀ ਜਾਰਾ ਮੂਰਤ ਗੁਰ ਗੋਬਿੰਦ ਖਵਾਇਆ। ਦਿੱਲੀ ਦੇ ਵੱਲ ਪਿਤਾ ਤੋਰ ਕੇ ਡੁੱਬਦਾ ਧਰਮ ਬਚਾਇਆ। ਚਾਰੇ ਲਾਲ ਗੁਰਾਂ ਕੌਮ ਤੋਂ ਵਾਰੇ, ਲੱਖ ਲੱਖ ਸ਼ੁਕਰ ਮਨਾਇਆ। ਤਾਈਓ ਤੈਨੂੰ ਬਾਜਾਂ ਵਾੜਿਆ। ਸਾਰੀ ਦੁਨੀਆ ਨੇ ਸੀਸ ਨਵਾਇਆ, ਗੁਰੂ ਜੀ ਦੁਨੀਆ ਨੇ ਸੀਸ ਨਵਾਇਆ। ਅਨੰਦਪੁਰ ਸਾਹਿਬ ਦੀ ਧਰਤੀ ਨੂੰ ਮੈਂ ਬੰਦਨਾ ਵਾਰੋ ਵਾਰ ਕਰਾਂ। ਅਨੰਦਪੁਰ ਸਾਹਿਬ ਦੀ ਧਰਤੀ ਨੂੰ ਮੈਂ ਬੰਦਨਾ ਵਾਰੋ ਵਾਰ ਕਰਾਂ। ਅਨੰਦਪੁਰ ਸਾਹਿਬ ਦੀ ਧਰਤੀ ਨੂੰ ਮੈਂ ਬੰਦਨਾ ਵਾਰੋ ਵਾਰ ਕਰਾਂ। ਅਨੰਦਪੁਰ ਸਾਹਿਬ ਦੀ ਧਰਤੀ ਨੂੰ ਮੈਂ ਬੰਦਨਾ ਵਾਰੋ ਵਾਰ ਕਰਾਂ। ਅਨੰਦਪੁਰ ਸਾਹਿਬ ਦੀ ਧਰਤੀ ਨੂੰ ਮੈਂ ਬੰਦਨਾ ਵਾਰੋ ਵਾਰ ਕਰਾਂ। ਅਨੰਦਪੁਰ ਸਾਹਿਬ ਦੀ ਧਰਤੀ ਨੂੰ ਮੈਂ ਬੰਦਨਾ ਵਾਰੋ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਮੈਂ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਮੈਂ ਬੰਦਨਾ ਵਾਰੋ ਵਾਰ ਕਰਾਂ। ਅਨੰਦਪੁਰ ਸਾਹਿਬ ਦੀ ਧਰਤੀ ਨੂੰ ਮੈਂ ਬੰਦਨਾ ਵਾਰੋ ਵਾਰ ਕਰਾਂ। ਅਨੰਦਪੁਰ ਸਾਹਿਬ ਦੀ ਧਰਤੀ ਨੂੰ ਮੈਂ ਬੰਦਨਾ ਵਾਰੋ ਵਾਰ ਕਰਾਂ। ਅਨੰਦਪੁਰ ਸਾਹਿਬ ਦੀ ਧਰਤੀ ਨੂੰ ਮੈਂ ਬੰਦਨਾ ਵਾਰੋ ਵਾਰ ਕਰਾਂ। 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 ਮੈਂ ਬੰਦਨਾ ਵਾਰੋ ਵਾਰ ਕਰਾਂ। ਬੰਦਨਾ ਵਾਰੋ ਵਾਰ ਕਰਾਂ। ਮੈਂ 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 ਬੰਦਨਾ ਵਾਰੋ ਵਾਰ ਕਰਾਂ। ਬੰਦਨਾ ਵਾਰੋ ਵਾਰ ਕਰਾਂ। ਬੰਦਨਾ ਵਾਰੋ ਵਾਰ ਕਰਾਂ। ਬੰਦਨਾ ਵਾਰੋ ਵਾਰ ਕਰਾਂ। ਮੈਂ ਬੰਦਨਾ ਵਾਰੋ ਵਾਰ ਕਰਾਂ। ਮੈਂ ਬੰਦਨਾ ਵਾਰੋ ਵਾਰ ਕਰਾਂ। ਮੈਂ ਬੰਦਨਾ ਵਾਰੋ ਵਾਰ ਕਰਾਂ। ਬੰਦਨਾ ਵਾਰੋ ਵਾਰ ਕਰਾਂ। ਮੈਂ 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 ਬੰਦਨਾ ਵਾਰੋ ਵਾਰ ਕਰਾਂ।
ਗੁਰ ਸਾਹਿਬ ਦੀ ਧਰਤੀ ਤੋਂ ਮੈਂ ਬੰਦਨਾ ਬਾਰੋ ਬਾਰ ਗੁਰ ਸਾਹਿਬ ਦੀ ਧਰਤੀ ਤੋਂ ਮੈਂ ਬੰਦਨਾ ਬਾਰੋ ਬਾਰ ਕਰਾਂ। ਨਾਮ ਗੁਰ ਸਾਹਿਬ ਦੀ ਧਰਤੀ ਨੂੰ ਮੈਂ ਬੰਦਨਾ ਬਾਰੋ ਬਾਰ ਕਰਾਂ। ਨਾਮ ਗੁਰ ਸਾਹਿਬ ਦੀ ਧਰਤੀ ਨੂੰ ਮੈਂ ਬੰਦਨਾ ਬਾਰੋ ਬਾਰ ਕਰਾਂ। ਗੁਰ ਸਾਹਿਬ ਦੀ ਧਰਤੀ ਨੂੰ ਮੈਂ ਬੰਦਨਾ ਬਾਰੋ ਬਾਰ ਕਰਾਂ। ਗੁਰ ਸਾਹਿਬ ਦੀ ਧਰਤੀ ਨੂੰ ਮੈਂ ਬੰਦਨਾ ਬਾਰੋ ਬਾਰ ਕਰਾਂ। ਕਲਗੀ ਵਾਲਿਆ ਕਲਗੀ ਵਾਲਿਆ ਕਰਾਂ ਕੀ ਸਿਫਤ ਤੇਰੀ ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ ਜੁਗਾਂ ਜੁਗਾਂ ਦਾ ਲੱਥਣਾ ਖਾਲਸੇ ਤੋਂ ਸਿੱਖ ਕੌਮ ਤੇ ਤੇਰਾ ਉਪਕਾਰ ਵੱਡਾ ਵਾਰ ਵਾਰ ਜਾਵਾਂ ਤੇਰੀ ਕਲਗੀ ਤੋਂ ਲੱਖ ਵਾਰੀ ਕਿਸਨੇ ਬਣਾਈ ਹੈ ਅਕਾਲ ਦਿਆ ਮੇਰਿਆ ਸਜਦੀ ਅਨੂਪ ਤੇ ਸਰੂਪ ਸੋਹਣੇ ਮੁਖੜੇ ਤੇ ਕਹਿੰਦਾ ਤੇਰੇ ਪਿਆਰ ਵਿੱਚ ਹੀਰੇ ਦਿਲ ਬੇਟਿਆ ਨੀਲੇ ਦੇ ਛਾਏ ਸਵਾਰਾ ਤੇਰੀ ਕਲਗੀ ਦਾ ਲਸ਼ਕਾਰਾ 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 ਨੀਲੇ ਦੇ ਛਾਏ ਸਵਾਰਾ ਕਲਗੀ ਦਾ ਲਸ਼ਕਾਰਾ ਨੀਲੇ ਦੇ ਛਾਏ ਸਵਾਰਾ ਕਲਗੀ ਦਾ ਨੀਲੇ ਦੇ ਛਾਏ ਸਵਾਰਾ ਪੈਦਾ ਕਲਗੀ ਦਾ ਲਸ਼ਕਾਰਾ ਨੀਲੇ ਦੇ ਛਾਏ ਸਵਾਰਾ ਤੇਰੀ ਕਲਗੀ ਦਾ ਲਸ਼ਕਾਰਾ ਨੀਲੇ ਸਵਾਰਾ ਤੇਰੀ ਕਲਗੀ ਦਾ ਲਸ਼ਕਾਰਾ ਨੀਲੇ ਦੇ ਛਾਏ ਸਵਾਰਾ ਤੇਰੀ ਕਲਗੀ ਦਾ ਲਸ਼ਕਾਰਾ ਨੀਲੇ ਦੇ ਛਾਏ ਸਵਾਰਾ ਤੇਰੀ ਕਲਗੀ ਦਾ ਮੇਰੀ ਬੰਦਨਾ ਬਾਜਾਂ ਵਾਲੇ ਬੰਦਨਾ ਬਾਜਾਂ ਵਾਲੇ ਤੇਰੇ ਬੰਦਨਾ ਵਾਲੇ ਨੂੰ ਬੰਦਨਾ ਵਾਲੇ ਨੂੰ ਬੰਦਨਾ ਬਾਜਾਂ ਵਾਲੇ ਨੂੰ ਤੇਰੇ ਬੰਦਨਾ ਬਾਜਾਂ ਵਾਲੇ ਨੂੰ ਜਿਹਨੇ ਖਾਲਸਾ ਪੰਥ ਸਜਾਇਆ ਬੰਦਨਾ ਬਾਜਾਂ ਵਾਲੇ ਬੰਦਨਾ ਬਾਜਾਂ ਵਾਲੇ ਜਿਹਨੇ ਖਾਲਸਾ ਪੰਥ ਸਜਾਇਆ ਤੇਰੀ ਬੰਦਨਾ ਬਾਜਾਂ ਵਾਲੇ ਨੂੰ ਤੇਰੀ ਬੰਦਨਾ ਬਾਜਾਂ ਵਾਲੇ ਨੂੰ ਜਿਹਨੇ ਖਾਲਸਾ ਪੰਥ ਸਜਾਇਆ ਤੇਰੀ ਬੰਦਨਾ ਬਾਜਾਂ ਵਾਲੇ ਨੂੰ ਬੰਦਨਾ ਬਾਜਾਂ ਵਾਲੇ ਨੂੰ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਮੂਹ ਸੰਗਤ ਸਹਿਬ ਜੀ ਦੀ ਪਾਵਨ ਗੋਦ ਵਿੱਚ ਸੱਜ ਕੇ ਬੈਠੀਏ। ਜਿਹੜੇ ਪੰਡਾਲ ਤੋਂ ਬਾਹਰ ਨੇ ਉਹ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਕੇ ਸਜਣ ਦੀ ਕਿਰਪਾਲਤਾ ਕਰੋ। ਆਓ ਸਭ ਤੋਂ ਪਹਿਲਾਂ ਸਾਰੇ ਗੁਰੂ ਜੀ ਦੇ ਹੁਕਮ ਨੂੰ ਦੁਹਰਾਈਏ, ਗੁਰੂ ਜੀ ਦੀ ਬਖਸ਼ੀ ਫਤਿਹ ਬੁਲਾਈਏ। ਸਾਰੀ ਸੰਗਤ ਰਸਨਾ ਨੂੰ ਪਵਿੱਤਰ ਕਰੋ।
ਗੁਰੂ ਜੀ ਦੀ ਫਤਿਹ ਬਜਾਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸੰਗਤ ਬੜੇ ਕਰਮ ਵਾਲੇ ਹੋ ਜੋ ਆਪ ਗੁਰਦੁਆਰਾ ਅੰਗੀਠਾ ਸਾਹਿਬ ਜੀ ਵਿਖੇ ਮਹਾਂਪੁਰਸ਼ਾਂ ਦੇ ਪਵਿੱਤਰ ਸਥਾਨ ਤੇ ਪਹੁੰਚੇ ਹੋ। ਹਰੇਕ ਪੂਰਨਮਾਸ਼ੀ ਤੇ ਜਾਂ ਬੁੱਧਵਾਰ ਦਾ ਦਿਨ ਹੋਵੇ, ਆਪ ਸੰਗਤਾਂ ਬੜੇ ਹੀ ਅਗਰ ਭਾਵ ਦੇ ਨਾਲ, ਪ੍ਰੇਮ ਦੇ ਨਾਲ ਦੂਰੋਂ ਦੂਰੋਂ ਪਹੁੰਚਦੇ ਹੋ। ਤੁਹਾਡੇ ਪ੍ਰੇਮ ਦੇ ਸਦਕੇ, ਤੁਹਾਡੀ ਸ਼ਰਧਾ ਦੇ ਸਦਕੇ, ਤੁਹਾਡੀ ਭਾਵਨਾ ਦੇ ਸਦਕੇ ਗੁਰੂ ਸਾਹਿਬ ਜੀ ਨੇ ਅੱਜ ਖੁੱਲੇ ਦਰਬਾਰ ਸਜਾਏ ਨੇ ਬਾਬਾ ਜੀ ਦੇ ਅੰਗੀਠਾ ਸਾਹਿਬ ਦੇ ਉੱਪਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਗੁਰੂਆਂ ਦੇ ਗੁਰੂ, ਪੂਰਨ ਸਤਿਗੁਰੂ, ਕਲਯੁਗ ਦੇ ਰੋਹਿਤ ਔਰ ਭਗਤ ਸਾਹਿਬਾਨਾਂ ਦੀ ਬਾਣੀ, ਭੱਟ ਸਾਹਿਬਾਨਾਂ ਦੀ ਬਾਣੀ, ਗੁਰਸਿੱਖ ਸਾਹਿਬਾਨਾਂ ਦੀ ਬਾਣੀ, ਛੇ ਗੁਰੂ ਸਾਹਿਬਾਂ ਦੀ ਬਾਣੀ ਇਸ ਵੇਲੇ ਸਤਿਗੁਰੂ ਸੁਭਾਈਮਾਨ ਨੇ ਤਖਤ ਉੱਪਰ। ਵੱਡੀ ਨੂੰ ਵੱਡਾ ਪਾਰ ਤੇਰਾ ਮਰਤਬਾ, ਰੰਗ ਬਰੰਗ ਅਨੇਕ ਨ ਜਾਪਨ ਕਰਤਬਾ। ਤੇਰੇ ਘਰ ਆਨੰਦ ਵਧਾਈ ਤੁਧ ਕਰ। ਗੁਰੂ ਜੀ ਦੇ ਘਰ ਵਿੱਚ ਆਨੰਦ ਵਰਤ ਰਿਹਾ, ਵਧਾਈਆਂ ਵੱਜ ਰਹੀਆਂ। ਔਰ ਗੁਰੂ ਸਾਹਿਬ ਆਪਣੇ ਘਰ ਦੇ ਵਿੱਚੋਂ ਸਾਨੂੰ ਆਨੰਦ ਹੀ ਆਨੰਦ ਦੇ ਕੇ ਸਾਡੀ ਭਾਵਨਾ ਦੀ ਪੂਰਤੀ ਕਰ ਰਹੇ ਨੇ, ਸਾਡੀ ਇੱਛਾ ਦੀ ਪੂਰਤੀ ਕਰ ਰਹੇ ਨੇ, ਸਾਡੇ ਮਨ ਨੂੰ ਆਨੰਦਿਤ ਕਰ ਰਹੇ ਨੇ। ਸਤਿਗੁਰੂ ਜੀ ਨੇ ਚਰਨ ਪਾ ਕੇ ਔਰ ਸਾਨੂੰ ਅੱਜ ਖੁੱਲੇ ਪੰਡਾਲ ਵਿੱਚ ਦਰਸ਼ਨ ਦੇ ਕੇ ਸਾਨੂੰ ਕਲਯੁਗੀ ਜੀਵਾਂ ਨੂੰ ਸ਼ਾਂਤ ਕਰਨ ਦਾ ਬਹੁਤ ਵੱਡਾ ਤਰਸ ਸਾਡੇ ਤੇ ਕੀਤਾ ਹੈ। ਸਾਡਾ ਵੀ ਫਰਜ਼ ਬਣਦਾ ਸਾਰਿਆਂ ਦਾ। ਜੇ ਗੁਰੂ ਸਾਹਿਬ ਨੇ ਸਾਡੇ ਤੇ ਤਰਸ ਕੀਤਾ ਹੈ, ਖੁੱਲੇ ਪੰਡਾਲ 'ਚ ਸਜੇ ਨੇ, ਤੇ ਸਾਡਾ ਵੀ ਫਰਜ਼ ਬਣਦਾ ਹੈ ਅਸੀਂ ਸਾਰੀ ਸੰਗਤ ਰਲ ਮਿਲ ਕੇ ਲਾਹਾ ਲਈਏ। ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆ ਕੇ ਬੈਠੀ। ਜੇ ਬਾਹਰ ਫਿਰਦੇ ਰਹਾਂਗੇ ਤੇ ਫਿਰ ਭਾਈ ਸਾਨੂੰ ਲਾਹਾ ਨਹੀਂ ਮਿਲੂਗਾ, ਆਨੰਦ ਵੀ ਨਹੀਂ ਮਿਲੂਗਾ। ਜੇ ਇੱਥੇ ਆ ਕੇ ਸੱਜਾਂਗੇ ਤੇ ਸਾਨੂੰ ਆਨੰਦ ਵੀ ਪ੍ਰਾਪਤ ਹੋਊਗਾ, ਸਾਨੂੰ ਖੁਸ਼ੀ ਵੀ ਮਿਲੂਗੀ, ਸਾਡੀ ਝੋਲੀ ਵਿੱਚ ਦਾਤ ਵੀ ਪਊਗੀ। ਕਿੰਨਾ ਬਖਸ਼ਿਸ਼ ਦਾ ਸਮਾਂ ਹੈ, ਕਿੰਨਾ ਰਹਿਮਤ ਦਾ ਸਮਾਂ ਹੈ। ਔਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਾਂ ਦੂਰੋਂ ਦੂਰੋਂ ਬੜੀ ਸ਼ਰਧਾ ਨਾਲ ਪੂਰਨਮਾਸ਼ੀ ਦੇ ਦਿਹਾੜੇ ਤੇ ਪਹੁੰਚਦੇ ਹਾਂ। ਔਰ ਅੱਜ ਤਾਂ ਸਾਧ ਸੰਗਤ ਉਦੋਂ ਵੀ ਮੈਂ ਕਹਿੰਦਾ ਵੀ ਕਰਮਾਂ ਵਾਲਾ ਸਮਾਂ ਹੈ। ਜਿੱਥੇ ਪੂਰਨਮਾਸ਼ੀ ਹੈ ਉੱਥੇ ਧੰਨ ਧੰਨ ਸ਼ਮਸ਼ੇਰੇ ਪਿਤਾ, ਸ਼ਹੀਦ ਪੁੱਤਰਾਂ ਦੇ ਪਿਤਾ, ਸ਼ਹੀਦ ਪਿਤਾ ਦੇ ਪੁੱਤਰ, ਸਰਬੰਸ ਦਾਨੀ ਸ਼ਮਸ਼ੇਰੇ ਬਹਾਦਰ, ਕਲਗੀਆਂ ਵਾਲੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਪਵਿੱਤਰ ਖੁਸ਼ੀ ਭਰੇ ਦਿਹਾੜੇ ਸਾਧ ਸੰਗਤ ਜੀ ਚੱਲ ਰਹੇ ਨੇ। ਹੋਲੇ ਮਹੱਲੇ ਦੇ ਦਿਹਾੜੇ, ਔਰਨ ਕੀ ਹੋਲੀ ਮਮ ਹੋਲਾ ਗੁਰੂ ਸਾਹਿਬ ਜੀ ਕਹਿੰਦੇ। ਔਰ ਇੰਨੇ ਖੁਸ਼ੀ ਭਰੇ ਦਿਹਾੜਿਆਂ ਵਿੱਚ ਆਪ ਸੰਗਤ ਮੌਸਮ ਦੀ ਪਰਵਾਹ ਨਾ ਕਰਦੇ ਹੋਏ ਫਿਰ ਵੀ ਬੜੀ ਵੱਡੀ ਗਿਣਤੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਹੋ। ਜਿਹੜੀ ਸੰਗਤ ਬਾਹਰ ਹੈ ਸੋ ਸਾਰੇ ਆ ਕੇ ਮਹਾਰਾਜ ਦੇ ਚਰਨਾਂ ਵਿੱਚ ਆਪਾਂ ਸਾਜੀਏ, ਕਿਉਂਕਿ ਗੁਰੂ ਤੋਂ ਆਪਾਂ ਲਾਹਾ ਲੈਣਾ ਹੈ। ਔਰ ਪਿਆਰਿਓ, ਲਾਹਾ ਹੀ ਨਹੀਂ ਲੈਣਾ, ਆਪਾਂ ਗੁਰੂ ਜੀ ਦੀ ਗੋਦ ਵਿੱਚ ਬੈਠਣਾ। ਜਿਹੜਾ ਸਿਆਣਾ ਪੁੱਤਰ ਹੁੰਦਾ ਹੈ ਨਾ, ਉਹ ਆਪਣੇ ਪਿਤਾ ਦੀ ਗੋਦ ਵਿੱਚ ਬਹਿੰਦਾ ਹੈ, ਪਿਤਾ ਤੋਂ ਪਿਆਰ ਲੈਂਦਾ ਹੈ, ਪਿਤਾ ਤੋਂ ਦੁਲਾਰ ਲੈਂਦਾ ਹੈ। ਆਪਾਂ ਸਾਰਿਆਂ ਨੇ ਕਲਗੀਧਰ ਸੱਚੇ ਪਾਤਸ਼ਾਹ ਦੀ ਗੋਦ ਦਾ ਸ਼ਿੰਗਾਰ ਬਣਨਾ ਹੈ। ਬੜੇ ਪ੍ਰੇਮ ਨਾਲ ਆਪਾਂ ਸਤਿਗੁਰੂ ਜੀ ਦੀ ਗੋਦ ਵਿੱਚ ਬੈਠਣਾ ਹੈ। ਆ ਗੁਰੂ ਦੀ ਗੋਦ ਹੈ ਜਿੱਥੇ ਆਪ ਸੰਗਤ ਬੈਠੇ ਹੋ ਸਜੇ।
ਇੱਥੇ ਗੁਰੂ ਦੀ ਗੋਦ ਹੈ, ਜਿੱਥੇ ਆਪ ਬੈਠੇ ਹੋ ਇਹਨੂੰ ਗੁਰੂ ਦੀ ਗੋਦ ਆਖਿਆ। ਗੁਰੂ ਸਾਹਿਬ ਆਪਣੀ ਗੋਦੀ ਵਿੱਚ ਬਿਠਾਉਂਦੇ ਨੇ ਸਿੱਖ ਨੂੰ ਬੜੇ ਪਿਆਰ ਦੇ ਨਾਲ, ਔਰ ਕਿੰਨੀਆਂ ਦਾਤਾਂ ਦੇ ਕੇ ਸਰਸ਼ਾਰ ਕਰਦੇ ਨੇ। ਤੇਰੇ ਘਰ ਆਨੰਦ, ਆਨੰਦ ਹੀ ਆਨੰਦ ਆ ਜਾਂਦਾ ਜਦੋਂ ਸ਼ਰਧਾ ਨਾਲ ਬੈਠੋਗੇ ਨਾ, ਭਾਵਨਾ ਨਾਲ ਦੇਖਿਓਗੇ, ਸ਼ਰਧਾ ਨਾਲ ਬਹਿ ਕੇ ਦੇਖਿਓ, ਤੁਹਾਨੂੰ ਆਨੰਦ ਹੀ ਆਨੰਦ ਆ ਜਾਊ। ਤੁਹਾਨੂੰ ਐਂ ਲੱਗੂਗੀ ਆਤਮਾ ਨੂੰ ਨਾ ਜਿਵੇਂ ਸੁੱਕੇ ਕਲਰ ਨੂੰ ਪਾਣੀ ਲੱਗ ਜੇ। ਕੋਈ ਸੁੱਕਾ ਕਲਰ ਪਿਆ ਹੋਵੇ ਔਰ ਸੁੱਕਾ ਕਲਰ ਹੋਵੇ, ਬੂਟੇ ਖੜੇ ਹੋਣ, ਸੁੱਕਾ ਘਾਹ ਖੜਾ ਹੋਵੇ, ਉਹਨੂੰ ਪਾਣੀ ਲੱਗ ਜੇ ਨਾ, ਨਿਰਮਲ ਜਲ, ਸ਼ੀਤਲ ਜਲ ਲੱਗ ਜੇ ਉਹਨੂੰ, ਉਹ ਹਰਾ ਭਰਾ ਹੋ ਜਾਂਦਾ। ਤੁਹਾਨੂੰ ਐਂ ਲੱਗੂਗਾ ਵੀ ਗੁਰੂ ਦੀ ਕਿਰਪਾ ਦਾ ਜਲ ਸਾਡੇ ਸੁੱਕੇ ਮਨਾਂ ਨੂੰ ਲੱਗ ਗਿਆ, ਸਾਡੇ ਸੁੱਕੇ ਮਨ ਹਰੇ ਭਰੇ ਹੋਏ। ਗੁਰੂ ਜੀ ਦੀ ਕਿਰਪਾ ਦਾ ਜਲ, ਗੁਰੂ ਜੀ ਦੀ ਮਿਹਰ ਦਾ ਜਲ, ਗੁਰੂ ਜੀ ਦੀ ਰਹਿਮਤ ਦਾ ਜਲ। ਦੇਖੋ ਕਿੰਨੀ ਰਹਿਮਤ ਵਰਤ ਰਹੀ ਹੈ ਇਸ ਜਗ੍ਹਾ ਦੇ ਉੱਪਰ। ਅੱਜ ਜਿੱਥੇ ਆਪਾਂ ਹੁਣ ਸਜੇ ਹਾਂ, ਕਿੰਨਾ ਹੀ ਆਨੰਦ ਵਰਤ ਰਿਹਾ। ਗਿਆਨੀ ਸਤ ਸਿੰਘ ਜੀ ਮਸਕੀਨ ਸਾਹਿਬ ਕਹਿੰਦੇ ਵੀ ਜਦੋਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਨਾ ਸੰਗਤ ਜੀ, ਤੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਸੰਗਤਾਂ ਸਾਹਮਣੇ ਬੈਠੀਆਂ, ਕਹਿੰਦੇ ਉੱਥੇ ਨਾ ਇੱਕ ਕਿਰਪਾ ਵਰਤਦੀ ਹੈ। ਕਿਰਪਾ ਜਿਵੇਂ ਇੱਥੇ ਗੁਰੂ ਸਾਹਿਬ ਬੈਠੇ ਨੇ, ਇੱਥੋਂ ਇੱਕ ਕਿਰਪਾ ਸਾਹਮਣੇ ਗ੍ਰੰਥ ਸਾਹਿਬ ਦੇ ਚਰਨਾਂ ਚੋਂ ਕਿਰਪਾ ਜਿਵੇਂ ਧੂਪ ਅਗਰਬੱਤੀ ਚੋਂ ਨਿਕਲਦੀ ਹੈ ਨਾ, ਮੈਂ ਇੱਥੇ ਆਪਾਂ ਅਗਰਬੱਤੀ ਲਾਈ ਹੈ, ਹੁਣ ਅਗਰਬੱਤੀ ਚੋਂ ਮਹਿਕ ਨਿਕਲਦੀ ਹੈ, ਤੁਹਾਡੇ ਤੱਕ ਪਹੁੰਚਦੀ ਹੈ ਖੁਸ਼ਬੂ। ਆਪਾਂ ਸੈਂਟ ਛਿੜਕਿਆ, ਸਤਿਗੁਰਾਂ ਤੇ ਪਰਫਿਊਮ ਲਗਾਇਆ, ਇਹ ਪਰਫਿਊਮ ਦੀ ਮਹਿਕ, ਪਰਫਿਊਮ ਦੀ, ਅਗਰਬੱਤੀ ਦੀ ਮਹਿਕ ਖਿੰਡਰ ਕੇ ਤੁਹਾਡੇ ਵਿੱਚ ਜਦ ਹੀ ਚਲੀ ਜਾਂਦੀ ਹੈ ਨਾ। ਆਪਾਂ ਜਦ ਹੀ ਸਮੈਲ ਕਰਦੇ ਹਾਂ ਵੀ ਕੋਈ ਸੈਂਟ ਛਿੜਕਿਆ ਹੋਇਆ, ਕੋਈ ਅਗਰਬੱਤੀ ਲਾਈ ਹੈ, ਹੁਣ ਛਿੜਕਿਆ ਦੇ ਇੱਥੇ ਹੈ, ਤੁਹਾਡੇ ਤੱਕ ਛੇਤੀ ਕਿਵੇਂ ਪਹੁੰਚ ਗਿਆ। ਆ ਹਵਾ ਨੇ, ਫਿਜ਼ਾ ਨੇ, ਐਸੀ ਫਿਜ਼ਾ ਪੂੰਜੀ, ਉਹਨੇ ਤੁਹਾਡੇ ਤੱਕ ਸਾਰੀ ਮਹਿਕ ਖੁਸ਼ਬੂ ਪਹੁੰਚਾ ਦਿੱਤੀ। ਜਦੋਂ ਗੁਰੂ ਸਾਹਿਬ ਬੈਠੇ ਹੁੰਦੇ ਨੇ, ਬੜੀ ਆਨੰਦ ਵਰਤਦੇ ਆ। ਹਾਜ਼ਰ ਨਾਜ਼ਰ ਸ਼ਹੀਦ ਸਿੰਘ ਮੇਘਮਾਲਾ 96 ਕਰੋੜ ਦੀ ਫੌਜ ਦੇ ਸਮੇਤ, ਪਤਾ ਨਹੀਂ ਕਿੰਨੇ ਕੁ ਸਿੱਖ, ਕਿੰਨੇ ਕੁ ਸ਼ਹੀਦ ਸਿੰਘ ਗੁਰੂ ਜੀ ਦੀ ਹਜ਼ੂਰੀ 'ਚ ਹਾਜ਼ਰ ਨਾਜ਼ਰ ਖੜੇ ਹੁੰਦੇ ਨੇ। ਸੰਗਤ ਇਹ ਸਾਡੇ ਮਨਾਂ ਦੀ ਮੈਂ ਅਵਸਥਾ ਤੇ ਬੋਲਦੇ ਹਾਂ ਵੀ ਜੇ ਸਾਡੇ ਮਨ 'ਚ ਸ਼ਰਧਾ ਹੋਵੇ, ਭਾਵਨਾ ਹੋਵੇ। ਤੇ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਕਹਿੰਦੇ ਜਦੋਂ ਇੱਥੋਂ ਮਹਿਕ ਸੰਗਤ 'ਚ ਖਿਲਰਦੀ ਹੈ ਨਾ ਕਿਰਪਾ ਦੀ, ਤੇ ਜਦੋਂ ਪਿਆਰਿਓ ਹੁਣ ਤੁਸੀਂ ਪਾਣੀ ਲਾਉਂਦੇ ਹੋ, ਮੈਂ ਤੁਹਾਨੂੰ ਘਰ ਦੀ ਉਦਾਹਰਨ ਦੇ ਦਿਆਂ, ਛੇਤੀ ਤੁਹਾਡੇ ਸਮਝ 'ਚ ਆ ਜਾਊਗਾ, ਗੇੜ 'ਚ ਆ ਜਾਊਗਾ। ਤੁਸੀਂ ਪਾਣੀ ਲਾਉਂਦੇ ਹੋ ਖੇਤਾਂ 'ਚ, ਜ਼ਿਮੀਂਦਾਰ ਬੈਠੇ ਹੋ, ਕਿਸਾਨ ਬੈਠੇ ਹੋ, ਜਦੋਂ ਤੁਸੀਂ ਪਾਣੀ ਲਾਉਂਦੇ ਹੋ ਤੇ ਪਾਣੀ ਜਿੱਥੇ ਥੋੜਾ ਜਿਹਾ ਡੂੰਘਾ ਥਾਂ ਹੁੰਦਾ, ਭਾਵੇਂ 2-4 ਇੰਚ ਡੂੰਘਾ ਹੋਵੇ, 10 ਇੰਚ ਡੂੰਘਾ ਹੋਵੇ, ਤੇ ਜਦੋਂ ਤੁਸੀਂ ਪਾਣੀ ਛੱਡਦੇ ਹੋ ਨਾ, ਤੇ ਸਾਰਿਆਂ ਤੋਂ ਪਹਿਲਾਂ ਪਾਣੀ ਡੂੰਘੇ ਥਾਂ ਤੇ ਖੜਦਾ ਜਾਂਦਾ, ਉੱਚੇ ਥਾਂ ਸੁੱਕੇ ਰਹਿ ਜਾਂਦੇ। ਜਿਹੜੇ ਉੱਚੀਆਂ ਜਗ੍ਹਾ ਹੁੰਦੀਆਂ ਨੇ, ਧੋੜੀਆਂ ਹੁੰਦੀਆਂ ਨੇ, ਟਿੱਬੇ ਹੁੰਦੇ ਨੇ, ਉਹ ਟਿੱਬੇ ਸੁੱਕੇ ਸੁੱਕੇ ਹੀ ਰਹਿ ਜਾਂਦੇ ਨੇ, ਉੱਥੇ ਨਹੀਂ ਪਾਣੀ ਪਹੁੰਚਦਾ, ਉਹ ਨਹੀਂ ਗਿੱਲੀ ਹੁੰਦੀ ਜਗ੍ਹਾ। ਪਰ ਜਿਹੜੀ ਨੀਵੀਂ ਜਗ੍ਹਾ ਹੁੰਦੀ ਹੈ ਨਾ, ਥੋੜੀ ਜਿਹੀ, ਭਾਵੇਂ 4 ਇੰਚ ਨੀਵੀਂ ਹੋਵੇ, ਉਹ ਨੱਕੋ ਨੱਕ ਸਾਰਿਆਂ ਤੋਂ ਪਹਿਲਾਂ ਹੀ ਭਰ ਜਾਂਦੀ ਹੈ। ਜਦੋਂ ਗੁਰੂ ਜੀ ਦੀ ਇੱਥੋਂ ਕਿਰਪਾ ਜਾਂਦੀ ਹੈ, ਜਿਹੜੇ ਨੀਵੇਂ ਹੋ ਕੇ ਬੈਠੇ ਨੇ, ਸ਼ਰਧਾ 'ਚ ਬੈਠੇ ਨੇ, ਅੰਦਰੋਂ ਮਨੁਆ ਨੀਵਾਂ ਹੋਇਆ, ਸ਼ਰਧਾ ਬਣੀ ਹੈ, ਅੱਖਾਂ ਦੇ ਵਿੱਚ ਪ੍ਰੇਮ ਦਾ ਜਲ ਹੈ, ਅੱਖਾਂ ਵਿੱਚ ਪ੍ਰੇਮ ਹੀ ਪ੍ਰੇਮ ਹੈ। ਜਦੋਂ ਕਿਰਪਾ ਜਾਂਦੀ ਹੈ ਪਿਆਰਿਓ, ਉਹਨਾਂ ਨੂੰ ਵੀ ਨੱਕੋ ਨੱਕ ਭਰ ਦਿੰਦੇ ਨੇ, ਨੱਕੋ ਨੱਕ ਭਰ ਦਿੰਦੇ। ਤਾਂ ਹੀ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਨਾ, ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਏ। ਬਾਬਾ ਫਰੀਦ ਸਾਹਿਬ ਕੋਈ ਮਾਮੂਲੀ ਅਵਸਥਾ ਨਹੀਂ ਸੀ ਉਹਨਾਂ ਦੀ, ਬਹੁਤ ਹੀ ਆਤਮਕ ਪੱਧਰ ਉੱਚਾ ਸੀ ਬਾਬਾ ਫਰੀਦ ਸਾਹਿਬ ਜੀ ਦਾ। ਸੂਫੀ ਬਾਬਾ ਫਰੀਦ ਸਾਹਿਬ ਹੋਏ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਬਾਬਾ ਫਰੀਦ ਸਾਹਿਬ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਕਹਿੰਦੇ ਫਰੀਦਾ ਮਨ ਮੈਦਾਨ ਕਰ। ਉਹਨਾਂ ਨੇ ਵੀ ਭਗਤੀ ਕੀਤੀ, ਬੰਦਗੀ ਕੀਤੀ, ਬੜਾ ਜਪ ਤਪ ਕੀਤਾ। ਉਹ ਕਹਿੰਦੇ ਵੀ ਜਦੋਂ ਜਪ ਤਪ ਕਰਦੇ ਆ ਨਾ, ਆ ਵੀ ਤੁਹਾਡਾ ਜਪ ਤਪ ਹੀ ਹੈ।
ਤੁਸੀਂ ਹੁਣ ਕਹੋਗੇ ਕਿ ਅਸੀਂ ਤਾਂ ਜਪ ਤਪ ਕਰਦੇ ਨਹੀਂ, ਤੁਸੀਂ ਇਹੀ ਜਵਾਬ ਦਿਓਗੇ ਕਿ ਬਾਬਾ ਜੀ ਅਸੀਂ ਤਾਂ ਨਾ ਜਪ ਕਰਦੇ ਹਾਂ ਨਾ ਤਪ ਕਰਦੇ ਹਾਂ, ਕੋਈ ਤਪ ਨਹੀਂ ਅਸੀਂ ਤਾਪਦੇ, ਨਾ ਅਸੀਂ ਕੋਈ ਧੂਣੀ ਤਾਪਦੇ ਹਾਂ, ਨਾ ਕੋਈ ਅਸੀਂ ਪੁੱਠਾ ਲੱਗ ਕੇ ਤਪ ਕਰਦੇ ਹਾਂ, ਕੋਈ ਤਪ ਨਹੀਂ ਸਾਡਾ। ਪਰ ਪਿਆਰਿਓ ਹੁਣ ਥੋੜਾ ਜਿਹਾ ਹਿਰਦੇ 'ਚ ਇਹਨੂੰ ਥਾਂ ਦੇ ਲਿਓ ਸੰਗਤ ਜੀ। ਹੁਣ ਗੁਰੂ ਗ੍ਰੰਥ ਸਾਹਿਬ ਤੋਂ ਪੁੱਛ ਕੇ ਦੇਖੋ ਵੀ ਆਹ ਜਿਹੜਾ ਤੁਸੀਂ ਕਰ ਰਹੇ ਹੋ ਇਹ ਕੀ ਹੈ। ਜੇ ਸ਼ਰਧਾ ਨਾ ਹੋਵੇ ਤਾਂ ਹੀ ਨਹੀਂ ਨਾ ਸਾਡੇ ਗੱਲ ਪੱਲੇ ਪੈਂਦੀ। ਅਸੀਂ ਭੱਜ ਕੇ ਇੱਧਰ ਨੂੰ ਲੰਘ ਗਏ, ਇੱਧਰ ਨੂੰ ਲੰਘ ਕੇ ਗੱਲਾਂ ਕਰ ਲਈਆਂ, ਇੱਧਰ ਝਾਕ ਲਿਆ ਉੱਧਰ ਝਾਕ ਲਿਆ, ਤਾਂ ਹੀ ਸਾਡੀ ਅਵਸਥਾ ਨਹੀਂ ਬਣਦੀ। ਤੇ ਨਹੀਂ ਤਾਂ ਜਿੱਥੇ ਤੁਸੀਂ ਬੈਠੇ ਹੋ ਨਾ, ਗੁਰੂ ਸਾਹਿਬ ਨੇ ਇੱਥੇ ਆ ਕੇ ਲਕੀਰ ਖਿੱਚਦੀ, ਕਹਿੰਦੇ ਗੁਰ ਕੀ ਸੇਵਾ ਤਪਾਂ ਸਿਰ ਤਪਸਾਰ। ਤੁਸੀਂ ਸਮਝ ਲਿਓ ਇਸ ਗੱਲ ਨੂੰ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਚੌਂਕੜਾ ਲਾ ਕੇ ਸਮਾਧੀ ਲਾ ਕੇ ਐਨ ਰੀੜ ਦੀ ਹੱਡੀ ਸਿੱਧੀ ਕਰਕੇ ਢਿੱਲੇ ਜੇ ਨਹੀਂ ਹੋ ਕੇ ਬੈਠਣਾ। ਕਈ ਐ ਢਿੱਲੇ ਜੇ ਢਿੱਲੜ ਜੇ ਹੋ ਕੇ ਬੈਠੇ ਹੁੰਦੇ ਆ, ਐ ਲੰਕੀ ਜੇ ਜਾਣਾ, ਇੱਧਰ ਨੂੰ ਲੰਕ ਗਏ ਇੱਧਰ ਨੂੰ ਲੰਕ ਗਏ, ਏਦਾਂ ਹੀ ਬੈਠੇ ਫਿਰਦੇ ਦੇਖੀਦਾ ਕਈਆਂ ਨੂੰ। ਐਂ ਜੇ ਲੱਭਣਗੇ ਵੀ ਕੋਈ ਕੌਲਾ ਜਿਹਾ ਹੋਵੇ ਨਾਲ ਢੋਲ ਜੀ ਲਾ ਲਈਏ। ਨੌਜਵਾਨ ਨਹੀਂ ਦੇਖੋ ਹਟ ਆ ਨੌਜਵਾਨ ਹੈ, ਉਹ ਕਹਿਣਗੇ ਢੋਲ ਜੀ ਲਾ ਲਓ ਕਿਸੇ ਪਾਸੇ ਜਾ ਕੇ, ਲੰਗਰ ਦੇ 'ਚ ਬਹਿ ਜਾਓ, ਕੰਧ ਜੀ ਨਾ ਲੱਗ ਜਾਓ ਕਿਉਂ ਕੀ ਢੂਈਆਂ ਟੁੱਟੀਆਂ ਤੁਹਾਡੀਆਂ। ਇੱਥੇ ਬੈਠੋ ਚੜ੍ਹਦੀ ਕਲਾ 'ਚ ਢੂਈ ਸਿੱਧੀ ਕਰਕੇ ਬੈਠੋ, ਆਨੰਦ ਵਿੱਚ ਬੈਠੋ। ਜੇ ਆਨੰਦ ਵਿੱਚ ਬੈਠਾਂਗੇ, ਚੜ੍ਹਦੀ ਕਲਾ ਵਿੱਚ ਬੈਠਾਂਗੇ ਤੇ ਪਿਆਰਿਓ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਜਿਹੜੇ ਆਨੰਦ ਵਿੱਚ ਬਹਿੰਦੇ ਨੇ ਨਾ, ਐਨ ਪੂਰਨ ਸ਼ਰਧਾ ਭਾਵਨਾ ਨਾਲ ਬਹਿੰਦੇ ਨੇ। ਮੈਂ ਬਾਬਾ ਫਰੀਦ ਸਾਹਿਬ ਜੀ ਦੀ ਗੱਲ ਕਰ ਰਿਹਾ ਸੀ। ਬਾਬਾ ਫਰੀਦ ਸਾਹਿਬ ਕਹਿੰਦੇ ਜਦੋਂ ਗੁਰੂ ਦੀ ਹਜ਼ੂਰੀ 'ਚ ਬੈਠਣਾ, ਸਤਿਗੁਰ ਦੇ ਚਰਨਾਂ 'ਚ ਬੈਠਣਾ, ਬੜੇ ਹੀ ਆਨੰਦ ਨਾਲ ਬੈਠਣਾ। ਕਿੱਡਾ ਵੱਡਾ ਤਪ ਹੈ ਇਹ ਜਿਹੜਾ ਤੁਸੀਂ ਹੁਣ ਕਰ ਰਹੇ ਹੋ। ਕਲਯੁਗ ਦੇ ਸਮੇਂ 'ਚ ਪਿਆਰਿਓ 5 ਮਿੰਟ ਬਹਿ ਜੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, 5 ਮਿੰਟ ਨੋਟ ਕਰਿਓ ਪਰ ਬੈਠੇ ਆਏ ਉਹਨੂੰ ਸਰੀਰ ਦਾ ਪਤਾ ਨਾ ਹੋਵੇਗਾ। ਜੇ ਕਿ ਆਖੋ ਸਤਿਨਾਮ ਵਾਹਿਗੁਰੂ, ਉਹਨੂੰ ਸਰੀਰ ਦਾ ਨਾ ਪਤਾ ਹੋਵੇ, ਸਰੀਰ ਦਾ ਚੇਤਾ ਭੁੱਲ ਜੇ ਵੀ ਮੈਂ ਕਿੱਥੇ ਬੈਠਾ। 5 ਮਿੰਟ ਬਹਿ ਜਾਓ। ਜੇ 5 ਮਿੰਟ ਬਹਿ ਜਾਓਗੇ ਨਾ ਪਿਆਰਿਓ, ਤੁਸੀਂ ਤਾਂ ਕਹਿੰਦੇ ਹੋ ਬਿਮਾਰੀਆਂ ਰੋਮ ਰੋਮ ਖੁੱਲ ਜਾਊਗਾ, ਰੋਮ ਰੋਮ। ਦਵਾਈਆਂ ਤਾਂ ਉਦਾਂ ਹੀ ਆਪਾਂ ਪਿੱਛੇ ਲੱਗੇ ਆ ਦਵਾਈਆਂ ਦੇ ਵੀ ਛੇਤੀ ਆਰਾਮ ਮਿਲ ਜੇ, ਛੇਤੀ ਦਵਾਈ ਖਾ ਲਓ, ਆਹ ਲੱਕ ਮਾਰ ਲਓ ਦਵਾਈ ਦੀ, ਆਹ ਖਾ ਲਓ ਦਵਾਈ, ਆਹ ਖਾ ਲਓ ਦਵਾਈ। ਏਦੋਂ ਵੱਡੀ ਦਵਾਈ ਕਿਹੜੀ ਹੈ ਭਾਈ ਸੰਗਤ ਜੀ? ਜਿੱਥੇ ਤੁਸੀਂ ਹੁਣ ਬੈਠੇ ਹੋ, ਏਦੋਂ ਵੱਡਾ ਨਾ ਕੋਈ ਤਪ ਹੈ, ਨਾ ਕੋਈ ਜਪ ਹੈ, ਨਾ ਕੋਈ ਪੁੰਨ ਹੈ, ਨਾ ਕੋਈ ਦਾਨ ਹੈ। ਜਿੱਡੇ ਦਾਨੀ ਹੁਣ ਤੁਸੀਂ ਬਣ ਕੇ ਬੈਠੋ। ਜੇ ਸ਼ਰਧਾ ਨਾ ਬਹਿ ਜਾਓ, ਭਾਵਨਾ ਨਾ ਬਹਿ ਜਾਓ। ਆ ਮਾਈਆਂ ਪ੍ਰਸ਼ਾਦੇ ਦੀ ਸੇਵਾ ਕਰ ਰਹੀਆਂ ਇੱਧਰ ਚੁਰਾਂ ਦੇ ਉੱਪਰ, ਹਰੇਕ ਆਪਾਂ ਹਫ਼ਤੇ ਹੀ ਕਰਦੇ ਆ, ਮਹੀਨੇ ਬਾਅਦ ਕਰਦੇ ਆ। ਹੁਣ ਗਰਮੀ ਦਾ ਸਮਾਂ ਆਉਣਾ ਤੇ ਗਰਮੀ 'ਚ ਤਾਂ ਆਪਾਂ ਪੱਖੇ ਥੱਲੇ ਵੀ ਗਰਮੀ ਲੱਗਦੀ ਤੇ ਮਾਈਆਂ ਨੇ ਤਵੀ ਤੇ ਬਹਿ ਕੇ ਪ੍ਰਸ਼ਾਦੇ ਲਾਉਣੇ ਨੇ। ਇਦੋਂ ਵੱਡੀ ਦੱਸੋ ਤਪ ਕਿਹੜਾ? ਇਦੋਂ ਵੱਡਾ ਤਪ ਕਿਹੜਾ ਹੈ? ਤਵੀ ਦੇ ਉੱਪਰ ਬੈਠ ਕੇ ਪ੍ਰਸ਼ਾਦੇ ਲਾਉਣੇ, ਸੇਕ ਪੈਂਦਾ ਹੈ। ਦਾਦੇ ਕਹਿੰਦੇ ਹੁੰਦੇ ਸੀ ਸਾਰੀ ਜ਼ਿੰਦਗੀ ਨਾ ਸੰਗਤ ਜੀ, ਦਾਦਿਆਂ ਨੇ ਸਾਰੀ ਜ਼ਿੰਦਗੀ ਇੱਕ ਦਿਨ ਵੀ ਪ੍ਰਸ਼ਾਦੇ ਦੀ ਸੇਵਾ 'ਚ ਨਾਗਾ ਨਹੀਂ ਪਾਇਆ। ਭਾਵੇਂ 10 ਮਿੰਟ ਬੈਠਣ, ਲੋਹ ਤੇ ਜਾ ਕੇ 10 ਮਿੰਟ ਬਹਿੰਦੇ ਹੀ ਬਹਿੰਦੇ ਸੀ ਦਾਦੇ ਆਪ। ਨੋਟ ਕਰਿਓ ਗੱਲ। ਭਾਵੇਂ ਗਰਮੀ ਹੋਵੇ, ਹਾੜ ਜੇਠ, ਅਸੀਂ ਕਈ ਵਾਰੀ ਦੇਖਣਾ ਵੀ ਹਾੜ ਜੇਠ ਦਾ ਟਾਈਮ ਹੈ, ਉਹਨਾਂ ਦੇ ਸਰੀਰ ਤੇ ਏਦਾਂ ਕਫਨੀ ਜੀ ਛੋਟੀ ਜੀ ਪਾਈ ਹੋਣੀ, ਉਹਨਾਂ ਨੇ ਜਾ ਕੇ ਚੁਰ ਤੇ ਲਾਜ਼ਮੀ 10 ਮਿੰਟ ਪ੍ਰਸ਼ਾਦੇ ਥੱਲਣੇ। ਉਹਨਾਂ ਨੇ ਕਹਿਣਾ ਇਹ ਤੋਂ ਵੱਡੀ ਸੇਵਾ ਕੋਈ ਹੋ ਹੀ ਨਹੀਂ ਸਕਦੀ। ਜਿਹੜੀ ਚੁਰ ਦੀ ਸੇਵਾ ਹੈ, ਲੋਹ ਦੀ ਸੇਵਾ ਹੈ, ਇਦੋਂ ਵੱਡੀ ਸੇਵਾ ਨਹੀਂ ਹੋ ਸਕਦੀ ਭੈਣੋ। ਬਹੁਤ ਵੱਡੀ ਸੇਵਾ ਹੈ। ਪਰ ਜੇ ਉੱਥੇ ਬੈਠ ਕੇ ਮੂੰਹ ਚੋਂ ਇੱਕ ਵੀ ਨਿੰਦਿਆ ਦਾ ਸ਼ਬਦ ਨਿਕਲ ਗਿਆ, ਨੋਟ ਕਰਕੇ ਜਾਇਓ ਗੱਲ, ਇੱਕ ਸ਼ਬਦ ਵੀ ਕਿਸੇ ਦੇ ਖਿਲਾਫ, ਇੱਕ ਸ਼ਬਦ ਵੀ ਨਿੰਦਿਆ ਦਾ, ਇੱਕ ਸ਼ਬਦ ਵੀ ਬੁਰਾਈ ਦਾ ਜੇ ਮੂੰਹ ਚੋਂ ਨਿਕਲ ਗਿਆ ਤੇ ਉਦੋਂ ਵੱਡਾ ਸੰਗਤ ਜੀ ਪਾਪ ਕੋਈ ਦੁਨੀਆ ਤੇ ਨਹੀਂ ਹੋ ਸਕਦਾ। ਨੋਟ ਕਰ ਲਓ।
ਜਦੋਂ ਉੱਥੇ ਬੈਠਣਾ ਹੋਵੇ ਨਾ ਉਦੋਂ ਤਾਂ ਮੂੰਹ ਬੰਨ ਲਓ, ਮੂੰਹ ਤੇ ਕੱਪੜਾ ਬੰਨ ਲਓ ਜਾਂ ਕੱਪੜਾ ਲੈ ਲਓ ਤੇ ਜਾਪ ਕਰੀ ਚੱਲੋ ਵਾਹਿਗੁਰੂ ਦਾ, ਜਾਂ ਇੱਕ ਜਣਾ ਜਾਪ ਕਰਾਈ ਚੱਲੋ ਸਤਿਨਾਮ ਵਾਹਿਗੁਰੂ, ਇੱਕ ਭੈਣ ਜਾਪ ਕਰਾਈ ਜਾਵੇ, ਦੂਜੀਆਂ ਪਿੱਛੇ ਕਰੀ ਜਾਣ। ਗੱਲ ਨਹੀਂ ਕਰਨੀ ਚਾਹੀਦੀ ਵੀ ਉੱਥੇ ਬਹਿ ਕੇ ਗੱਲਾਂ ਹੀ ਮਾਰੀ ਚੱਲੋ, ਅੱਜ ਇਹਦੇ ਆਏ ਹੋ ਗਿਆ, ਕੱਲ ਉਹਦੇ ਆਏ ਹੋ ਗਿਆ, ਪਰਸੋਂ ਉੱਥੇ ਆਏ ਹੋ ਗਿਆ। ਇਹ ਕੋਈ ਖਬਰਾਂ ਸੁਣਾਉਣ ਵਾਲੀ ਜਗ੍ਹਾ ਨਹੀਂ ਹੁੰਦੀ ਚੁਰ ਵੀ ਉੱਥੇ ਖਬਰਾਂ ਪੜ੍ਹ ਲਓ ਆ ਕੇ ਵੀ ਆ ਅੱਜ ਆਏ ਹੋ ਗਿਆ। ਖਬਰਾਂ ਤਾਂ ਘਰੇ ਪੜ੍ਹ ਲਓ ਅਖਬਾਰ ਪਏ। ਉਹ ਜਗ੍ਹਾ ਤਪਾਂ ਸਿਰ ਤਪ ਸਾਰ ਹੈ ਪਿਆਰਿਓ, ਤਪਾਂ ਦਾ ਵੀ ਤਪ ਹੈ। ਜੇ ਉੱਥੇ ਮੈਂ ਇੱਕ ਦਿਨ ਆਪਣੇ ਆਨੰਦ 'ਚ ਬੈਠਾ ਪੜ੍ਹਦਾ ਸੀਗਾ ਕੁਛ, ਗੁਰੂ ਸਾਹਿਬ ਕਹਿੰਦੇ, ਸੁਣਿਓ ਧਿਆਨ ਨਾਲ, ਗੁਰੂ ਸਾਹਿਬ ਕਹਿੰਦੇ ਜਦੋਂ ਮਾਵਾਂ ਸਾਡੀਆਂ ਭੈਣਾਂ ਸਾਡੀਆਂ ਧੀਆਂ, ਤਾਂ ਛੋਟੀ ਧੀ ਹੈ, ਬਰਾਬਰ ਦੀ ਭੈਣ ਹੈ, ਵੱਡੀ ਮਾਂ ਹੈ, ਇਹ ਤਿੰਨ ਸਕੀਰੀਆਂ। ਇਹ ਬਾਬਾ ਜੀ ਸਾਧ ਸਾਹਿਬ ਵਾਲੇ ਆਂਦੇ ਸੀ ਤਿੰਨ ਸਕੀਰੀਆਂ। ਛੋਟੀ ਧੀ ਹੈ, ਉਹਦੇ ਸਿਰ ਤੇ ਹੱਥ ਰੱਖ ਕੇ ਆ ਭਾਈ ਧੀਏ ਬੈਠ, ਬਰਾਬਰ ਦੀ ਭੈਣੇ ਬੈਠ, ਵੱਡੀ ਹੈ ਮਾਤਾ ਬੈਠ। ਉਹ ਕਹਿੰਦੇ ਜਦੋਂ ਭੈਣਾਂ ਸੇਵਾ ਕਰਦੀਆਂ ਮਾਵਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮਾਤਾ ਗੁਜਰੀ ਸਾਹਿਬ ਧਿਆਨ ਰੱਖੋ, ਹਿਲ ਜੁਲ ਬਿਲਕੁਲ ਨਾ ਕਰਿਓ, ਬਿਲਕੁਲ ਮਰਿਆਦਾ ਬਣਾ ਲਓ। ਜਿਹਨੇ ਆਉਣਾ ਪਿੱਛੇ ਦੀ ਪਿੱਛੇ ਬੈਠਣਾ, ਬੜੇ ਪਿਆਰ ਨਾਲ ਹੀ ਭਗ ਰਿਹਾ ਬਹਿਣ। ਤੁਸੀਂ ਪੱਕੇ ਸੰਗੀ ਹੋ, ਕੋਈ ਤੁਹਾਡੇ ਚ ਨਵਾਂ ਤਾਂ ਕੋਈ ਹੋਊਗਾ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿਵੇਂ ਬੈਠਣਾ, ਕਿਵੇਂ ਸਾਰੀ ਮਰਿਆਦਾ ਪਤਾ ਹੋਣੀ ਚਾਹੀਦੀ। ਤੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਮਾਤਾ ਗੁਜਰੀ ਸਾਹਿਬ, ਉਹ ਕਹਿੰਦੇ ਹਾਂਜੀ ਭਾਗ ਜੀ ਦੱਸੋ, ਲਾਲ ਜੀ ਦੱਸੋ। ਕਹਿੰਦੇ ਜਦੋਂ ਮਾਵਾਂ ਚੁਰ ਤੇ ਸੇਵਾ ਕਰਦੀਆਂ ਨਾ, ਭੈਣਾਂ ਚੁਰ ਤੇ ਸੇਵਾ ਕਰਦੀਆਂ, ਕਲਗੀਧਰ ਦਸ਼ਮੇਸ਼ ਕਹਿੰਦੇ ਮੈਂ ਆਪ ਚੁਰ ਤੇ ਗੇੜਾ ਮਾਰ ਕੇ ਆਉਣਾ ਜਾ। ਦੇਖੋ ਨੋਟ ਕਰੋ, ਕਹਿੰਦੇ ਮੈਂ ਆਪ ਗੇੜਾ ਮਾਰ ਕੇ ਆਉਣਾ। ਮਾਤਾ ਗੁਜਰੀ ਸਾਹਿਬ ਕਹਿੰਦੇ ਲਾਲ ਜੀ ਫੇਰ ਕਹਿੰਦੇ ਮੈਂ ਪੁੱਛਦਾ ਵੀ ਜਿਹੜੀ ਮਾਂ ਨੂੰ ਕੁਝ ਚਾਹੀਦਾ, ਭੈਣ ਨੂੰ ਕੁਝ ਚਾਹੀਦਾ, ਧੀ ਨੂੰ ਬੱਚੀ ਨੂੰ ਕੁਝ ਚਾਹੀਦਾ, ਅੱਜ ਜੋ ਮੰਗੋਗੇ ਇੱਥੇ ਚੁਰ ਤੇ ਬੈਠਿਆਂ ਦੀ ਤੁਹਾਡੀ ਝੋਲੀ ਚ ਪਾ ਦੇ। ਕੋਈ ਹੈ ਏਡੀ ਵੱਡੀ ਦਾ? ਇਹ ਦੱਸ ਦਿਓ ਤੁਸੀਂ ਆਪਣੇ ਮਨ ਨਾਲ ਸਲਾਹ ਕਰ ਲਿਆ ਵੀ ਇਦੋਂ ਵੱਡੀ ਦਾਤ ਹੋਊਗੀ ਕੋਈ? ਗੁਰ ਕੀ ਸੇਵਾ ਤਪਾਂ ਸਿਰ ਤਪ ਸਾਰ। ਆ ਤੁਸੀਂ ਕੀਰਤਨ ਸੁਣਦੇ ਹੋ, ਇਦੋਂ ਵੱਡਾ ਤਪ ਕੋਈ ਨਹੀਂ। ਲੰਗਰ 'ਚ ਸੇਵਾ ਕਰਦੇ ਹੋ, ਆ ਸਾਡੇ ਭਾਈ ਸੇਵਾ ਕਰਦੇ ਨੇ, ਲੰਗਰ 'ਚ ਪ੍ਰਸ਼ਾਦਾ ਵਰਤਾਉਂਦੇ ਨੇ, ਤੇ ਜੇ ਉੱਥੇ ਗੱਲਾਂ ਹੀ ਕਰੀ ਜਾਂਦੇ ਆ, ਮਨ ਥੁੱਕ ਸਿੱਟੀ ਜਾਂਦੇ ਪ੍ਰਸ਼ਾਦਿਆਂ ਨਾਲ, ਉਹਦਾ ਕੌਣ ਲੇਖਾ ਦੇਊਗਾ ਦੱਸੋ? ਕਈਆਂ ਨੇ ਤਾਂ ਮੈਂ ਦੇਖਦਾ ਹੁੰਦਾ ਕਈ ਥਾਵੀਂ ਜਾਈਦਾ, ਕਈਆਂ ਨੇ ਤਾਂ ਲੰਗਰ ਨੂੰ ਢਿੱਡ ਹਲਕਾ ਕਰਨ ਵਾਲਾ ਕਮਰਾ ਬਣਾਇਆ ਹੁੰਦਾ ਵੀ ਇਹਦੇ ਢਿੱਡ ਹਲਕਾ ਕਰ ਲਓ, ਆ ਉਹਦੀਆਂ ਕਰ ਲਓ, ਉਹਦੀਆਂ ਹੋ ਗਈਆਂ, ਉਹਦੇ ਅੱਜ ਐਂ ਹੋ ਗਿਆ, ਉਹਦੇ ਆਹ ਕੰਮ ਹੋ ਗਿਆ। ਉਹ ਤੂੰ ਬਹਿ ਕੇ ਆਪਣੀ ਨਿਬੇੜ, ਤੈਨੂੰ ਹੋਰ ਨਾਲ ਕੀ, ਤੈਨੂੰ ਸਾਧ ਨਾਲ ਕੀ, ਤੈਨੂੰ ਚੋਰ ਨਾਲ ਕੀ, ਤੂੰ ਕੀ ਲੈਣਾ ਕਿਸੇ ਤੇ ਤੂੰ ਆਪਣੇ ਤਾਂ ਝਾੜੂ ਵੱਜਦਾ ਨਹੀਂ ਥੱਲੇ ਮੰਜੀ ਦੇ, ਤੂੰ ਗਾਂ ਸਾਰਿਆਂ ਨੂੰ ਉਹਦੇ ਐਂ ਹੋ ਗਿਆ, ਫਲਾਣੇ ਦੇ ਐਂ ਹੋ ਗਿਆ। ਉਹ ਤੂੰ ਆਪਣੇ ਤਾਂ ਪੁੰਨ ਬਣਾ ਲਾ ਗੁਰੂ ਦੇ ਪਿਆਰਿਆ। ਤੂੰ ਜਿਹੜੇ ਕੰਮ ਤੂੰ ਆਇਆ ਉਹ ਤਾਂ ਕਰ ਲਾ, ਜਿਹੜੇ ਕੰਮ ਤੂੰ ਆਇਆ ਤੂੰ ਫੇਲ ਹੋ ਜਾਣਾ, ਦੂਜਿਆਂ ਦੇ ਪੇਪਰਾਂ ਲਈ ਝਾਕੀ ਜਾਈ ਬੈਠੇ। ਉਹ ਜਿਹੜੇ ਬੈਠੇ ਹੁੰਦੇ ਨਾ ਬੱਚੇ, ਉਹ ਦੂਜਿਆਂ ਦੇ ਪੇਪਰਾਂ ਲਈ ਝਾਕੀ ਜਾਏ ਵੀ ਉਹਨੇ ਕੀ ਲਿਖਿਆ, ਉਹਨੇ ਕੀ ਲਿਖਿਆ, ਉਹਦੇ ਕੋਲੇ ਪੈਨ ਕਿਹੜੇ ਰੰਗ ਦਾ, ਉਹਦੇ ਕੋਲੇ ਪੈਨਸਲ ਕਿਹੜੇ ਰੰਗ ਦੀ ਹੈ, ਤੇ ਤੁਹਾਡੀ ਸ਼ੀਟ ਖਾਲੀ ਹੋਊ ਤੇ 0/0 ਲੈ ਕੇ ਜਾਏਗਾ। ਤੂੰ ਆਪਣੇ ਬਾਰੇ ਸੋਚ, ਤੂੰ ਦੇਖ ਤੂੰ ਕਿੰਨੇ ਕੁ ਪੁੰਨ ਇਕੱਠੇ ਕਰਨੇ ਆ। ਤੂੰ ਸਿਮਰਨ ਕਰ, ਸੇਵਾ ਕਰ, ਭਾਂਡੇ ਮਾਂਜ, ਜੋੜੇ ਝਾੜ, ਤੂੰ ਪੁੰਨ ਬਣਾ। ਤੇ ਮਹਾਰਾਜ ਕਹਿੰਦੇ ਗੁਰੂ ਦੀ ਸੇਵਾ ਵਰਗਾ ਕੋਈ ਤਪ ਨਹੀਂ ਭਾਈ। ਅੱਜ ਜਿੱਥੇ ਤੁਸੀਂ ਅੱਜ ਬੈਠੇ ਹੋ ਨਾ, ਮੈਂ ਜਿਹੜੀ ਬੇਨਤੀ ਕੀਤੀ ਸੀ ਉੱਥੇ ਹੀ ਜਾਣੀ ਹੈ ਗੱਲ। ਤਕਰੀਬਨ ਆਪਾਂ 2:30 ਵਜੇ ਦੇ ਦਰਮਿਆਨ ਪਹਿਲਾਂ ਹੀ ਸਮਾਪਤੀ ਕਰ ਦੇਣੀ ਹੈ ਸਮੇਂ ਨਾਲ, ਕਿਉਂਕਿ ਮੌਸਮ ਖਰਾਬ ਹੈ, ਤੁਸੀਂ ਵੀ ਘਰਾਂ ਨੂੰ ਜਾਣਾ। ਅੱਜ ਜਿਸ ਸਮੇਂ ਤੇ ਅਸੀਂ ਬੈਠੇ ਹਾਂ, ਇੱਕ ਤਾਂ ਪੂਰਨਮਾਸ਼ੀ ਆ ਗਈ, ਤੇ ਦੂਜਾ ਪਿਆਰਿਓ ਕਰੋੜ ਕਰੋੜ ਵਾਰ ਵਧਾਈ ਇੱਕ ਦੂਜੇ ਨੂੰ ਹੋਲੇ ਮਹੱਲੇ ਦੀ ਵੀ ਦੇਣੀ ਚਾਹੀਦੀ। ਹੋਲੇ ਮਹੱਲੇ
ਗੁਰੂ ਸਾਹਿਬ ਨੇ ਕਿੱਡੀ ਕਿਰਪਾ ਕੀਤੀ ਹੈ। ਹੋਲਾ ਮਹੱਲਾ ਸਾਨੂੰ ਬਖਸ਼ਿਆ। ਰਾਤ ਰੌ ਵਗਦਾ ਸੀ ਉੱਥੇ 1 ਵਜੇ ਆਏ ਕੀਰਤਨ, ਅਸੀਂ ਉੱਥੇ ਬੈਠੇ ਅਨੰਦਪੁਰ ਸਾਹਿਬ ਜੀ, ਰਾਤ 1 ਵਜੇ ਤੁਰੇ ਉੱਥੇ ਆਏ ਫੌਜਾਂ ਫਿਰਦੀਆਂ ਸੀ ਤਖਤ ਦੇ ਉੱਪਰ, ਗੁਰੂ ਦੇ ਰੰਗ ਚਰੰਗੇ, ਇਉਂ ਲੱਗਦਾ ਸੀ ਬਈ ਆ ਜਿਹੜੇ ਸਾਹਮਣੇ ਤੁਰੇ ਆਉਂਦੇ ਆ 10ਵੇਂ ਪਾਤਸ਼ਾਹ ਆਪ ਹੀ ਤੁਰੇ ਆਉਂਦੇ ਆ। ਐਸਾ ਆਨੰਦ ਦੀ ਖੇਡ ਸੀ। ਸਤਿਗੁਰ ਨੇ ਕਿੱਡੀ ਕਿਰਪਾ ਕੀਤੀ ਹੈ ਪਿਆਰੇ, ਕਿੱਡੀ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 2 ਚੀਜ਼ਾਂ ਨੂੰ ਦੇਖੋ, ਸੰਸਾਰ ਤੇ ਹਥਿਆਰ ਤਾਂ ਪਹਿਲਾਂ ਤੋਂ ਹੀ ਬਣਿਆ ਹੋਇਆ, ਹਥਿਆਰ ਸਾਰਿਆਂ ਕੋਲੇ ਸੀ। ਵੱਡੇ ਵੱਡੇ ਪਿਆਰਿਓ ਪਹਿਲਾਂ ਗੁਰੂ ਸਾਹਿਬ ਤੋਂ ਵੀ ਹੋ ਗਏ, ਹਥਿਆਰ ਉਹਨਾਂ ਕੋਲੇ ਵੀ ਸੀ, ਕਿਰਪਾਨ ਸਭ ਕੁਝ ਸੀ ਉਹਨਾਂ ਕੋਲ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ। ਸਤਿਗੁਰੂ ਕਹਿੰਦੇ ਸਿੱਖਾ ਅਸੀਂ ਕੱਲਾ ਹਥਿਆਰ ਨਹੀਂ ਬਖਸ਼ਣਾ, ਅਸੀਂ ਤੈਨੂੰ ਵਿਚਾਰ ਵੀ ਬਖਸ਼ਣੇ। 2 ਚੀਜ਼ਾਂ ਬਖਸ਼ੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ, ਇੱਕ ਹਥਿਆਰ, ਇੱਕ ਵਿਚਾਰ। ਜਿਹਦੇ ਕੋਲੇ ਵਿਚਾਰ ਹੀ ਹੈ ਨਹੀਂ ਉਹ ਹਥਿਆਰ ਕੀ ਕਰੂਗਾ ਭਾਈ, ਉਹ ਸ਼ਸਤਰ ਕੀ ਕਰੂਗਾ। ਜਿਹਦੇ ਕੋਲੇ ਵਿਚਾਰ ਹੀ ਹੈ ਨਹੀਂ, ਜਿਹਦੇ ਮਨ ਦੇ ਵਿੱਚ ਕੋਈ ਵਿਚਾਰ ਕਰਨ ਦਾ ਤਲ ਹੀ ਨਹੀਂ ਬਣਿਆ, ਉਹਨੂੰ ਆਪਾਂ ਕਹੀਏ ਤੂੰ ਸ਼ਸਤਰ ਚੱਕ ਲਾ, ਮਾਰੂ ਕਿਸੇ ਦਾ ਨੁਕਸਾਨ ਕਰ ਦੂ, ਜਿਹਦੇ ਵਿਚਾਰ ਹੀ ਹੈ ਨਹੀਂ ਮਨ 'ਚ। ਜੇ ਹਥਿਆਰ ਹੈ, ਜੇ ਸ਼ਸਤਰ ਹੈ, ਤੇ ਪਿਆਰਿਓ ਸ਼ਸਤਰ ਨਾਲ ਕਲਗੀਧਰ ਮਹਾਰਾਜ ਨੇ ਵਿਚਾਰ ਵੀ ਦਿੱਤੀ ਹੈ, ਸਾਨੂੰ ਵਿਚਾਰ ਵੀ ਬਖਸ਼ੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਲੋਕ ਹੋਲੀਆਂ ਮਨਾਉਂਦੇ ਨੇ, ਹੋਲੀ ਆਪਾਂ ਵੀ ਦੇਖਦੇ ਹਾਂ ਕਿੰਨੇ ਚਿਰ ਦੇ ਮਨਾ ਰਹੇ ਹਾਂ, ਰੰਗ ਮਲ ਲਿਆ ਇੱਕ ਦੂਜੇ ਦੇ ਮੂੰਹ ਤੇ, ਦੇਖਦੇ ਹੀ ਆ ਕੀ ਕੁਛ ਹੋਇਆ ਪਰਸੋਂ ਹੋਲੀ ਵਾਲੇ ਦਿਨ। ਕਿੰਨਾ ਲੋਕਾਂ ਨੇ ਰੰਗ ਇੱਕ ਦੂਜੇ ਤੇ ਪਾਉਣਾ, ਕੀ ਕੁਛ ਕਰਦੇ ਨੇ ਲੋਕ। ਤੇ ਜੇ ਪੁੱਛ ਕੇ ਦੇਖ ਲਓ ਆ ਜਿੰਨੇ ਹੋਲੀ ਖੇਡਣ ਵਾਲੇ ਆ ਨਾ, ਲੋਕ ਤੁਸੀਂ ਪੁੱਛ ਲਿਓ, ਹੁਣ ਆਪਦੇ ਆਪ ਤੋਂ ਵੀ ਪੁੱਛ ਲਿਓ, ਆਪਣੇ ਬੱਚਿਆਂ ਤੋਂ ਵੀ ਪੁੱਛ ਲਿਓ, ਆ ਜਿਹੜੇ ਹੋਲੀਆਂ ਖੇਡਣ ਵਾਲੇ ਇਹਨਾਂ ਨੂੰ ਵੀ ਬਾਹ ਫੜ ਕੇ ਪੁੱਛ ਲਿਓ ਬਈ ਭੋਲਿਓ ਜਿਹੜੀ ਤੁਸੀਂ ਹੋਲੀ ਖੇਡਦੇ ਹੋ ਇਹਦਾ ਮਤਲਬ ਕੀ ਹੈ, ਹੋਲੀ ਦਾ ਦੱਸੋ ਕੀ ਮਤਲਬ ਹੈ। ਕਲਗੀਧਰ ਮਹਾਰਾਜ ਨੇ ਕਿਉਂ ਇਹ ਚੀਜ਼ ਨੂੰ ਚੁਣਿਆ? ਹੋਰ ਵੀ ਤਾਂ ਚੀਜ਼ਾਂ ਸੀਗੀਆਂ, ਹੋਰ ਵੀ ਤਾਂ ਗੱਲਾਂ ਸੀਗੀਆਂ, ਪਰ ਕਲਗੀਧਰ ਪਾਤਸ਼ਾਹ ਨੇ ਇਹਨੂੰ ਕਿਉਂ ਚੁਣਿਆ? ਹੋਲੀ ਦਾ ਤਿਉਹਾਰ, ਇਹਨੂੰ ਕਿਉਂ ਬਦਲਿਆ, ਕਿਉਂ ਚੇਂਜ ਕੀਤਾ? ਤੇ ਪਿਆਰਿਓ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਨਾ ਫਿਰ ਬਾਣੀ ਪੜ੍ਹਿਓ ਤੁਸੀਂ, ਜੇ ਤੁਸੀਂ ਇਹ ਚੀਜ਼ ਨੂੰ ਲੱਭਣਾ। ਮੈਂ ਹੈਡਲਾਈਨ ਤੁਹਾਨੂੰ ਦੇਣੀ ਹੈ, ਸਮਾਂ ਥੋੜਾ। ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਿੱਥੇ ਹੁਣ ਤੁਸੀਂ ਬੈਠੇ ਹੋ, ਮੈਂ ਤਾਂ ਬੇਨਤੀ ਹੈ ਤੁਹਾਡੇ ਚਰਨਾਂ 'ਚ ਸੰਗਤ ਜੀ ਕਰ ਰਿਹਾ ਵੀ ਇਹ ਤੋਂ ਕੋਈ ਭਾਗਾਂ ਵਾਲਾ ਸਮਾਂ ਨਹੀਂ, ਖਾਲੀ ਨਾ ਰਹਿ ਜਾਓ ਅੱਜ ਖਾਲੀ ਨਾ ਰਹਿ ਜਾਓ, ਇਹ ਤੋਂ ਕਰਮ ਵਾਲਾ ਸਮਾਂ ਨਹੀਂ। ਇਹਨਾਂ ਦਿਨਾਂ 'ਚ ਤਾਂ ਕਲਗੀਧਰ ਮਹਾਰਾਜ ਖੁਸ਼ੀ ਦੇ ਵਿੱਚ ਨੱਚਦੇ ਫਿਰਦੇ, ਇਹਨਾਂ ਦਿਨਾਂ 'ਚ ਖੁਸ਼ੀ ਦੇ ਵਿੱਚ ਝੂਮਦੇ ਫਿਰਦੇ, ਝੂਮਦੇ ਕਲਗੀਧਰ ਸਾਹਿਬ ਇਹਨਾਂ ਦਿਨਾਂ ਦੇ ਵਿੱਚ। ਔਰ ਬਸ ਜਿਹਦੇ ਵੱਲ ਨਿਗਾਹ ਹੋ ਗਈ ਉਹਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਰੰਗ ਦੇ ਨਾਲ ਰੰਗ ਕੇ ਰੱਖ ਲੈਣਾ, ਐਨ ਚਾੜ ਦੇਣਾ ਉਹਨੂੰ ਮਜੀਠਾ ਰੰਗ। ਜਿਹਦੇ ਵੱਲ ਦ੍ਰਿਸ਼ਟੀ ਹੋ ਗਈ, ਜਿਹਦੇ ਵੱਲ ਨਜ਼ਰ ਹੋ ਗਈ, ਰਹਿਮੇ ਕਰਮ ਹੋ ਗਏ। ਹੁਣ ਪਿਆਰਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਿਓ ਤੇ ਪੁੱਛਿਓ ਵੀ ਮਹਾਰਾਜ ਹੋਲੀ ਕਿਉਂ ਕਹੀ ਹੈ? ਹੋਲੀ ਇਹ ਸ਼ਬਦ ਆਇਆ ਨਾ, ਔਰਤ ਕੀ ਹੋਲੀ ਮਮ ਹੋਲਾ। ਗੁਰੂ ਸਾਹਿਬ ਕਹਿੰਦੇ ਲੋਕਾਂ ਦੀ ਹੋਲੀ ਹੈ, ਮਨਾਉਂਦੇ ਹੀ ਨੇ ਲੋਕ, ਪਹਿਲਾਂ ਤੋਂ ਮਨਾਉਂਦੇ ਨੇ, ਪਰ ਪਤਾ ਕਿਸੇ ਨੂੰ ਵੀ ਨਹੀਂ ਮਨਾਉਂਦੇ ਕਿਉਂ ਨੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਤਾ ਕਿਸੇ ਨੂੰ ਵੀ ਨਹੀਂ ਹੈ। ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਿਓ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਨੂੰ ਦੱਸਦੇ ਨੇ, ਕਹਿੰਦੇ ਹੋਲੀ ਜਿੱਥੋਂ ਸ਼ੁਰੂ ਹੋਈ ਹੈ ਨਾ, ਭਗਤ ਪ੍ਰਹਿਲਾਦ ਜੀ ਦੀ ਯਾਦ ਆਉਂਦੀ ਹੈ ਹਰੇਕ ਸਾਲ। ਜਦੋਂ ਤੁਸੀਂ ਹੋਲੀ ਮਨਾਉਂਦੇ ਹੋ ਨਾ, ਤੁਸੀਂ ਕਿਸੇ ਨੇ ਭਗਤ ਪ੍ਰਹਿਲਾਦ ਜੀ ਨੂੰ ਯਾਦ ਕੀਤਾ? ਦੱਸੋ ਇੰਨੇ ਦਿਨਾਂ 'ਚ ਕਿਸੇ ਨੇ ਯਾਦ ਕੀਤਾ ਹੋਊਗਾ? ਜਾਂ ਭਗਤ ਪ੍ਰਹਿਲਾਦ ਜੀ ਦੀ ਸਾਖੀ ਆਪਣੇ ਬੱਚਿਆਂ ਨੂੰ ਸੁਣਾਈ ਹੋਵੇ? ਸੁਣਾਈ ਹੈ ਤੁਸੀਂ ਬਈ ਆਹ ਦਿਨ ਦੇ ਉੱਪਰ
ਹੋਲੀ ਦਾ ਮਤਲਬ ਹੈ ਝੂਠ ਦੇ ਉੱਪਰ ਸੱਚ ਦੀ ਜਿੱਤ। ਬੱਚਿਆਂ ਨੂੰ ਇਹ ਚੀਜ਼ ਸਿਖਾਉਣੀ ਵੀ ਬੱਚਿਓ ਹਮੇਸ਼ਾ ਸੱਚ ਹੀ ਜਿੱਤਦਾ ਹੈ, ਝੂਠ ਨਹੀਂ ਜਿੱਤਦਾ। ਤੁਸੀਂ ਝੂਠ ਦਾ ਪੱਲਾ ਨਾ ਫੜਿਓ। ਆਤਮਿਕ ਅਵਸਥਾ ਨੂੰ ਡਿਵੈਲਪ ਕਰਨਾ, ਆਪਣੇ ਬੱਚਿਆਂ ਨੂੰ ਡਿਵੈਲਪ ਕਰਨਾ ਵੀ ਬੱਚਿਓ ਤੁਸੀਂ ਝੂਠ ਦਾ ਪੱਲਾ ਨਾ ਫੜਿਓ, ਹਮੇਸ਼ਾ ਸੱਚ ਸੱਚ ਹੋ ਕੇ ਜਿੱਤ ਜਾਂਦਾ। ਤੇ ਪਿਆਰਿਓ ਤੁਸੀਂ ਆਪਣੇ ਬੱਚਿਆਂ ਨੂੰ ਸੁਣਾਇਆ, ਸਾਖੀ ਸੁਣਾਈ। ਭਗਤ ਪ੍ਰਹਿਲਾਦ ਜੀ ਦਾ ਜੀਵਨ ਪੜ੍ਹਿਓ, ਕਿਤੇ ਰੋਂਗਟੇ ਖੜੇ ਹੋ ਜਾਂਦੇ, ਰੋਂਗਟੇ। ਜੇ ਭਗਤ ਪ੍ਰਹਿਲਾਦ ਜੀ ਦਾ ਜੀਵਨ ਆਪਾਂ ਰੋਜ਼ ਪੜ੍ਹਦੇ ਆ, ਸਿੱਖ ਦਾ ਰੋਜ਼ ਰਿਸ਼ਤਾ ਭਗਤ ਪ੍ਰਹਿਲਾਦ ਜੀ ਨੂੰ ਨੋਟ ਕਰਿਓ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਡਾ ਤਾਂ ਰਿਸ਼ਤਾ ਨਹੀਂ। ਭਗਤ ਪ੍ਰਹਿਲਾਦ ਜੀ ਨਾਲ ਰੋਜ਼ ਰਿਸ਼ਤਾ ਹੈ। ਜਦੋਂ ਸ਼ਾਮ ਨੂੰ ਪੋਥੀ ਚੱਕਣੀ ਹੈ, ਰੋਜ਼ ਕਹਿਣਾ ਹਰ ਜੁਗ ਜੁਗ ਭਗਤ ਪਾਇਆ। ਰੋਜ਼ ਕਹੋਗੇ ਤੁਸੀਂ। ਹਰਮੰਦਰ ਸਾਹਿਬ, ਕੇਸਗੜ੍ਹ ਸਾਹਿਬ, ਦਮਦਮਾ ਸਾਹਿਬ, ਹਜੂਰ ਸਾਹਿਬ, ਜਿੱਥੇ ਵੀ ਜਾਓਗੇ, ਪਟਨਾ ਸਾਹਿਬ, ਹਰ ਜੁਗ ਜੁਗ ਭਗਤ ਪਾਇਆ, ਰੋਜ਼ ਕਿਹਾ ਜਾਊਗਾ। ਹਰਨਾਕਸ਼ ਦੁਸ਼ਟ ਹਰ ਮਾਰਿਆ। ਹਰਨਾਕਸ਼ ਨੂੰ ਮਾਰਿਆ ਪਰਮੇਸ਼ਰ ਨੇ। ਤੇ ਪ੍ਰਹਿਲਾਦ ਨੇ ਨਾ ਪਿਆਰਿਓ, ਪ੍ਰਹਿਲਾਦ ਭਗਤ ਦੇਖੋ ਜਿਹਨੇ ਗੁਰੂ ਨਾਲ ਜੁੜਨਾ ਆ। ਤੁਹਾਨੂੰ ਤਾਂ ਹੁਣ ਅਸੀਂ ਇੱਥੇ ਇਹੀ ਗੱਲ ਕਹਿੰਦੇ ਆ, ਸਾਰੇ ਪ੍ਰਚਾਰਕ ਰਾਗੀ ਢਾਡੀ ਉਹ ਕਹਿੰਦੇ ਭਾਈ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੋ, ਬੱਚਿਆਂ ਨੂੰ ਵੀ ਬਿਠਾਓ। ਤੁਸੀਂ ਬੱਚਿਆਂ ਨੂੰ ਤਾਂ ਲਿਆਉਂਦੇ ਹੀ ਨਹੀਂ। ਆ ਤੁਹਾਡੇ ਨਾਲ ਦੱਸੋ ਕਿੰਨੇ ਕਿੰਨਾ ਬੱਚੇ ਆਏ। ਬੱਚਿਆਂ ਨੂੰ ਤਾਂ ਆਪਾਂ ਕੋਸ਼ਿਸ਼ ਹੀ ਨਹੀਂ ਕਰਦੇ ਵੀ ਲੈ ਕੇ ਚੱਲੀਏ, ਉਹਨਾਂ ਨੂੰ ਦਰਬਾਰ ਸਾਹਿਬ 'ਚ ਭਾਈਏ, ਉਹਨਾਂ ਨੂੰ ਬਹਿਣਾ ਸਿਖਾਈਏ, ਉਹਨਾਂ ਨੂੰ ਕਥਾ ਸੁਣਾਈਏ, ਉਹਨਾਂ ਦੀ ਲਗਨ ਲੱਗੇ। ਤਾਂ ਮੈਂ ਤਾਂ ਕਹਿਣਾ ਹੁੰਦਾ ਵੀ ਤੁਸੀਂ ਸੰਗਤ ਕਰਦੇ ਹੋ, ਤੁਹਾਡੇ ਬੱਚਿਆਂ ਨੂੰ ਪਤਾ ਹੋਊਗਾ ਵੀ ਬਾਬਾ ਨਰੈਣ ਸਿੰਘ ਜੀ ਨੇ ਸਾਨੂੰ ਭਾਗ ਲਾਏ, ਸਾਡੇ ਤੇ ਕਿਰਪਾ ਕੀਤੀ। ਨਹੀਂ ਪਤਾ। ਆ ਕਈ ਬਾਹਰਲੇ ਮੁਲਕਾਂ 'ਚ ਗਏ ਨੇ, ਇੱਥੋਂ ਸਭ ਦਾਤਾਂ ਬਾਬਾ ਜੀ ਦੇ ਦਰ ਤੋਂ ਲਈਆਂ। ਹੁਣ ਗਾਂ ਬੱਚਿਆਂ ਨੂੰ ਪਤਾ ਹੀ ਨਹੀਂ ਸਤਨਾਮ ਵਾਹਿਗੁਰੂ ਵੀ ਅੰਗੀਠਾ ਸਾਹਿਬ ਹੈ ਕਿੱਥੇ। ਕੀ ਕਰੋਗੇ ਭਾਈ? ਕੀ ਮਿਲੂਗਾ ਤੁਹਾਨੂੰ? ਫਿਰ ਜਿੱਦੇ ਤੁਹਾਨੂੰ ਲੋੜ ਪਈ, ਫਿਰ ਉਹ ਮਹਾਂਪੁਰਸ਼ਾਂ ਨੂੰ ਤੁਸੀਂ ਕਿਹੜਾ ਮੂੰਹ ਦਿਖਾਓਗੇ? ਤੁਸੀਂ ਮਹਾਂਪੁਰਸ਼ਾਂ ਦੀ ਕੋਈ ਆਪਣੇ ਬੱਚਿਆਂ ਨੂੰ ਅੱਗੇ ਭਾਵਨਾ ਪੈਦਾ ਕਰਨੀ, ਕੋਈ ਉਹਨਾਂ ਨੂੰ ਸਾਖੀ ਸੁਣਾਉਣੀ, ਕੋਈ ਉਹਨਾਂ ਦਾ ਮਨ ਗੁਰੂ ਪ੍ਰਤੀ, ਉਹਨਾਂ ਨੂੰ ਗੁਰੂ ਵਾਲੇ ਪਾਸੇ ਨੂੰ ਲੈ ਕੇ ਜਾਣਾ, ਇਹ ਕਿਹਦੀ ਡਿਊਟੀ ਬਣਦੀ ਹੈ? ਜਦੋਂ ਤੁਸੀਂ ਦਾਤਾ ਮੰਗਦੇ ਹੋ ਝੋਲੀ ਅੱਡ ਕੇ, ਬਾਬਾ ਜੀ ਪੁੱਤਰ ਮਿਲ ਗਏ, ਬਾਬਾ ਜੀ ਝੋਲੀ ਭਰ ਗਏ, ਤੇ ਜੇ ਪੁੱਤਰ ਮਿਲ ਗਿਆ ਫਿਰ ਪੁੱਤਰ ਨੂੰ ਮਹਾਂਪੁਰਸ਼ਾਂ ਦਾ, ਗੁਰੂਆਂ ਦਾ ਇਤਿਹਾਸ ਕਿਹਨੇ ਸੁਣਾਉਣਾ? ਉਹ ਕਿਹਦੀ ਡਿਊਟੀ ਹੈ? ਉਹ ਕੌਣ ਡਿਊਟੀ ਕਰੇਗਾ? ਕੌਣ ਜੋੜੇਗਾ? ਕਿਹਨੇ ਗੁਰੂ ਨਾਲ ਜੋੜਨਾ ਹੈ? ਪਰ ਜਿਹੜੇ ਸੰਸਕਾਰ ਨੇ ਨਾ ਪਿਆਰਿਓ, ਹੁਣ ਭਗਤ ਪ੍ਰਹਿਲਾਦ ਜੀ ਬਚਪਨ ਤੋਂ ਜੁੜੇ ਆ ਰੱਬ ਨਾਲ। ਪਿਤਾ ਕਹਿੰਦਾ ਸਾਰੇ ਹਰਨਾਕਸ਼ ਨੂੰ ਮੰਨੋ। ਉਹਨੇ ਮੰਦਰਾਂ 'ਚ ਵੀ, ਵਿਦਿਆਲਿਆਂ 'ਚ ਵੀ, ਘਰ 'ਚ ਵੀ ਜਿਹੜਾ ਹੰਕਾਰ ਹੈ ਨਾ ਭਾਈ, ਤੇ ਭਗਤ ਨਾਮਦੇਵ ਜੀ ਕਹਿੰਦੇ ਬਾਦਸ਼ਾਹ ਚੜਿਓ ਹੰਕਾਰ। ਇਹ ਹੰਕਾਰ ਕਈ ਤਰ੍ਹਾਂ ਦਾ ਹੈ, ਇਹਨੂੰ ਸਮਝ ਲਿਓ ਗੱਲ ਨੂੰ, ਬੜੀ ਸੌਖੀ ਜੀ ਮੈਂ ਸਮਝਾਵਾਂਗਾ। ਹੰਕਾਰ ਸੇਵਾ ਦਾ ਵੀ ਹੈ, ਹੰਕਾਰ ਨਾਮ ਜਪਣ ਦਾ ਵੀ ਹੈ, ਹੰਕਾਰ ਮਾਇਆ ਦਾ ਵੀ ਹੈ, ਹੰਕਾਰ ਰੂਪ ਦਾ ਵੀ ਹੈ, ਹੰਕਾਰ ਘਰ ਦਾ ਵੀ ਹੈ। ਕਈ ਤਰ੍ਹਾਂ ਦਾ ਹੰਕਾਰ। ਕਈਆਂ ਨੂੰ ਸੇਵਾ ਦਾ ਹੀ ਹੰਕਾਰ ਹੋ ਜਾਂਦਾ ਵੀ ਜੇ ਮੈਂ ਨਾ ਆਇਆ ਤੇ ਬਾਬਾ ਜੀ ਫਿਰ ਕੰਮ ਤੁਹਾਡਾ ਰੁਕ ਜਾਊਗਾ ਮੇਰੇ ਕੋਲ। ਕਈਆਂ ਦੇ ਇਹੀ ਮਨ ਦੇ ਵਿੱਚ ਤੇਈਆ ਤਾਪ ਚੜਿਆ ਰਹਿੰਦਾ 24 ਘੰਟੇ, ਜੀ ਜੇ ਮੈਂ ਨਾ ਆਇਆ ਫਿਰ ਦੇਖ ਲਿਓ ਫਿਰ ਕਿਵੇਂ। ਉਹ ਤੇਰੇ ਵਰਗੇ ਗੰਦਗੀ ਦੇ ਗੁਥਲੇ ਪਤਾ ਨਹੀਂ ਕਿੰਨੇ ਕਿੱਥੇ ਹੋ ਚਲੇ ਗਏ ਨਾ। ਤੂੰ ਗਾਂ ਦੀ ਕੋਈ ਗੱਲ ਕਰ, ਪਤਾ ਨਹੀਂ ਕਿੰਨੇ ਕੀੜੇ ਕਰਮ ਸਾਡੇ ਵਰਗੇ ਗੁਰੂ ਦੀ ਨਜ਼ਰ 'ਚ ਪਿਆਰਿਓ ਫਿਰਦੇ ਨੇ, ਪਤਾ ਨਹੀਂ ਕਿੰਨੇ ਕੁ। ਅਸੀਂ ਕੀ ਆਪਣੇ ਆਪ ਨੂੰ ਸਮਝਦੇ? ਅਸੀਂ ਤਾਂ ਹੱਥ ਜੋੜ ਕੇ ਕਹੀਏ ਬਾਬਾ ਜੀ ਸਾਨੂੰ ਬਖਸ਼ ਦਿਓ, ਸਾਨੂੰ ਕੀੜੇ ਕਰਮਾਂ ਨੂੰ ਚਾਰਨਾਂ ਨਾਲ ਲਾ ਲਓ, ਸਾਨੂੰ ਆਪਣੇ ਗੋਦ ਦੇ ਕੋਲ ਬਿਠਾ ਲਓ, ਸਾਨੂੰ ਆਪਣੇ ਚਰਨਾਂ ਦੇ ਕੋਲ ਬਿਠਾ ਲਓ। ਸਾਡੇ ਚ ਉਹਨੇ ਗੁਣ ਨਹੀਂ ਬਾਬਾ ਜੀ ਜਿੰਨਾ ਤੁਸੀਂ ਸਾਨੂੰ ਬਖਸ਼ੀ ਜਾਂਦੇ। ਅਸੀਂ ਤਾਂ ਇਹ ਬੇਨਤੀ ਹੋਵੇ ਸਾਡੀ ਤਾਂ ਇਹ ਅਰਦਾਸ ਹੋਵੇ ਵੀ ਬਾਬਾ ਜੀ ਸਾਡਾ ਪਤਾ ਨਹੀਂ ਤੁਸੀਂ ਕਿਹੜਾ ਪਿਛਲੇ ਯੁੱਗ ਦਾ ਗੁਣ ਦੇਖਦੇ ਹੋ ਜਿਹੜਾ ਤੁਸੀਂ ਸਾਨੂੰ ਫੇਰ ਆਪਣੇ ਕੋਲੇ ਬਿਠਾਈ ਜਾਂਦੇ। ਅਸੀਂ ਐਵੇਂ ਤੇਰੀ ਤਾਬ ਚਾੜੀ ਰੱਖਦੇ ਹਾਂ, ਮੈਂ ਸੇਵਾਦਾਰ, ਮੈਂ ਸੇਵਕ, ਮੈਂ ਜੀ ਸੇਵਾ ਕਰਦਾ, ਮੈਂ ਦਾਨ ਕਰਦਾ। ਕਈ ਥੋੜੇ ਜਿਹੇ ਦੇ ਕੇ ਨਾ ਦਾਨ ਤੇ ਐਂ ਕਰਨਗੇ ਵੀ ਬਾਬੇ ਨੂੰ ਤਾਂ ਮੁੱਲ ਹੀ ਲੈ ਲਿਆ, ਰਜਿਸਟਰੀ ਕਰਾ ਲਈ ਬਾਬੇ ਦੀ।
ਕੀ ਹੈ ਤੁਸੀਂ ਦੇ ਰਹੇ ਹੋ? ਤੁਸੀਂ 2 ਪੈਸੇ ਦੇ ਕੇ ਕੋਈ ਮੁੱਲ ਖਰੀਦ ਲਿਆ ਰੱਬ ਨੂੰ? ਤੁਹਾਡੇ ਮਨ 'ਚ ਗੱਲ ਅਸੀਂ ਦਾਨ ਕਰਤਾ, ਅਸੀਂ ਸਾਡਾ ਨਾਮ ਲਿਖ ਦਿਓ ਜੀ। ਪੱਖਿਆਂ ਦੇ ਵੀ ਨਾਮ ਕਈ ਥਾਈਂ ਅਸੀਂ ਦੀਵਾਨ ਲਾਉਣ ਜਾਈਦਾ, ਪੱਖਾ ਛੋਟਾ ਹੁੰਦਾ, ਨਾਮ ਦਾਦੇ ਪੜਦਾਦੇ ਦਾ ਬਾਪੂ ਦਾ ਵੀ ਲਿਖਿਆ ਹੁੰਦਾ ਪੱਖਾ। ਦੇਖ ਲਓ ਫਰਕ। ਤੁਸੀਂ ਗੁਰਦੁਆਰੇ ਕਈ ਏਸੀ ਲੱਗੇ ਹੁੰਦੇ ਨੇ, ਏਸੀ ਭਰਿਆ ਹੀ ਪਿਆ ਹੁੰਦਾ ਨਾਮ। ਕੀ ਕਰੋਗੇ ਤੁਸੀਂ? ਦਾਨ ਵੀ ਕੀਤਾ, ਛੱਡਿਆ ਵੀ ਨਹੀਂ ਤੁਸੀਂ। ਪਕੜ ਵੀ ਤੁਹਾਡੀ ਆਉਣੀ ਹੈ ਵੀ ਮੈਂ ਕੀਤਾ, ਮੈਂ ਕਰ ਰਿਹਾ। ਜੇ ਤੁਹਾਡੇ ਮਨ 'ਚ ਇਹ ਵੀ ਮੈਂ ਕਰ ਰਿਹਾ, ਤੁਹਾਡਾ ਦਾਨ ਕੀਤਾ ਨਿਸ਼ਫਲ ਹੈ ਗੁਰੂ ਦੇ ਪਿਆਰੇ। ਜੇ ਤੁਹਾਡੇ ਮਨ 'ਚ ਵੀ ਮੈਂ ਕਰ ਰਿਹਾ, ਤੁਸੀਂ ਤਾਂ ਕਹੋ ਮਹਾਰਾਜ ਤੁਸੀਂ ਮੇਰੇ ਤੇ ਤਰਸ ਕਰਕੇ ਕਰਾ ਰਹੇ ਹੋ ਮੈਥੋਂ। ਮੈਂ ਕਿੱਥੇ ਕਰਨ ਜੋਗਾ ਜੀ? ਮੈਂ ਕਿੱਥੇ ਕਰਨ ਜੋਗਾ? ਮੈਂ ਤਾਂ ਨਰਕ ਦਾ ਕੀੜਾ, ਮੈਂ ਤਾਂ ਹਸਪੀਟਲਾਂ 'ਚ ਧੱਕੇ ਖਾਂਦਾ ਫਿਰਦਾ, ਮੈਂ ਤੇ ਡਾਕਟਰਾਂ ਨੂੰ ਪੈਸੇ ਦਿੰਦਾ ਫਿਰਦਾ। ਇਹ ਤਾਂ ਮਹਾਰਾਜ ਤੁਸੀਂ ਮੇਰੇ ਤੇ ਤਰਸ ਕਰਕੇ ਸੰਗਤਾਂ ਦੀ ਸੇਵਾ 'ਚ ਮੈਥੋਂ ਥੋੜਾ ਬਹੁਤਾ ਤਿਰਫੁੱਲ ਪਵਾ ਲੈਂਦੇ ਹੋ। ਇਹ ਕਹਿਣਾ, ਇਹ ਮਨ ਦੀ ਸ਼ਰਧਾ ਹੋਵੇ। ਕੜਾਹ ਪ੍ਰਸ਼ਾਦ ਦੀ ਦੇਗ ਆਪਾਂ ਕਹਿੰਦੇ ਆ ਦੇਗ ਜੀ ਕਿੰਨੀ ਕਰਾਈਏ? ਲਓ ਸ਼ਰਧਾ ਦੀ ਗੱਲ ਹੈ। ਦੇਗ ਜਦੋਂ ਵਰਤਾਉਨੇ ਆ ਨਾ ਪਿਆਰਿਓ, ਵਰਤਾਉਨੇ ਆ, ਤੁਹਾਡੇ ਘਰ ਦਾ ਕਿਣਕਾ ਇਹਦੇ 'ਚ ਹੈ। ਘਰ ਦਾ ਕਿਣਕਾ ਤੁਹਾਡੇ ਘਰੋਂ ਆਇਆ ਕਿਣਕਾ ਬੜੀ ਸ਼ਰਧਾ ਨਾਲ। ਇਹ ਸਾਰਿਆਂ 'ਚ ਵਰਤਣਾ ਹੈ। ਜਿਹਨੇ ਛਕਣਾ ਹੈ ਰਸਨਾ ਤੇ ਰੱਖ ਕੇ ਉਹਨੇ ਕਹਿਣਾ ਸੱਚੇ ਪਾਤਸ਼ਾਹ ਜਿੰਨੀ ਸੰਗਤ ਆਈ ਹੈ ਮਾਲਕਾ ਸਾਰਿਆਂ ਨੂੰ ਖੁਸ਼ ਕਰਕੇ ਭੇਜੋ ਤੁਸੀਂ। ਕਹਿਣਾ ਨਾ, ਜੇ ਕਿਸੇ ਮਹਾਂਪੁਰਸ਼ ਨੇ ਛਕਣਾ, ਕਿਸੇ ਕਮਾਈ ਵਾਲੇ ਨੇ ਛਕਣਾ, ਉਹਨੇ ਕਹਿਣਾ ਮਹਾਰਾਜ ਜਿੰਨੀਆਂ ਤੁਹਾਡੀਆਂ ਸੰਗਤਾਂ ਆਈਆਂ ਸਾਰਿਆਂ ਨੂੰ ਝੋਲੀ ਭਰ ਕੇ ਭੇਜਿਓ। ਪਤਾ ਨਹੀਂ ਕਿਹਦੀ ਅਸੀਸ ਤੁਹਾਡੇ ਘਰ ਨੂੰ ਤਾਰ ਕੇ ਲੈ ਜਾਊਗੀ ਗੁਰੂ ਦੇ ਪਿਆਰੇ, ਤਾਰ ਕੇ ਲੈ ਜਾਊਗੀ ਅਸੀਸ। ਮਨ ਵਿੱਚ ਹੰਕਾਰ ਹੈ ਹਰਨਾਕਸ਼ ਦੇ, ਤੇ ਹਰਨਾਕਸ਼ ਨੇ ਜਦੋਂ ਹੰਕਾਰ ਕੀਤਾ ਨਾ ਪਿਆਰਿਓ, ਤੇ ਹਰਨਾਕਸ਼ ਦੇ 2 ਪੁੱਤਰ ਹੋਰ ਵੀ ਹੈ। ਨੋਟ ਕਰਿਓ ਗੱਲ। ਰਤਨ ਸਿੰਘ ਜੱਗੀ ਨੇ ਕਿਤਾਬ ਲਿਖੀ ਹੈ ਸਿੱਖ ਵੈਸ਼ਵ ਕੋਸ਼, ਉਹ ਪੜਿਓ। ਉਹ ਕਹਿੰਦਾ ਹੋਰ ਵੀ ਪੁੱਤਰ ਨੇ। ਉਹ ਸਾਰਿਆਂ ਨੂੰ ਕਹਿੰਦਾ ਵੀ ਤੁਸੀਂ ਕਿਹਦਾ ਦਿੱਤਾ ਖਾਂਦੇ ਹੋ? ਉਹ ਕਹਿੰਦੇ ਬਾਪੂ ਤੇਰਾ ਦਿੱਤਾ ਹੀ ਖਾਂਦੇ, ਅਸੀਂ ਹੋਰ ਕਿਹਦਾ ਦਿੱਤਾ ਖਾਣਾ? ਤੂੰ ਦੇ ਰਿਹਾ ਸੀ ਖਾ ਰਹੇ। ਤੇ ਭਗਤ ਪ੍ਰਹਿਲਾਦ ਨੂੰ ਜਦੋਂ ਪੜ੍ਹਨ ਲਾਇਆ ਨਾ ਪਿਆਰਿਓ, ਪ੍ਰਹਿਲਾਦ ਨੂੰ, ਤੇ ਜਿਹੜਾ ਪੜਾਉਣ ਵਾਲਾ ਨਾ ਉਹ ਦੋ ਪੜਾਉਂਦੇ ਨੇ ਸੰਡਾ ਮਾਰਕਾ। ਗੁਰਬਾਣੀ ਚ ਉਹਨਾਂ ਦਾ ਨਾਮ ਲਿਖਿਆ, ਮੈਂ ਤਾਂ ਬੇਨਤੀ ਕਰ ਰਿਹਾ ਤੁਹਾਨੂੰ। ਸੰਡਾ ਮਾਰਕਾ ਗੁਰੂ ਗ੍ਰੰਥ ਸਾਹਿਬ ਕਹਿੰਦੇ 2 ਪੜਾਉਂਦੇ ਨੇ ਭਗਤ ਜੀਆਂ ਨੂੰ, 2 ਸੰਡਾ ਤੇ ਮਾਰਕਾ। ਉਹ ਬੈਠੇ ਕਹਿੰਦੇ ਪ੍ਰਹਿਲਾਦ ਤੂੰ ਕਹਿ ਭਾਈ ਜਲੇ ਹਰਨਾਕਸ਼ ਥਲੇ ਹਰਨਾਕਸ਼ ਕਹਿ। ਅਸੀਂ ਵੀ ਉਦਾਂ ਹੀ ਕਹਿ ਦਿੰਦੇ ਨਾ ਪਿਆਰ। ਤੁਸੀਂ ਦੇਖਦੇ ਹੀ ਹੋ ਜਿਵੇਂ ਕੋਈ ਕਹਾਉਂਦਾ ਉਵੇਂ ਕਹੀ ਜਾਂਦੇ। ਉਹ ਕਹਿੰਦੇ ਕਹਿ ਇਹ ਗੱਲ। ਭਗਤ ਪ੍ਰਹਿਲਾਦ ਜੀ ਨੇ ਅੱਖਾਂ ਮੀਚ ਲਿਆ, ਕਹਿੰਦੇ ਮੂਰਖੋ ਹਰਨਾਕਸ਼ ਤਾਂ ਗੰਦਗੀ ਦਾ ਕੀੜਾ ਹੈ। ਜਲੇ ਹਰੀ ਥਲੇ ਹਰੀ, ਪਰਮਾਤਮਾ ਹੈ ਜਲ ਵਿੱਚ ਥਲ ਵਿੱਚ, ਹਰਨਾਕਸ਼ ਨਹੀਂ, ਤੁਸੀਂ ਝੂਠੇ ਹੋ। ਜਦੋਂ ਇੰਨੀ ਗੱਲ ਕਹੀ ਨਾ ਤੇ ਸੰਡਾ ਮਾਲਕਾ ਭੱਜ ਕੇ ਆ ਗਏ ਹਰਨਾਕਸ਼ ਕੋਲੇ। ਕਹਿੰਦੇ ਹਰਨਾਕਸ਼ ਜੀ ਤੁਸੀਂ ਦੂਜਿਆਂ ਨੂੰ ਚੀਜ਼ ਪਾਓਗੇ, ਤੁਹਾਡਾ ਤਾਂ ਪੁੱਤ ਹੀ ਨਹੀਂ ਜਪਦਾ ਨਾ। ਕਹਿੰਦੇ ਕੀ ਹੋ ਗਿਆ? ਕਹਿੰਦੇ ਸੰਡਾ ਮਾਲਕਾ ਜਾਏ ਪੁਕਾਰੇ। ਗੁਰੂ ਗ੍ਰੰਥ ਸਾਹਿਬ ਦੇ ਮੈਂ ਇੱਕ ਪੰਕਤੀ ਲਈ, ਸੰਡਾ ਮਾਲਕਾ ਜਾਏ ਪੁਕਾਰੇ, ਪ੍ਰਹਿਲਾਦ ਆਪ ਵਿਗੜਿਆ ਸਭੇ ਚਾਟੜੇ ਵਿਗੜੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਇਹ ਆਪ ਤਾਂ ਵਿਗੜਿਆ ਹੀ ਹੈ ਜੀ, ਇਹਨੇ ਤਾਂ ਸਾਰੇ ਹੀ ਵਿਗਾੜਦੇ, ਹੁਣ ਸਾਰੀ ਇਹਦੇ ਮਗਰ ਲੱਗ ਗਏ। ਕਹਿੰਦੇ ਹਰੀ ਹੋਈ ਹੈ ਸਾਰੇ ਪਾਸੇ, ਉਹ ਨਹੀਂ ਤੁਹਾਡਾ ਨਾਂ ਲੈਂਦੇ। ਤੇ ਹਰਨਾਕਸ਼ ਕਹਿੰਦਾ ਫਿਰ ਜੇ ਨਹੀਂ ਮੇਰਾ ਨਾਂ ਲੈਂਦਾ ਫਿਰ ਇਹਨੂੰ ਸਜ਼ਾ ਦੇ ਦਿਓ ਮੌਤ ਦੀ। ਕਹਿੰਦੇ ਜੀ ਕਿਵੇਂ ਦਈਏ? ਤੇ ਹਰਨਾਕਸ਼ ਦੇ ਨਾ ਪਿਆਰਿਓ ਭੈਣ ਹੈ ਹੋਲਕਾ। ਉਹਨੇ ਇੱਕ ਵਰ ਲਿਆ ਹੋਇਆ, ਇੱਕ ਚਾਦਰ ਉਹਨੂੰ ਮਿਲੀ ਹੋਈ ਹੈ। ਉਹਨੂੰ ਵਰ ਮਿਲਿਆ ਵੀ ਜੇ ਤੂੰ ਚਾਦਰ ਲਪੇਟ ਕੇ ਬਹਿ ਜਾਏਗੀ ਨਾ ਤੈਨੂੰ ਅੱਗ ਨਹੀਂ ਸਾੜ ਸਕੂ। ਉਹਨੂੰ ਵਰ ਮਿਲਿਆ ਹੋਇਆ। ਉਹ ਕਹਿੰਦੀ ਵੀਰਾ ਜੇ ਮੈਂ ਮਾਰ ਦਿਆਂ ਪਰ ਪ੍ਰਹਿਲਾਦ ਨੂੰ ਕਹਿੰਦੇ ਬੜੀ ਚੰਗੀ ਗੱਲ ਹੈ, ਮਾਰ ਦੇ। ਉਹ ਕਹਿੰਦੀ ਆਓ ਕਰੋ, ਅੱਗ ਬਾਲੋ, ਲੱਕੜਾਂ ਰੱਖੋ, ਘੀਰਾ ਪਾ ਲਿਆ ਬਹੁਤ ਵੱਡਾ।
ਉਹ ਕਹਿੰਦੀ ਮੈਂ ਗੋਦੀ ਚ ਪਾ ਕੇ ਬਹਿ ਜਾਊਂਗੀ ਤੇ ਉੱਤੋਂ ਦੀ ਲੈ ਲੂ ਚਾਦਰ, ਮੈਂ ਤਾਂ ਬਾਜੀ ਜਾਣਾ ਕਿਉਂਕਿ ਮੈਨੂੰ ਵਰ ਮਿਲਿਆ ਤੇ ਪ੍ਰਹਿਲਾਦ ਸੜ ਕੇ ਸਵਾਹ ਹੋ ਜਾਊਗਾ ਵਿੱਚੇ। ਬਾਣ ਲਈ ਅੱਗ, ਲੋਕ ਖੜੇ ਹੋ ਗਏ। ਮੈਂ ਹੋਲੀ ਦੀ ਗੱਲ ਕਰ ਰਿਹਾ ਵੀ ਹੋਲੀ ਕੀ ਹੈ। ਲੋਕ ਆਸੇ ਪਾਸੇ ਖੜੇ ਨੇ, ਅੱਗ ਲਾ ਦਿੱਤੀ ਗਈ ਤੇ ਜਿਹੜੇ ਸਿਪਾਹੀ ਨੇ ਨਾ ਉਹ ਆਸੇ ਪਾਸੇ ਨੱਚਦੇ ਫਿਰਦੇ ਨੇ ਤੇ 5 ਮਿੰਟਾਂ ਪਿੱਛੋਂ ਪੁੱਛਦੇ ਨੇ ਹੋਲਕਾ ਪ੍ਰਹਿਲਾਦ ਮਰ ਗਿਆ, ਹੋਲਕਾ ਪ੍ਰਹਿਲਾਦ ਮਰ ਗਿਆ। ਜਦੋਂ ਆਵਾਜ਼ ਨਾ ਆਈ 15-20 ਮਿੰਟ, ਕਹਿੰਦੇ ਜੀ ਦੇਖੋ ਫਰੋਲ ਕੇ ਅੱਗ ਤਾਂ ਮੱਚ ਗਈ, ਸਾਰੀ ਸਵਾਹ ਹੋ ਗਈ। ਜਦੋਂ ਪਿਆਰਿਓ ਦੇਖਣ ਗਏ ਨਾ, ਹੁਣ ਮਨ ਵਿੱਚ ਸੀ ਵੀ ਪ੍ਰਹਿਲਾਦ ਸੜ ਕੇ ਸਵਾਹ ਹੋ ਗਿਆ ਹੋਊਗਾ ਤੇ ਹੋਲਕਾ ਬਾਹਰ ਨਿਕਲ ਆਊਗੀ। ਪਰ ਪਿਆਰਿਓ ਇੱਕ ਗੱਲ ਯਾਦ ਰੱਖਿਓ, ਕਦੇ ਡਰਨਾ ਨਹੀਂ ਚਾਹੀਦਾ। ਆਪਾਂ ਡਰਦੇ ਰਹਿੰਦੇ ਨੇ, ਆਪਾਂ ਡਰਦੇ ਹੀ ਰਹਿੰਦੇ ਜੀ ਕੋਈ ਆਏ ਨਾ ਕਰ ਦੇਵੇ, ਉਹ ਨਾ ਕਰ ਦੇਵੇ। ਜਿੰਨਾ ਚਿਰ ਦਰਗਾਹ 'ਚ ਤੁਹਾਡੇ ਸਵਾਸ ਲਿਖੇ ਨੇ, ਤੁਹਾਨੂੰ ਕੋਈ ਮਾਰ ਨਹੀਂ ਸਕਦਾ। ਜਿੱਥੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿੰਨਾ ਚਿਰ ਤੁਹਾਡੀ ਪ੍ਰਮਾਤਮਾ ਨਾਲ ਜੁੜੀ ਹੈ ਤਾਰ, ਤੁਹਾਨੂੰ ਕੋਈ ਮਾਰ ਨਹੀਂ ਸਕਦਾ। ਤੇ ਜਿੱਦੇ ਤੁਹਾਡੀ ਦਰਗਾਹ 'ਚੋਂ ਤਾਰ ਕੱਟੀ ਗਈ, ਤੁਹਾਨੂੰ ਕੋਈ ਬਚਾ ਵੀ ਨਹੀਂ ਸਕਦਾ। ਇਹ ਪ੍ਰਮਾਤਮਾ ਦੇ ਹੱਥ ਵਿੱਚ ਹੈ। ਜੰਮਣ ਮਰਨਾ ਹੁਕਮ ਹੈ, ਇਹ ਹੁਕਮ ਦੀ ਖੇਡ ਹੈ। ਤੇ ਜਿਸ ਵੇਲੇ ਪਿਆਰਿਓ ਨੇੜੇ ਗਏ ਤੇ ਹੋਲਕਾ ਸੜ ਕੇ ਸਵਾਹ ਹੋ ਗਈ ਤੇ ਜਿਹੜੀ ਚਾਦਰ ਹੋਲਕਾ ਦੇ ਉੱਪਰ ਲਈ ਸੀ ਨਾ, ਉਹ ਚਾਦਰ ਉੱਡ ਕੇ ਪ੍ਰਹਿਲਾਦ ਦੇ ਉੱਤੇ ਪੈ ਗਈ। ਪ੍ਰਹਿਲਾਦ ਬੈਠਾ ਹਰੀ ਹਰੀ ਕਰੀ ਜਾਂਦਾ, ਹੋਲਕਾ ਸੜ ਕੇ ਸਵਾਹ ਬਣ ਗਈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹਦਾ ਰੱਬ ਰਾਖਾ ਹੋਵੇ। ਤੇ ਆਪਾਂ ਰੋਜ਼ ਇਹੀ ਪੜ੍ਹਦੇ ਆ ਨਾ ਪਿਆਰਿਓ, ਤਤੀ ਵਾਓ ਵੀ ਲੱਗਣ ਨਾ ਦੇਵੇ, ਜਿਨ੍ਹਾਂ ਦਾ ਰਾਖਾ ਆਪ ਵਾਹਿਗੁਰੂ। ਤਤੀ ਵਾਓ ਵੀ ਲੱਗਣ ਨਾ ਦੇਵੇ, ਜਿਨ੍ਹਾਂ ਦਾ ਰਾਖਾ ਆਪ ਵਾਹਿਗੁਰੂ। ਤਤੀ ਵਾਓ ਵੀ ਲੱਗਣ ਨਾ ਦੇਵੇ, ਜਿਨ੍ਹਾਂ ਦਾ ਰਾਖਾ ਆਪ ਵਾਹਿਗੁਰੂ। ਤਤੀ ਵਾਓ ਵੀ ਲੱਗਣ ਆਪਾਂ ਐਵੇਂ ਡੋਲੇ ਫਿਰਦੇ ਰਹਿੰਦੇ। ਆਪਣਾ ਮਨ ਦੇਖੋ ਕਿੰਨਾ ਡੋਲਿਆ। ਕਿਉਂ ਡੋਲਦਾ ਮਨ? ਇਹਦਾ ਇੱਕ ਕਾਰਨ ਹੈ। ਮਨ ਤਾਂ ਡੋਲਦਾ, ਅਸੀਂ ਕਿਸੇ ਮੁਰਸ਼ਿਦ ਦੇ ਬਣੇ ਨਹੀਂ ਭਾਈ। ਜੇ ਅਸੀਂ ਕਿਸੇ ਦੇ ਬਣੇ ਹੁੰਦੇ ਨਾ, ਅਸੀਂ ਹੱਥ ਜੋੜ ਕੇ ਕਹਿੰਦੇ ਜਿਹੜਾ ਸਾਡਾ ਹੋਇਆ ਆਪੇ ਬਚਾਊ ਸਾਨੂੰ। ਜਿਹੜਾ ਸਾਡਾ ਹੋਊ ਨਾ ਉਹ ਆਪੇ ਬਚਾਊਗਾ। ਪਰ ਹੁਣ ਸਾਡਾ ਤਾਂ ਹਿਸਾਬ ਇਹ ਹੈ, ਜਿਵੇਂ ਕਹਿੰਦੇ ਇੱਕ ਕਿਸ਼ਤੀ 'ਚ ਬੈਠੇ ਜਾਂਦੇ ਨੇ, ਇੱਕ ਸਿੱਖ ਹੈ, ਇੱਕ ਮੁਸਲਮਾਨ ਹੈ, ਇੱਕ ਹਿੰਦੂ ਹੈ।
ਉਹ ਕਿਸ਼ਤੀ ਲੱਗੀ ਗੋਤੇ ਖਾਣ ਡੁੱਬਣ। ਹਿੰਦੂ ਨੇ ਯਾਦ ਕੀਤਾ ਆਪਣੇ ਮਜ਼ਹਬ ਨੂੰ, ਉਹਨਾਂ ਨੇ ਬਾਂਹ ਫੜਾਈ ਕੱਢ ਲਿਆ। ਮੁਸਲਮਾਨ ਨੇ ਯਾਦ ਕੀਤਾ ਆਪਣੇ ਹਜ਼ਰਤ ਸਾਹਿਬ ਨੂੰ, ਉਹਨੇ ਬਾਂਹ ਫੜਾਈ ਕੱਢ ਲਿਆ। ਈਸਾਈ ਨੇ ਯਾਦ ਕੀਤਾ ਆਪਣੇ ਗੋਡ ਨੂੰ, ਬਾਂਹ ਫੜੀ ਕੱਢ ਲਿਆ। ਹੁਣ ਵਾਰੀ ਆ ਗਈ ਸਾਡੇ ਸਿੱਖ ਦੀ। ਤੇ ਤੁਹਾਨੂੰ ਪਤਾ ਵੀ ਭਾਈ ਇੱਥੇ ਤਾਂ ਦਿਨ ਥੋੜੇ ਆ ਤੇ ਕੱਢਣ ਵਾਲੇ ਵਾਲੇ ਆ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਈਆਂ ਨੂੰ ਤਾਂ ਮੈਂ ਕਹਿੰਦਾ ਗਿਣਤੀ ਵੀ ਭੁੱਲੀ ਪਈ ਹੋਊਗੀ, ਅਸੀਂ ਕਿਹਦੇ ਬਣੇ, ਗਿਣਤੀ ਵੀ ਭੁੱਲੀ ਪਈ ਹੋਊਗੀ। ਉਹਨੂੰ ਪੁੱਛ ਲਓ ਵੀ ਫਲਾਣੇ ਵੇਲੇ ਅੱਜ ਉੱਥੇ, ਕੱਲ ਨੂੰ ਉੱਥੇ, ਪਰਸੋਂ ਨੂੰ ਉੱਥੇ। ਉਹਨੂੰ ਕਹਿੰਦੇ ਵੀ ਤੂੰ ਵੀ ਧਿਆਲਾ ਹੁਣ ਕਿਸੇ ਨੂੰ ਡੁੱਬਦੀ ਜਾਂਦੀ ਬੇੜੀ। ਉਹਨੇ ਪਹਿਲਾਂ ਧਿਆਇਆ, ਆ ਜਾ ਫਲਾਣਾ ਬਾਬਾ ਜੀ ਮੈਨੂੰ ਲੈ ਜਾਓ ਕੱਢ ਕੇ। 2 ਮਿੰਟਾਂ ਪਿੱਛੋਂ ਕਹਿੰਦਾ ਵੀ ਪਤਾ ਨਹੀਂ ਬਾਬਾ ਜੀ ਆਉਣਗੇ ਕਿ ਨਹੀਂ। ਹੁਣ ਦੂਜੇ ਨੂੰ ਧਿਆ ਲਓ, ਛੇਤੀ ਆ ਜੂ। ਦੂਜੇ ਨੂੰ, ਤੀਜੇ ਨੂੰ, ਚੌਥੇ ਨੂੰ, 10-20 ਨੂੰ ਧਿਆ ਲਿਆ, ਬਾਂਹ ਕਿਸੇ ਨੇ ਵੀ ਨਾ ਫੜੀ, ਡੁੱਬ ਕੇ ਮਰ ਗਿਆ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅਸੀਂ ਕਿਸੇ ਦੇ ਬਣੇ ਹੀ ਨਹੀਂ ਭਾਈ। ਜੇ ਅਸੀਂ ਕਿਸੇ ਦੇ ਬਣ ਜਾਈਏ ਨਾ, ਉਹ ਸਾਨੂੰ ਡੁੱਬਦਿਆਂ ਨੂੰ ਕੱਢ ਲੈਣਗੇ, ਡੁੱਬਦਿਆਂ। ਕਿਉਂ ਲਾਜ ਹੁੰਦੀ ਹੈ ਨਾ। ਆ ਤੁਸੀਂ ਘਰਾਂ 'ਚ ਕੂਕਰ ਰੱਖੇ ਐ, ਜਿਹੜੇ ਕੂਕਰ ਦੇ ਪਟਾ ਪਾਇਆ ਉਹ ਮਾਲਕ ਦਾ ਤੇ ਮਾਲਕ ਨੂੰ ਉਹਦੀ ਲਾਜ ਹੈ। ਹੁਣ ਆਪਾਂ ਕਿਹੜੇ ਮਾਲਕ ਨੇ ਦੱਸੋ? ਆਪਾਂ ਕਿਹਨੂੰ ਮਨ 'ਚ ਧਾਰਿਆ, ਕਿਹਨੂੰ ਵਸਾਇਆ? ਤੇ ਜਿਸ ਵੇਲੇ ਜਾ ਕੇ ਦੇਖਿਆ ਨਾ, ਤੇ ਪ੍ਰਹਿਲਾਦ ਹਰੀ ਹਰੀ ਕਹਿੰਦਾ ਉੱਠਿਆ। ਲੋਕਾਂ ਨੇ ਬੜੀ ਖੁਸ਼ੀ ਮਨਾਈ। ਤੇ ਖੁਸ਼ੀ ਦੇ ਵਿੱਚ ਨਾ ਪਿਆਰਿਓ, ਲੋਕਾਂ ਨੇ ਜਿਹੜੀ ਸਵਾਹ ਸੀ ਉਹ ਸਵਾਹ, ਹੁਣ ਸੁਣਿਓ ਹੋਲੀ ਦਾ ਕੀ ਹੈ ਕਨਸੈਪਟ। ਜਿਹੜੀ ਸਵਾਹ ਸੀ ਨਾ, ਲੋਕਾਂ ਨੇ ਚੱਕ ਕੇ ਸਵਾਹ ਉਡਾਤੀ ਉੱਪਰ ਨੂੰ। ਕਹਿੰਦੇ ਪਾਪੀ ਉੱਡ ਗਿਆ ਤੇ ਹਰੀ ਦੇ ਭਗਤ ਨੂੰ ਸੇਕ ਨਹੀਂ ਲੱਗਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਪਾਪੀ ਉੱਡ ਗਿਆ, ਪਾਪੀ ਖਾਕ ਹੋ ਗਿਆ, ਹਰੀ ਦੇ ਭਗਤ ਨੂੰ ਰੱਬ ਨੇ ਸੇਕ ਨਹੀਂ ਲੱਗਣ ਦਿੱਤਾ। ਕਿਉਂ ਲੱਗਣ ਦੇਵੇ ਭਾਈ? ਜਿਹੜੇ ਹੈ ਹੀ ਉਹਦੇ ਨੇ। ਤਿਸ ਨੂੰ ਮਾਰੇ ਕੌਣ ਜਿਨ੍ਹਾਂ ਦਾ ਰਾਖਾ, ਜਿਨ੍ਹਾਂ ਦਾ ਰਾਖਾ। ਤਿਸ ਨੂੰ ਮਾਰੇ ਕੌਣ ਜਿਨ੍ਹਾਂ ਦਾ ਰਾਖਾ, ਜਿਨ੍ਹਾਂ ਦਾ ਰਾਖਾ। ਤਿਸ ਨੂੰ ਮਾਰੇ ਕੌਣ ਜਿਨ੍ਹਾਂ ਦਾ ਰਾਖਾ, ਜਿਨ੍ਹਾਂ ਦਾ ਰਾਖਾ। ਤਿਸ ਨੂੰ ਮਾਰੇ ਕੌਣ ਜਿਨ੍ਹਾਂ ਦਾ ਰਾਖਾ, ਜਿਨ੍ਹਾਂ ਦਾ ਰਾਖਾ। ਤਿਸ ਨੂੰ ਮਾਰੇ ਕੌਣ ਜਿਨ੍ਹਾਂ ਦਾ ਰਾਖਾ। ਕੋਈ ਰਸਨਾ ਬਾਝੀ ਨਾ ਰਹੇ। ਉਹ ਅਗਨੀ ਥਾਨ ਸਾਖੀ ਜਿਨ੍ਹਾਂ ਦਾ ਰਾਖਾ, ਜਿਨ੍ਹਾਂ ਦਾ ਅਗਨੀ ਥਾਨ ਸਾਖੀ ਜਿਨ੍ਹਾਂ ਦਾ ਰਾਖਾ, ਜਿਨ੍ਹਾਂ ਦਾ ਰਾਖਾ। ਕੋਈ ਅਗਨੀ ਥਾਨ ਨਾ ਸਕਦੀ ਜਿਨ੍ਹਾਂ ਦਾ ਰਾਖਾ, ਜਿਨ੍ਹਾਂ ਦਾ ਰਾਖਾ। ਅਗਨੀ ਥਾਨ ਨਾ ਸਕਦੀ ਜਿਨ੍ਹਾਂ ਦਾ ਰਾਖਾ, ਜਿਨ੍ਹਾਂ ਦਾ ਰਾਖਾ। ਅਗਨੀ ਥਾਨ ਨਾ ਸਕਦੀ। ਗੱਜ ਕੇ ਭੈਣੋ ਵਾਹ ਰਾਖਾ, ਜਿਨ੍ਹਾਂ ਦਾ ਰਾਖਾ। ਅਗਨੀ ਥਾਨ ਨਾ ਸਕਦੀ, ਅਗਨੀ ਥਾਨ ਨਾ ਸਕਦੀ, ਅਗਨੀ ਥਾਨ ਨਾ ਸਕਦੀ, ਅਗਨੀ ਥਾਨ ਨਾ ਸਕਦੀ। ਕੋਈ ਅਗਨੀ ਥਾਨ ਨਾ ਸਕਦੀ, ਅਗਨੀ ਥਾਨ ਨਾ ਸਕਦੀ। ਉਹਨੂੰ ਅਗਨੀ ਥਾਨ ਨਾ ਸਕਦੀ, ਅਗਨੀ ਥਾਨ ਨਾ ਸਕਦੀ। ਅਗਨੀ ਥਾਨ ਨਾ ਸਕਦੀ, ਅਗਨੀ ਥਾਨ ਅਗਨੀ ਥਾਨ ਨਾ ਸਕਦੀ, ਅਗਨੀ ਥਾਨ ਨਾ ਸਕਦੀ। ਅਗਨੀ ਥਾਨ ਨਾ ਸਕਦੀ, ਜਿਨ੍ਹਾਂ ਦਾ ਰਾਖਾ, ਜਿਨ੍ਹਾਂ ਦਾ। ਅਗਨੀ ਥਾਨ ਨਾ ਸਕਦੀ, ਜਿਨ੍ਹਾਂ ਦਾ ਰਾਖਾ, ਜਿਨ੍ਹਾਂ ਦਾ ਰਾਖਾ। ਕੋਈ ਅਗਨੀ ਥਾਨ ਨਾ ਸਕਦੀ, ਜਿਨ੍ਹਾਂ ਦਾ ਰਾਖਾ, ਜਿਨ੍ਹਾਂ ਦਾ ਰਾਖਾ। ਅਗਨੀ ਥਾਨ ਨਾ ਸਕਦੀ, ਜਿਨ੍ਹਾਂ ਦਾ ਰਾਖਾ, ਜਿਨ੍ਹਾਂ ਦਾ ਰਾਖਾ। ਥਾਨ ਨਾ ਸਕਦੀ, ਜਿਨ੍ਹਾਂ ਦਾ ਰਾਖਾ, ਜਿਨ੍ਹਾਂ ਦਾ ਰਾਖਾ। ਥਾਨ ਨਾ ਸਕਦੀ, ਜਿਨ੍ਹਾਂ ਦਾ ਰਾਖਾ, ਜਿਨ੍ਹਾਂ ਦਾ ਰਾਖਾ। ਮਹਾਰਾਜ ਕਹਿੰਦੇ ਜਿਸ ਕਾ ਰਾਖਾ ਮਾਰੇ ਤਿਸ ਕੌਣ। ਕੌਣ ਮਾਰੇ ਬਈ? ਤੁਸੀਂ ਲਾਓ ਘਰਾਂ 'ਚ ਪਹਿਰੇ, ਲਓ ਮਹਾਂਪੁਰਸ਼ਾਂ ਦੇ ਪਹਿਰੇ ਲਾ ਲਓ।
ਘਰਾਂ 'ਚ ਪਹਿਰੇ ਲੱਗ ਜਾਣਗੇ, ਕੋਈ ਤੁਹਾਡੇ ਘਰ ਦੀ ਦਹਲੀਜ਼ ਤੋਂ ਅੰਦਰ ਨਹੀਂ ਆ ਸਕੂਗਾ ਕੋਈ ਪਾਪੀ ਜੀ। ਐਵੇਂ ਨਹੀਂ ਇਹ ਗੱਲ। ਇੱਥੇ ਜਦੋਂ ਪਹਿਲੀ ਵਾਰੀ ਬੈਠੇ ਸਨ ਆ ਕੇ ਮਹਾਂਪੁਰਸ਼ਾਂ ਦਾ ਪਹਿਰਾ, ਉਹ ਕਹਿੰਦੇ ਸਾਡਾ ਪਹਿਰਾ ਹੋਊਗਾ। ਇਹ ਐਵੇਂ ਨਹੀਂ ਗੱਲ ਹੁੰਦੀ। ਤਾਤੀ ਬਾਉ ਨਾ ਲੱਗੇ ਪਾਰ ਬ੍ਰਹਮ ਸ਼ਰਨਾਈ। ਲਓ ਇੱਕ ਸ਼ਬਦ ਹੀ ਪੜ੍ਹ ਲਓ ਜੇ ਕਿਸੇ ਦੇ ਬਣੇ ਹੋਈ। ਜਦੋਂ ਕੋਈ ਵਿਅਕਤਾ ਆ ਜੇ, ਕੋਈ ਜਾ ਰਹੇ ਹੋ ਤੁਸੀਂ ਰਸਤੇ ਦੇ, ਕੋਈ ਵਿਅਕਤਾ ਆ ਜੇ, ਸ਼ਬਦ ਇਹ ਮਹਾਂਪੁਰਸ਼ਾਂ ਨੇ ਬਖਸ਼ੇ ਹੁੰਦੇ ਸੀ। ਅਸੀਂ ਤਾਂ ਕਦੇ ਪੁੱਛਦੇ ਹੀ ਨਹੀਂ ਆ, ਪੁੱਛੀਏ ਤਾਂ ਹੀ ਸੇਵਾ ਕਰੀਏ। ਸੇਵਾ ਅਸੀਂ ਕਰਨੀ ਨਹੀਂ ਚਾਹੁੰਦੇ, ਭੱਜੇ ਭੱਜੇ ਆਓ, ਭੱਜੇ ਭੱਜੇ ਮੁੜ ਜਾਓ। ਇੱਕ ਸ਼ਬਦ ਪੜ੍ਹ ਲਓ, ਇੱਕ ਸ਼ਬਦ ਗੁਰੂ ਸਾਹਿਬ ਉੱਥੇ ਸਹਾਈ ਹੋ ਜਾਣਗੇ, ਹਾਜ਼ਰ ਨਾਜ਼ਰ ਹੋ ਜਾਣਗੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉੱਥੇ ਹੀ ਹਾਜ਼ਰ ਹੋ ਜਾਣਗੇ। ਮਹਾਰਾਜ ਕਹਿਣਗੇ ਥਾਪੀ ਮਾਰ ਕੇ ਮੈਂ ਹਾਜ਼ਰ ਆ, ਵੀ ਡੋਲੀ ਨਾ ਤੇਰੇ ਨਾਲ ਹੀ ਖੜਾ, ਹਾਜ਼ਰ ਹੋ ਜਾਣਗੇ ਜੇ ਮਨ ਵਿੱਚ ਸ਼ਰਧਾ ਹੋ। ਹੁਣ ਭਗਤ ਪ੍ਰਹਿਲਾਦ ਬਚ ਗਿਆ ਤੇ ਜਿਹੜੀ ਸਵਾਹ ਸੀ ਨਾ, ਲੋਕਾਂ ਨੇ ਚੱਕ ਕੇ ਸਵਾਹ ਡਾਈ, ਹੌਲੀ ਹੌਲੀ ਸਵਾਹ ਬਦਲ ਕੇ ਰੰਗ ਬਣ ਗਿਆ। ਜਿਹੜਾ ਤੁਸੀਂ ਹੁਣ ਰੰਗ ਪਾਉਂਦੇ ਹੋ ਸਿੰਥੈਟਿਕ, ਆ ਰੰਗ ਨੇ ਅੱਖਾਂ ਗਵਾਈਆਂ ਕਈਆਂ ਦੀ, ਅੱਖਾਂ 'ਚ ਪੈ ਗਿਆ ਰੰਗ, ਅੱਖਾਂ ਚੱਲੀਆਂ ਗਈਆਂ। ਕੀ ਕੁਛ ਹੁੰਦਾ ਹੈ ਇਹ ਆ ਰੰਗ, ਜਿਹੜੇ ਨਕਲੀ ਰੰਗ ਆਪਾਂ ਪਾਉਂਦੇ ਆ, ਹੌਲੀ ਹੌਲੀ ਰੰਗਾਂ ਦੇ ਵਿੱਚ ਇਹ ਦੇਖੋ ਕਿੰਨੀ ਚਾਲ ਹੈ ਇਸ ਚੀਜ਼ ਦੀ। ਸਾਨੂੰ ਅਸਲੀਅਤ ਨਾਲੋਂ ਤੋੜਤਾ, ਰੰਗਾਂ ਨਾਲ ਜੋੜਤਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅਸਲੀਅਤ ਕੀ ਸੀ? ਵੀ ਸੱਚ ਦੀ ਜਿੱਤ, ਝੂਠ ਦੀ ਹਾਰ। ਆ ਸਾਡੇ ਗੁਰੂ ਸਾਹਿਬ ਦੀ ਸੋਚ ਦੇਖੋ ਭਾਈ, ਤਾਂ ਹੀ ਹੋਲਾ ਅੱਜ ਆਪਾਂ ਮਨਾਇਆ ਹੋਲਾ। ਹੁਣ ਤੁਸੀਂ ਕਹੋਗੇ ਵੀ ਹੋਲਾ ਤਾਂ 10ਵੇਂ ਪਾਤਸ਼ਾਹ ਨੇ ਮਨਾਇਆ ਹੀ, ਕਹੋਗੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੋਲਾ ਮਹੱਲਾ ਮਨਾਇਆ। ਨਹੀਂ ਉਹ ਪਿਆਰਿਓ, ਸ਼ਾਸਤਰਾਂ ਦੀ ਗੱਲ ਤਾਂ ਗੁਰੂ ਨਾਨਕ ਸਾਹਿਬ ਨੇ ਕਰਦੀ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆ ਜਿਹੜੇ ਸ਼ਾਸਤਰ ਆਪਾਂ ਧਾਰਦੇ ਆ ਨਾ, ਧਾਰਨ ਕਰਦੇ ਆ ਸ਼ਾਸਤਰ, ਆ ਰਾਤ ਦੇ ਸ਼ਾਸਤਰ ਧਾਰਨ ਆਈ। ਉੱਥੇ ਅਨੰਦਪੁਰ ਸਾਹਿਬ ਜਿਸ ਵੇਲੇ ਫਿਰਦੇ ਸੀਗੇ, ਗੁਰੂ ਸਾਹਿਬ ਆਪ ਕਹਿੰਦੇ ਨੇ, ਕਹਿੰਦੇ ਭਾਈ ਸੁਣੋ ਮੋਰੀ ਆਗਿਆ, ਸੁਣੋ ਹੈ ਪਿਆਰੇ, ਬਿਨਾ ਸ਼ਾਸਤਰ ਕੇ ਸਿੰਘ ਦੇਉ ਨੰਦ ਦਾਰੇ। ਕਹਿੰਦੇ ਜੇ ਅਨੰਦਪੁਰ ਬਿਨਾ ਸ੍ਰੀ ਸਾਹਿਬ ਤੋਂ ਆਇਆ ਨਾ, ਤੈਨੂੰ ਮੇਰੇ ਦਰਸ਼ਨ ਹੋਣੇ ਹੀ ਨਹੀਂ ਹੈ। ਲਓ, ਜੇ ਅਨੰਦਪੁਰ ਬਿਨਾ ਸ੍ਰੀ ਸਾਹਿਬ, ਤੇਰੇ ਕੋਲੇ ਸ੍ਰੀ ਸਾਹਿਬ ਹੀ ਹੈ ਨਹੀਂ, ਤੇਰੇ ਕੋਲੇ ਗੁਰੂ ਦਾ ਸ਼ਾਸਤਰ ਹੀ ਹੈ ਨਹੀਂ, ਤੈਨੂੰ ਦਰਸ਼ਨ ਨਹੀਂ ਗੁਰੂ ਸਾਹਿਬ ਕਹਿੰਦੇ ਹੋਣੇ। ਤੂੰ ਸ਼ਾਸਤਰ ਲੈ ਕੇ ਆ, ਕੇਸ ਲੈ ਕੇ ਆ, ਕੇਸ 'ਚ ਕੰਘਾ ਹੋਵੇ, ਤੇਰੇ ਸਿਰ ਤੇ ਦਸਤਾਰਾ ਹੋਵੇ, ਹੱਥ 'ਚ ਤੇਰੇ ਸ਼ਾਸਤਰ ਬਸਤਰ ਹੋਣ, ਐਨ ਤੂੰ ਚੜ੍ਹਦੀ ਕਲਾ 'ਚ ਹੋਵੇਂ। ਤੈਨੂੰ ਗੁਰੂ ਸਾਹਿਬ ਕਹਿੰਦੇ ਜਦੋਂ ਆਵੇਂਗਾ, ਤੈਨੂੰ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਬੈਠਾ ਮੈਂ ਖੁਦ ਮਿਲੂੰਗਾ। ਸਿੰਘਾ ਤੂੰ ਆਈ ਜਦੋਂ ਮਰਜੀ ਆ ਜੀ, ਮਨ ਬਣਾ ਤੈਨੂੰ ਦਰਸ਼ਨ ਹੋਣ। ਗੁਰੂ ਨਾਨਕ ਸਾਹਿਬ ਨੇ ਪਿਆਰਿਓ, ਮੈਂ ਇੱਕ ਹੀ ਟੂਕ ਦੇਣੀ ਹੈ, ਸਮਾਪਤੀ ਵੱਲ ਆਵਾਂ। ਜਿਸ ਵੇਲੇ ਬਾਬਰ ਚੜ੍ਹ ਕੇ ਆਇਆ ਨਾ, ਬਾਬਰ, ਹੁਣ ਬਾਣੀ ਚੋਂ ਲੈ ਲਓ ਇਹ ਗੱਲ, ਮੈਂ ਤਾਂ ਤੁਹਾਡੇ ਅੱਗੇ ਰੱਖਣੀ ਹੈ, ਤੁਸੀਂ ਆਪ ਨਿਰਣਾ ਕਰ ਲਿਓ। ਜਿਸ ਵੇਲੇ ਬਾਬਰ ਆਇਆ ਤੇ ਪੀਰ ਇਕੱਠੇ ਹੋ ਗਏ, ਪੀਰ ਸੀਗੇ ਬੜੇ ਉੱਥੇ, ਪੀਰ ਫਕੀਰ। ਉਹ ਕਹਿੰਦੇ ਨਾ ਰਾਜਿਆਂ ਨੂੰ, ਕਹਿੰਦੇ ਭਾਈ ਬਾਬਰ ਤੋਂ ਬਚਣਾ? ਉਹ ਕਹਿੰਦੇ ਹਾਂਜੀ ਬਚਣਾ। ਪੀਰ ਫਕੀਰ ਕਹਿੰਦੇ ਬਾਬਰ ਤੋਂ ਬਚਣਾ? ਉਹ ਕਹਿੰਦੇ ਬਚਣਾ। ਕਹਿੰਦੇ ਇੱਕ ਤਰੀਕਾ ਹੈਗਾ। ਉਹ ਕਹਿੰਦੇ ਦੱਸੋ ਕੀ? ਕਹਿੰਦੇ ਅਸੀਂ ਮੰਤਰ ਮਾਰਾਂਗੇ, ਫੌਜ ਸਾਰੀ ਫਨਾ ਹੋ ਜੂ, ਫੌਜ ਪਿੱਛੇ ਮੁੜ ਜੂ, ਤੁਸੀਂ ਬਚ ਜਾਓਗੇ। ਉਹ ਕਹਿੰਦੇ ਚੰਗਾ ਭਾਈ ਤੁਸੀਂ ਤਿਆਰੀ ਕਰੋ। ਮੰਤਰਾਂ ਦੀ ਤਾਂ ਤਿਆਰੀ ਕਰਦੇ ਰਹੇ, ਸ਼ਸਤਰ ਕਿਸੇ ਨੇ ਵੀ ਨਹੀਂ ਚੁੱਕਿਆ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਪੜ੍ਹ ਲਓ ਬਾਣੀ। ਕਹਿੰਦੇ ਕੋਟੀ ਹੂੰ ਪੀਰ ਵਰਦ ਰਹਾਏ, ਜਾਂ ਮੀਰ ਸੁਣਿਆ ਧਾਇਆ। ਜਦੋਂ ਸੁਣਿਆ ਨਾ ਵੀ ਆਉਂਦਾ ਬਾਬਰ ਚੜ੍ਹ ਕੇ, ਤੇ ਕਹਿੰਦੇ ਲੱਖਾਂ ਪੀਰ ਬਹਿ ਗਏ। ਕੋਈ ਮੁਗਲ ਨਾ ਹੋਆ ਅੰਦਾ, ਕਿਨੇ ਨਾ ਪਰਚਾ ਲਾਇਆ। ਬੜੇ ਮੰਤਰ ਮਾਰੇ, ਅੰਨਾ ਕੋਈ ਨਹੀਂ ਹੋਇਆ। ਬਾਬਰ ਸਭ ਕੁਝ ਲੁੱਟ ਕੇ ਲੈ ਗਿਆ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ
ਨਾਨਕ ਸਾਹਿਬ ਨੇ ਉੱਥੇ ਫਿਰ ਬੋਲੀ ਮਾਰੀ, ਕਹਿੰਦੇ ਓਏ ਜੇ ਤੁਹਾਡੇ ਕੋਲੇ ਸ਼ਾਸਤਰ ਹੁੰਦਾ ਤੁਹਾਨੂੰ ਕੋਈ ਲੁੱਟ ਕੇ ਨਹੀਂ ਲਿਜਾ ਸਕਦਾ। ਬਿਨਾਂ ਸ਼ਾਸਤਰ ਨਰੰਗ ਭੇਟ ਜਾਣੋ, ਕਹਿੰਦੇ ਬੰਦਾ ਭੇਟ ਦੇ ਸਮਾਨ ਹੈ, ਜਿਹਦੇ ਕੋਲ ਸ਼ਾਸਤਰ ਨਹੀਂ ਜਿੱਧਰ ਮਰਜ਼ੀ ਲੈ ਜਾਓ ਕਰ ਖੜਾ। ਜੇ ਸ਼ਾਸਤਰ ਹੀ ਨਹੀਂ ਹੈ ਕੋਲੇ, ਗੁਰੂ ਦਾ ਬਖਸ਼ਿਆ ਸ਼ਾਸਤਰ ਹੀ ਨਹੀਂ ਕੋਲੇ, ਤੇ ਭੇਟ ਵਰਗਾ ਜਦੋਂ ਮਰਜ਼ੀ ਲੈ ਜਾਓ। ਤੇ ਪਿਆਰਿਓ ਕਲਗੀਧਰ ਮਹਾਰਾਜ ਨੇ ਫਿਰ ਦੂਸਰੇ ਪਾਤਸ਼ਾਹ ਦਾ ਵੇੜਾ ਆਇਆ, ਮਹਾਰਾਜ ਨੇ ਪਿਆਰਿਓ ਮੱਲ ਅਖਾੜੇ ਬਣਾਏ। ਤੀਜੇ ਪਾਤਸ਼ਾਹ ਦਾ ਵੇੜਾ ਆਇਆ, ਸਤਿਗੁਰਾਂ ਨੇ ਸ਼ਾਸਤਰ ਦੀ ਗੱਲ ਕੀਤੀ, ਤੇ ਛੇਵੇਂ ਪਾਤਸ਼ਾਹ ਨੇ ਦੋ ਤਲਵਾਰਾਂ ਬੰਨੀਆਂ। ਦੋ ਤਲਵਾਰਾਂ ਵਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਦੋ ਬੰਨੀਆਂ ਗੁਰੂ ਸਾਹਿਬ ਨੇ, ਦੋ, ਇੱਕ ਮੀਰੀ ਦੀ ਇੱਕ ਪੀਰੀ ਦੀ। ਤੇ ਜਦੋਂ ਵੇਲਾ 10ਵੇਂ ਪਾਤਸ਼ਾਹ ਦਾ ਆਇਆ, ਓਏ ਅਸੀਂ ਤਾਂ ਦੂਰ ਹੋ ਗਏ ਸ਼ਾਸਤਰਾਂ ਤੋਂ। ਅੱਜ ਕਿਸੇ ਨੂੰ ਅੰਮ੍ਰਿਤ ਛਕਣ ਨੂੰ ਕਹਿ ਦਈਏ ਨਾ, ਉਹ ਕਹਿੰਦੇ ਬਾਬਾ ਜੀ ਕਿਰਪਾਨ ਨਹੀਂ ਪਾ ਹੋਣੀ, ਲੈ ਮਿਲ ਜੂ ਬਾਜਾਂ ਵਾਲੇ ਨੂੰ ਛੇਤੀ ਜਾਂਦਾ ਹੀ। ਕਿਰਪਾਨ ਦਾ ਭਾਰ ਲੱਗਦਾ ਹੈ, ਕਿਰਪਾਨ ਨਹੀਂ ਜੀ ਪਾ ਹੋਣੀ, ਅੰਮ੍ਰਿਤ ਤਾਂ ਛਕ ਲਈ, ਕੀ ਤੈਨੂੰ ਗੁਰੂ ਫਿਰ ਖੁਸ਼ੀ ਹੋ ਜੂ ਤੇਰੇ। ਤੇ ਪਿਆਰਿਓ ਸਾਡੇ ਤਾਂ ਨਾਮ ਹੀ ਸ਼ਾਸਤਰਾਂ ਤੇ ਰੱਖੇ ਹੋਏ। ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਕੀ ਸੀ? ਤਿਆਗ ਮੱਲ। ਪਹਿਲਾ ਨਾਮ ਪੜ੍ਹ ਕੇ ਦੇਖੋ ਇਤਿਹਾਸ, ਪਹਿਲਾ ਨਾਮ ਤਿਆਗ ਮੱਲ ਸੀ। ਤੇ ਜਿਸ ਵੇਲੇ ਸਤਿਗੁਰ ਨੇ ਜੰਗ ਵਿੱਚ ਦੇਖਿਆ ਗੁਰੂ ਤੇਗ ਬਹਾਦਰ ਮਹਾਰਾਜ ਨੂੰ, ਤੇ ਜਦੋਂ ਦੇਖਿਆ ਨਾ ਤਲਵਾਰ ਦੇ ਜ਼ੋਰ ਦਿਖਾਉਂਦੇ, ਤੇ ਪਾਤਸ਼ਾਹ ਨੇ ਬਚਨ ਕੀਤਾ, ਉਹ ਤੁਸੀਂ ਤਿਆਗ ਮੱਲ ਨਹੀਂ, ਤੁਸੀਂ ਤਾਂ ਤੇਗ ਬਹਾਦਰ ਹੋ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਦੇਖੋ ਨਾਮ ਵੀ ਤੇਗ ਤੇ ਹੈ, ਕਿਰਪਾਨ ਤੇ ਹੈ। ਤੇ 10ਵੇਂ ਪਾਤਸ਼ਾਹ ਨੇ ਤਾਂ ਫਿਰ ਕਿਰਪਾ ਕਰ ਦਿੱਤੀ ਨਾ ਪਿਆਰ। ਹੁਣ ਕਿਤੇ ਸਮਾਂ ਬਣਿਆ ਆਪਾਂ ਇਤਿਹਾਸ ਨੂੰ ਖੋਲਾਂਗੇ ਵੀ ਕਿਵੇਂ ਗੁਰੂ ਸਾਹਿਬ ਨੇ ਸ਼ਾਸਤਰ ਪ੍ਰਗਟ ਕੀਤਾ। ਤੇ ਮਹਾਰਾਜ ਕਹਿੰਦੇ ਸਿੰਘੋ ਅਨੰਦਪੁਰ ਸਾਹਿਬ ਆ ਜਾਓ, ਚਿੱਠੀਆਂ ਭੇਜਦੀਆਂ। ਕਹਿੰਦੇ ਲੋਕ ਹੋਲੀਆਂ ਖੇਡਦੇ ਨੇ, ਇੱਕ ਦੂਜੇ ਤੇ ਰੰਗ ਪਾਉਂਦੇ ਨੇ, ਗੰਦਗੀ ਪਾਉਂਦੇ ਨੇ। ਆ ਦੇਖਦੇ ਹੋ ਤੁਸੀਂ, ਗੋਹਾ ਹੀ ਪਾਈ ਜਾਂਦੇ ਨੇ ਇੱਕ ਦੂਜੇ ਤੇ, ਗੋਹਾ ਹੀ। ਦੇਖੋ ਕਿ ਕਿੰਨੀ ਗੰਦਗੀ ਦੀ ਖੇਡ ਹੈ ਭਾਈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਿੰਘੋ ਆਪਾਂ ਹੋਲੀਆਂ ਲੋਕਾਂ ਵਾਂਗੂ ਨਹੀਂ ਖੇਡਣੀ, ਆਪਾਂ ਹੋਲੀ ਇਸ ਢੰਗ ਨਾਲ ਖੇਡਣੀ ਹੈ। ਜੇ ਕੋਈ ਹਰਨਾਕਸ਼ ਚੜ ਕੇ ਆਊਗਾ ਨਾ, ਤੇ ਮੈਂ ਸਿੱਖ ਨੂੰ ਇਹੋ ਜਿਹਾ ਪ੍ਰਹਲਾਦ ਬਣਾਉਂਗਾ, ਸਿੱਖ ਹਰਨਾਕਸ਼ ਦਾ ਮੂੰਹ ਭੰਨ ਦਿਆ ਕਰੂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਹੋ ਜਿਹਾ ਸਿੱਖ ਪ੍ਰਹਲਾਦ ਬਣੂਗਾ, ਇਹੋ ਜਿਹਾ ਗੁਣ ਸਿੱਖ ਚ ਪਾਵਾਂਗਾ। ਜੇ ਕੋਈ ਹਰਨਾਕਸ਼ ਬਣ ਕੇ ਆਊਗਾ, ਸਿੱਖ ਹਰਨਾਕਸ਼ ਦਾ ਮੂੰਹ ਤੋੜ ਕੇ ਜਵਾਬ ਦੇਊਗਾ। ਤੇ ਪਿਆਰਿਓ ਸਤਿਗੁਰੂ ਪਾਤਸ਼ਾਹ ਕਹਿੰਦੇ ਸਿੰਘੋ ਲੋਕ ਖੇਡਦੇ ਨੇ, ਪਰ ਆਪਾਂ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ। 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 ਕਾਂਦੀਆਂ ਹੋਲੀਆਂ ਹੋਲਾ ਏ। ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ। ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ।
ਪਾਤਸ਼ਾਹ। ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ। ਮਹਾਰਾਜ ਕਹਿੰਦੇ ਭਾਈ ਵੱਖਰੀ ਖੇਡ। ਤੇ ਪਿਆਰਿਓ ਗੁਰੂ ਸਾਹਿਬ ਨੇ ਕਿਲਾ ਲੋਹਗੜ੍ਹ ਬਣਾਇਆ। ਨੋਟ ਕਰਿਓ ਗੱਲ। ਆ ਹੁਣ ਜਿਹੜੇ ਜਾਂਦੇ ਨੇ ਨਾ, ਇੰਨਾ ਅਫਸੋਸ ਹੋਇਆ ਮੈਨੂੰ। ਉਹ ਇੱਕ ਟੀਵੀ ਵਾਲਾ ਰਿਪੋਰਟਰ ਨਾ ਪਿਆਰਿਓ ਨੂੰ ਰਿਪੋਰਟ ਲੈਂਦਾ, ਪਰਸੋਂ ਚੌਥੇ ਦੀ ਗੱਲ ਹੈ। ਉਹਨੇ 10 ਟਰਾਲੀਆਂ ਵਾਲਿਆਂ ਨੂੰ ਪੁੱਛਿਆ, ਨੌਜਵਾਨਾਂ ਨੂੰ। ਉਹਨੇ ਆਏ ਬੈਕ ਮੂਹਰੇ ਕਰਕੇ ਪੁੱਛਦਾ ਹੈ, ਕਹਿੰਦਾ ਵੀਰੋ ਤੁਸੀਂ ਆਨੰਦਪੁਰ ਆਏ ਹੋ ਤੇ ਤੁਸੀਂ ਇੱਕ ਗੱਲ ਦੱਸੋ ਵੀ ਜਿਹੜਾ ਹੋਲਾ ਮਹੱਲਾ ਹੈ ਇਹਦਾ ਅਰਥ ਕੀ ਹੈ, ਕੀ ਇਤਿਹਾਸ ਹੈ? ਪਿਆਰਿਓ ਬਦਕਿਸਮਤੀ ਨਹੀਂ, 10 ਟਰਾਲੀਆਂ ਤੇ ਕਿਸੇ ਨੌਜਵਾਨ ਨੂੰ ਇਤਿਹਾਸ ਦਾ ਨਹੀਂ ਪਤਾ। ਇਹ ਬਦਕਿਸਮਤੀ ਨਹੀਂ। ਕੀ ਕਰਨ ਜਾਂਦੇ ਅਸੀਂ ਪਤਾ ਕੀ ਕਰਨ ਜਾਂਦੇ ਹਾਂ? ਬਈ ਫਲਾਣੇ ਪਿੰਡ ਵਾਲਿਆਂ ਦੀ ਤਾਂ ਖੀਰ ਬਣਦੀ ਹੈ ਕਿਤੇ, ਵਾਹਿਗੁਰੂ ਵਾਹਿਗੁਰੂ। ਫਲਾਣੇ ਪਿੰਡ ਵਾਲੇ ਤੇ ਜਲੇਬੀਆਂ, ਵਾਹਿਗੁਰੂ ਵਾਹਿਗੁਰੂ। ਫਲਾਣਿਆਂ ਦੇ ਭਾਈ ਸਬਜ਼ੀ ਆ ਸਬਜ਼ੀਆਂ ਤਾਂ ਬਾਜ਼ਾਰ ਚੋਂ ਖਾ ਲਓ ਜਿੰਨੀਆਂ ਮਰਜ਼ੀ, ਜਲੇਬੀਆਂ ਮਿਲਦੀਆਂ ਨਹੀਂ ਬਾਜ਼ਾਰਾਂ 'ਚ। ਅਸੀਂ ਗਏ ਆਨੰਦਪੁਰ ਹਾਂ ਤੇ ਪਤਾ ਸਾਨੂੰ ਇਹ ਵੀ ਨਹੀਂ ਆਨੰਦਪੁਰ ਦਾ ਇਤਿਹਾਸ ਕੀ ਹੈ। ਇਹ ਤੋਂ ਵੱਡੀ ਲਾਹਨਤ ਕੋਈ ਹੋ ਨਹੀਂ ਸਕਦੀ। ਅਸੀਂ ਸਿੱਖ ਹਾਂ ਤੇ ਸਾਨੂੰ ਹੋਲੇ ਮਹੱਲੇ ਦਾ ਪਤਾ ਹੀ ਨਹੀਂ ਵੀ ਹੋਲਾ ਮਹੱਲਾ ਕਿਹਨੂੰ ਕਹਿੰਦੇ। ਬਾਲ ਕੱਟੇ ਨੇ। ਅਗਰ ਰਾਤ ਅਸੀਂ ਜਾਈਏ, ਇੱਕ ਟਰੈਕਟਰ ਦੇ ਉੱਤੇ ਡੈਕ ਲੱਗਾ ਹੋਇਆ ਤੇ ਗਾਣੇ ਉਹਨਾਂ ਦੇ ਲਾਏ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਹੂੰ ਮੈਂ ਕਰੋ ਨਿਵਾਸ, ਚੱਕ ਦਿਆਂਗੇ ਖਾਲਸਾ। ਇਧਰੋਂ ਆ ਗਿਆ, ਇਧਰ ਉੱਠ ਗਿਆ। ਤੇ ਜਦੋਂ ਪਿਆਰਿਓ ਉੱਤੇ ਨਿਗਾਹ ਮਾਰੀ ਨਾ ਤੇ 10 ਜਾਣੇ ਬੈਠੇ ਤੇ ਸਿਰ ਤੇ ਕਿਸੇ ਦੇ ਵੀ ਇੱਕ ਜੂੜਾ ਨਹੀਂ, ਇੱਕ ਜੂੜਾ ਵੀ ਨਹੀਂ ਸੀ। ਇਹ ਖਾਲਸਾ ਪਤਾ ਨਹੀਂ ਕਿਹਨੂੰ ਸਮਝੀ ਜਾਂਦੇ ਨੇ। ਮੈਂ ਹੈਰਾਨ ਹਾਂ। ਇਹਨਾਂ ਭਾਦਾ ਵੀ ਕੋਈ ਹੋਰ ਬੰਦਾ ਹੈ ਜਿਹੜਾ ਖਾਲਸਾ। ਆਪ ਕੁੱਚ ਕੀਤੀਆਂ ਹੋਈਆਂ ਨੇ ਦਾੜੀਆਂ। ਕਈ ਤਾਂ ਤਾਜ਼ੀਆਂ ਮਨਾ ਕੇ ਜਾਂਦੇ, ਕਹਿੰਦੇ ਉੱਥੇ 5-4 ਦਿਨ ਲੱਗ ਜਾਣੇ, ਫਿਰ ਲੜਦੀ ਜੀ ਰਹੋ, ਪਹਿਲਾਂ ਹੀ ਮਨਾ ਚੱਲੀ ਕੇ ਜਾਂਦੇ। ਉੱਥੇ ਲੜਦੀ ਰਹੂਗੀ ਦਾੜੀ, ਪਹਿਲਾਂ ਹੀ ਸ਼ੇਪ ਕਰਾ ਚੱਲੋ ਜਾਂਦੇ ਜਾਂਦੇ। ਆ ਚੱਲੇ ਆਨੰਦਪੁਰ ਨੂੰ ਹੈ 10ਵੇਂ ਪਾਤਸ਼ਾਹ ਕੋਲੇ ਹੋਲੇ ਮਹੱਲੇ ਤੇ। ਪਹਿਲਾਂ ਨਾਈ ਮੂਹਰੇ ਜਾ ਕੇ ਕਹਿੰਦੇ ਮੁੱਲ ਦੇ ਉਹ ਗੁਰੂ ਸਾਹਿਬ ਜੁੱਤੀਆਂ ਮਾਰਨਗੇ ਤੁਹਾਡੇ ਸਿਰ 'ਚ ਵੀ ਤੁਸੀਂ ਕੀ ਹੋ। ਅਸੀਂ ਕੱਲ ਉੱਥੇ ਗੱਲ ਕਰਦੇ ਸੀਗੇ, ਨਾਲ ਸਰਪੰਚ ਸਾਹਿਬ ਹੋਣੀ ਸੀਗੇ। ਅਸੀਂ ਜਦੋਂ ਵਾਪਸ ਆਈਏ, ਮੈਂ ਕਿਹਾ ਮਹਾਰਾਜ ਉਹ ਟਿੱਬੀ ਤੇ ਬੈਠੇ ਨੇ। ਮੈਂ ਕਿਹਾ ਦੇਖ ਕੇ ਮਹਾਰਾਜ ਕੀ ਸੋਚਦੇ ਹੋਣਗੇ, ਕੀ ਕਹਿੰਦੇ ਹੋਣਗੇ ਭਾਈ ਦਇਆ ਸਿੰਘ ਵਰਗਿਆਂ ਨੂੰ। ਭਾਈ ਦਇਆ ਸਿੰਘ ਆਹ ਜਿਹੜੇ ਫਿਰਦੇ ਕੌਣ ਹੈ? ਇਹ ਸਿੱਖ ਹੈ ਕਿ ਕੌਣ ਹੈ? ਇਹ ਕਿਹੜੀ ਕੌਮ ਦੇ ਬੰਦੇ ਨੇ? ਕੋਈ ਸਿੱਖ ਤਾਂ ਹੈ ਨਹੀਂ। ਇਹ ਨਾ ਦਾੜੀ ਹੈ ਇਹਨਾਂ ਕੋਲੇ, ਨਾ ਕੇਸ ਹੈ, ਨਾ ਇਹਨਾਂ ਦਾ ਕੋਈ ਬਾਣਾ ਹੈ, ਨਾ ਇਹਨਾਂ ਕੋਲੇ ਕੋਈ ਸ਼ਕਤਰ ਹੈ। ਤੇ ਗੁਰੂ ਸਾਹਿਬ ਪੁੱਛਦੇ ਹੋਣਗੇ ਵੀ ਹੈ ਕੌਣ ਇਹ, ਕਿਹੜੀ ਕੌਮ ਦੇ ਹੈ? ਕੀ ਦੱਸਾਂਗੇ ਆਪਾਂ? ਨਾ ਕਿਸੇ ਗੁਰੂ ਦੇ ਬਣੇ, ਨਾ ਕਿਸੇ ਪੀਰ ਦੇ ਬਣੇ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਰਹਿ ਗਏ ਨਾ ਬੇਗੁਰੇ ਅਸੀਂ। ਤੇ ਪਿਆਰਿਓ ਹੁਣ ਆਪਾਂ ਇੱਕ ਦਿਨ ਯਾਦ ਰੱਖਿਓ, ਅੱਜ ਤਰੀਕ ਪਾ ਲਓ ਅੱਜ ਦੀ। ਜਿਸ ਦਿਨ ਲੋੜ ਪੈ ਗਈ ਨਾ ਤੇ ਬਚਾਉਣਾ ਸਾਨੂੰ ਸ਼ਸਤਰਾਂ ਨਹੀਂ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ 84 ਆਈ ਸੀ ਨਾ ਤੇ ਲਾਲਿਆਂ ਨੇ ਵੀ ਸਿਰ ਤੇ ਖੱਟੇ ਸੋਪੇ ਬੰਨ ਲਏ ਸੀ। ਦੇਖ ਲਓ ਇਤਿਹਾਸ। ਤੇ ਉਸ ਵੇਲੇ ਘਰਾਂ 'ਚ ਕਿਸੇ ਦੇ ਸ਼ਸਤਰ ਨਹੀਂ ਲੱਭਿਆ, ਗਲਾਂ 'ਚ ਟਾਇਰ ਪਾ ਸਾੜਤੇ ਦਿੱਲੀ 'ਚ। ਇੱਕ ਘਰ 'ਚ ਨਹੀਂ ਰਾਈਫਲ ਲੱਭੀ, ਇੱਕ ਘਰ 'ਚ ਨਹੀਂ ਸ਼ਸਤਰ ਲੱਭਿਆ, ਟਾਇਰ ਪਾ ਕੇ ਗਲਾਂ 'ਚ ਸਾੜਤੇ। ਕਿੱਡੀ ਦੁਰਮਤੀ ਕੀਤੀ ਸਿੱਖ ਕੌਮ ਦੀ। ਕਿਉਂ ਕੀਤੀ? ਅਸੀਂ ਆਪ ਦਾ ਘਰ ਭੁੱਲ ਗਏ ਨਾ ਭਾਈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਸੀਂ ਆਪਣਾ ਵਿਰਸਾ ਭੁੱਲ ਗਏ। ਨਾ ਸਾਡੇ ਕੋਲੇ ਦਾੜੀ, ਨਾ ਸਾਡੇ ਕੋਲੇ ਕੇਸ, ਨਾ ਸਾਡੇ ਕੋਲੇ ਕੋਈ ਸ਼ਸਤਰ। ਅਸੀਂ ਤਾਂ ਪਤਾ ਹੀ ਨਹੀਂ ਕਿਹਦੇ ਆ। ਮੈਂ ਤਾਂ ਹੈਰਾਨ ਆ ਵੀ ਕਿਹੜੀ ਕੌਮ ਦੇ ਅਸੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਲਾ ਬਣਾਇਆ ਲੋਹਗੜ੍ਹ ਦਾ ਤੇ ਸਿੰਘਾਂ ਨੂੰ ਸੱਦ ਕੇ 2 ਪਾਰਟੀਆਂ ਬਣਾਈਆਂ। ਇੱਕ ਪਿਆਰਿਓ ਕਿਲੇ 'ਚ ਨੇ, ਇੱਕ ਬਾਹਰੋਂ ਚੜ੍ਹਾਈ ਕਰਕੇ ਆਉਂਦੇ ਨੇ। ਮਹਾਰਾਜ ਕਹਿੰਦੇ ਸਿੰਘੋ ਇੱਕ ਦੂਜੇ ਨਾਲ ਮੁਕਾਬਲਾ ਕਰੋ, ਤੁਹਾਨੂੰ ਟ੍ਰੇਨਿੰਗ ਕਰਾਈਏ ਵੀ ਜੰਗ ਯੁੱਧ ਕਿਵੇਂ ਲੜੀਦਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆਹ ਹੋਲਾ ਮਹੱਲਾ ਸੀ ਭਾਈ, ਜੰਗ ਯੁੱਧ ਕਿਵੇਂ ਲੜੀਦਾ। ਇਹ ਗੁਰੂ ਸਾਹਿਬ ਨੇ ਸਿਖਾਇਆ ਉੱਥੇ। ਕਹਿੰਦੇ ਆਓ ਤੁਹਾਨੂੰ ਸਿਖਾਈਏ ਵੀ ਜੇ ਕੋਈ ਜਾਨਮ ਚੜ ਕੇ ਆਵੇ ਉਹਦਾ ਮੂੰਹ ਕਿਵੇਂ ਭੰਨਣਾ ਹੈ। ਤੇ ਪਿਆਰਿਓ ਜਿਹੜਾ ਪਹਿਲਾ ਹੋਲਾ ਮਹੱਲਾ ਸੀ ਨਾ, 1 ਦਿਨ ਨਹੀਂ, 2 ਦਿਨ ਨਹੀਂ, ਪੂਰੇ 7 ਦਿਨ ਚੱਲਿਆ ਸੀ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ।
7 ਦਿਨ ਚੱਲਿਆ ਸੀ ਹੋਲਾ ਮਹੱਲਾ। ਐਤਕੀ ਤਾਂ ਆ ਥੋੜੀ ਜਿਹੀ ਕਿਰਪਾ ਕਰੋਨਾ ਵਾਇਰਸ ਦੀ ਹੋ ਗਈ, ਸਾਰੇ ਭੱਜਿਆ, ਕੋਈ ਨਹੀਂ ਠਹਿਰਿਆ, ਸਭ ਭੱਜਿਆ। ਕਹਿੰਦੇ ਕਰੋਨਾ ਵਾਇਰਸ, ਕਰੋਨਾ। ਉਹ ਕੱਲ ਤੇ ਸਾਡੇ ਨਾਲ ਕਹਿੰਦਾ ਬਾਬਾ ਜੀ ਡਾਕਟਰ ਤਾਂ ਕਹਿੰਦੇ ਜਾਓ ਨਾ। ਮੈਂ ਕਿਹਾ ਕਿਤੇ ਨਹੀਂ ਡੁੱਬਦਾ ਤੂੰ, ਚੱਲ ਗਾ ਹੋ। 10ਵੇਂ ਪਾਤਸ਼ਾਹ ਆਪ ਹਾਜ਼ਰ ਨਾਜ਼ਰ ਹੈ। ਉਹ ਇਹਨਾਂ ਨੇ ਨਾਦਰ ਸ਼ਾਹ ਨੂੰ ਮੋੜਤਾ, ਇਹਨਾਂ ਨੇ ਵੱਡੇ ਵੱਡੇ ਬਾਦਸ਼ਾਹ ਦੇ ਮੂੰਹ ਭੰਨਤੇ। ਇੱਥੇ ਕਰੋਨਾ ਕਿੱਥੇ ਖੜੂਗਾ? ਤੂੰ ਹੋ ਗਾ ਨੂੰ ਬਣਾ ਚੱਲ ਸਤਿਗੁਰਾਂ ਕੋਲ। ਸਾਨੂੰ ਭਰੋਸਾ ਹੀ ਨਹੀਂ ਹੈ ਭਾਈ ਗੁਰੂ ਤੇ, ਸਾਨੂੰ ਯਕੀਨ ਹੀ ਨਹੀਂ ਹੈ ਗੁਰੂ ਤੇ ਸਤਿਗੁਰੂ ਪਾਤਸ਼ਾਹ ਨੇ ਜਦੋਂ ਅਖੀਰਲਾ ਦਿਨ ਹੋਇਆ ਤੇ ਮਹਾਰਾਜ ਕਮਰੇ ਦੇ ਵਿੱਚੋਂ ਆਏ ਬਾਹਰ, ਜਿਵੇਂ ਕਮਰੇ ਦੇ ਵਿੱਚ ਨੇ ਸਤਿਗੁਰੂ, ਤੇ ਜਦੋਂ ਕਮਰੇ ਦੇ ਵਿੱਚੋਂ ਬਾਹਰ ਆਏ, ਹੱਥ ਦੇ ਵਿੱਚ ਗੁਲਾਬ ਫੜਿਆ, ਮਜੀਠਾ ਰੰਗ ਆਏ ਮਹਾਰਾਜ ਬਰਸਾਉਂਦੇ ਆਉਂਦੇ ਸਾਰੇ। ਜਿਵੇਂ ਹੁਣ ਫੌਜਾਂ, ਨਿਹੰਗ ਸਿੰਘ ਫੌਜਾਂ, ਤੁਸੀਂ ਜਲੌਤਾ ਦੇਖਿਓ ਉੱਥੇ ਜਾ ਕੇ, ਕਿਤੇ ਦੇਖ ਕੇ ਤਾਂ ਆਇਓ ਮਹੱਲਾ, ਤੁਹਾਨੂੰ ਆਏ ਲੱਗੂਗਾ ਵੀ ਆਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਉਂਦੇ ਸੀ। ਆਏ ਗੁਲਾਬ ਪਾਉਂਦੇ ਨੇ ਉੱਤੇ, ਤੇ ਜਦੋਂ ਗੁਲਾਬ ਪਾਉਂਦੇ ਨੇ ਨਾ, ਭਾਈ ਸਾਹਿਬ ਭਾਈ ਨੰਦ ਲਾਲ ਜੀ ਭੱਜ ਕੇ ਮੂਹਰੇ ਹੋ ਗਏ। ਆਓ ਸਮਾਪਤੀ ਕਰੀਏ, ਸਮਾਂ ਹੋ ਗਿਆ। ਭਾਈ ਨੰਦ ਲਾਲ ਜੀ ਨਾ ਆਪ ਲਿਖਦੇ ਆਪਣੀ ਰਚਨਾ ਚ, ਉਹ ਕਹਿੰਦੇ ਮੈਂ ਭੱਜ ਕੇ ਮੂਹਰੇ ਹੋ ਗਿਆ, ਹੱਥ ਜੋੜ ਲਏ, ਹੱਥ ਜੋੜ ਕੇ ਅੱਖਾਂ ਚੋਂ ਹੰਝੂ ਆ ਕੇ ਬਾਜਾਂ ਵਾਲਿਆ, ਅੱਜ ਜੋ ਤੂੰ ਦੁਨੀਆ ਨੂੰ ਰੰਗ ਦੇ ਵਿੱਚ ਰੰਗ ਰਿਹਾ ਨਾ, ਮਹਾਰਾਜ ਕਿਰਪਾ ਕਰਿਓ ਥੋੜਾ ਜਿਹਾ ਰੰਗ ਮੇਰੇ ਗਰੀਬ ਨੂੰ ਵੀ ਚਾੜ ਦਿਓ, ਕਿਰਪਾ ਕਰੋ ਐਸਾ ਰੰਗ ਚਾੜੋ ਜਿਹੜਾ ਕਦੇ ਵੀ ਨਾ ਉਤਰੇ। ਮਹਾਰਾਜਾ ਸਾਡੇ ਤੇ ਵੀ ਰੰਗ ਪਾ ਦਿਓ, ਸਾਨੂੰ ਵੀ ਆਪਣੇ ਰੰਗ 'ਚ ਰੰਗ ਲਓ। ਭਾਈ ਨੰਦ ਲਾਲ ਜੀ ਕਹਿੰਦੇ ਮੈਂ ਦੇਖਿਆ ਜਿਸ ਵੇਲੇ ਸਤਿਗੁਰੂ ਸੰਗਤਾਂ ਵਿੱਚ ਆਉਂਦੇ ਨੇ ਤੇ ਕੀ ਆਨੰਦ ਵਰਤਦਾ, ਉਹ ਆਖਰੀ ਪੰਕਤੀ ਪੜ੍ਹੀਏ। ਮੇਰਾ ਬਾਜਾਂ ਵਾਲਾ ਖੇਡਦਾ ਅਨੰਦਪੁਰ ਦੇ ਵਿੱਚ ਹੋਲਾ, 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 ਬਾਜਾਂ ਵਾਲਾ ਖੇਡਦਾ ਅਨੰਦਪੁਰ ਦੇ ਵਿੱਚ ਹੋਲਾ, ਮੇਰਾ ਕਲਸੀਆਂ ਵਾਲਾ ਖੇਡਦਾ ਅਨੰਦਪੁਰ ਦੇ ਵਿੱਚ ਹੋਲਾ, ਬਾਜਾਂ ਵਾਲਾ ਖੇਡਦਾ ਅਨੰਦਪੁਰ ਦੇ ਵਿੱਚ ਹੋਲਾ, ਮੇਰਾ ਬਾਜਾਂ ਵਾਲਾ ਖੇਡਦਾ ਅਨੰਦਪੁਰ ਦੇ ਵਿੱਚ ਹੋਲਾ, ਬਾਜਾਂ ਵਾਲਾ ਖੇਡਦਾ ਅਨੰਦਪੁਰ ਦੇ ਵਿੱਚ ਹੋਲਾ, ਮੇਰਾ ਬਾਜਾਂ ਵਾਲਾ ਖੇਡਦਾ ਅਨੰਦਪੁਰ ਦੇ ਵਿੱਚ ਹੋਲਾ, ਮੇਰਾ ਬਾਜਾਂ ਵਾਲਾ ਖੇਡਦਾ ਅਨੰਦਪੁਰ ਦੇ ਵਿੱਚ ਹੋਲਾ, ਬਾਜਾਂ ਵਾਲਾ ਖੇਡਦਾ, 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 ਕਲਗੀਆਂ 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 ਵਾਲਾ ਖੇਡਦਾ, ਮੇਰਾ ਬਾਜਾਂ ਵਾਲਾ ਖੇਡਦਾ ਅਨੰਦਪੁਰ ਦੇ ਵਿੱਚ ਹੋਲਾ, ਬਾਜਾਂ ਵਾਲਾ ਖੇਡਦਾ ਅਨੰਦਪੁਰ ਦੇ ਵਿੱਚ ਹੋਲਾ, ਭਾਈ ਨੰਦ ਲਾਲ ਜੀ ਕਹਿੰਦੇ ਮਹਾਰਾਜ ਕਿਰਪਾ ਕਰੋ ਮੇਰੇ ਗਰੀਬ ਨੂੰ ਵੀ ਰੰਗ ਚਾੜ। ਆਏ ਹੋਲਾ ਮਹੱਲਾ ਮਹਾਰਾਜ ਨੇ ਤੇ ਭਜਨ ਕੀਤਾ। ਕਹਿੰਦੇ ਆਨੰਦਪੁਰੀਏ ਤੂੰ ਅਫਸੋਸ ਨਾ ਕਰੀ, ਜਿੱਦੇ ਮਹਾਰਾਜ ਛੱਡ ਕੇ ਜਾਣ ਲੱਗੇ ਆਨੰਦਪੁਰ ਨੂੰ, ਕਹਿੰਦੇ ਅਫਸੋਸ ਨਾ ਕਰੀ,
ਆਨੰਦਪੁਰੀਏ ਮੇਰੇ ਸਿੰਘ ਆਇਆ ਕਰਨਗੇ ਤੇਰੇ ਤੇ ਹੋਲੇ ਮਹੱਲੇ ਖੇਡਿਆ ਕਰਨਗੇ। ਹੁਣ ਦੱਸੋ ਵੀ ਕਿਹੜੇ ਜਾਣਗੇ? ਆ ਜਾਣਗੇ ਜਿਹੜੇ ਨੱਤੀਆਂ ਪਾਈ ਫਿਰਦੇ ਕੰਨਾਂ 'ਚ, ਆ ਜਾਣਗੇ ਬੋਦੀਆਂ ਛੱਡੀ ਫਿਰਦੇ ਸਿਰ ਤੇ। ਉਹ ਕੱਲ ਇੱਕ ਫੋਟੋ ਦਿਖਾਉਣ, ਉੱਥੇ ਕਿਸੇ ਦਾ ਸਿਰ ਮੁੰਨਿਆ ਨੌਜਵਾਨ ਦਾ, ਗਰਾਊਂਡ ਜਿਹਾ ਬਣਾਇਆ ਉੱਤੇ, ਉਹਦੇ ਥੱਲੇ ਲਿਖਿਆ ਹੋਇਆ, ਕਹਿੰਦੇ ਜਿਹਨੇ ਤੈਨੂੰ ਜੰਮਿਆ ਧਾਨੋ ਮਾਈ, ਜਿਹਨੇ ਤੈਨੂੰ ਮੁੰਨਿਆ ਧਾਨੋ ਨਾਈ। ਧੰਨ ਨਾਈ ਆ, ਕਹਿੰਦੇ ਕੋਈ ਧੰਨ ਨਹੀਂ ਕਰਦਾ ਕੰਮ। ਆ ਦੇਖ ਗਰਾਊਂਡ ਹੀ ਬਣਾਉਂਦਾ ਸਿਰ ਤੇ। ਆ ਹਾਲ ਹੈ ਭਾਈ ਦੇ ਕਿਹੋ ਜਿਹੇ ਡਿਜ਼ਾਈਨ, ਕਈ ਦਾੜੀਆਂ ਰੱਖੀ ਫਿਰਦੇ, ਮੁੱਛਾਂ ਕੱਟੀ ਫਿਰਦੇ, ਸਿਰ ਕੱਟੀ ਫਿਰਦੇ, ਮੁਸਲਮਾਨ ਬਣ ਗਏ ਮੁਸਲਮਾਨ। ਜਿਨ੍ਹਾਂ ਨੇ 10ਵੇਂ ਪਾਤਸ਼ਾਹ ਸਾਰੀ ਜ਼ਿੰਦਗੀ ਲੋਹਾ ਲੈਂਦੇ ਰਹੇ, ਬੱਚੇ ਸ਼ਹੀਦ ਕਰਵਾਤੇ, ਆਨੰਦਪੁਰ ਛੱਡਤਾ, ਇਹ ਭੱਜ ਕੇ ਉਹਨਾਂ ਦੀ ਬੁੱਕਲ 'ਚ ਬਹਿਣ ਨੂੰ ਤਿਆਰ ਹੈ, ਉਹਨਾਂ ਵਰਗੇ ਬਣਨ ਨੂੰ ਤਿਆਰ ਹੈ। ਸਾਡੀ ਗੁਰੂ ਬਿਨਾਂ ਕਿਸੇ ਨੇ ਬਾਂਹ ਨਹੀਂ ਫੜਨੀ, ਗੁਰੂ ਗੋਬਿੰਦ ਸਿੰਘ ਮਹਾਰਾਜ ਬਿਨਾਂ ਕਿਸੇ ਨੇ ਬਾਂਹ ਨਹੀਂ ਫੜਨੀ ਭਾਈ। ਆਓ ਸਾਰੀ ਸੰਗਤ ਨੂੰ ਕਰੋੜ ਕਰੋੜ ਵਾਰ ਵਧਾਈਆਂ ਹੋਲੇ ਮਹੱਲੇ ਦੀਆਂ। ਆਓ ਹੁਣ ਆਪਾਂ ਸਮਾਪਤੀ ਕਰੀਏ, ਸਮਾਂ ਹੋ ਗਿਆ। ਸਤਿਗੁਰੂ ਕਿਰਪਾ ਕਰਨ, ਜਿੰਨੀ ਸੰਗਤ ਵੀ ਆਈ ਹੈ ਸਾਰਿਆਂ ਨੂੰ ਜੀ ਆਇਆਂ ਨੂੰ ਬਹੁਤ ਵਧਾਈਆਂ ਹੋਲੇ ਮਹੱਲੇ ਦੀਆਂ। ਕਿਉਂਕਿ ਬਾਬਾ ਜੀ ਧੰਨ ਧੰਨ ਸੰਤ ਬਾਬਾ ਨਰੈਣ ਸਿੰਘ ਜੀ ਮਹਾਂਪੁਰਸ਼, ਤਿਆਰ ਪਰ ਤਿਆਰ ਫੌਜ ਔਰ ਮਹਾਂਪੁਰਸ਼ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਅੱਜ ਤਾਂ ਉਹ ਵੀ ਖੁਸ਼ੀਆਂ ਦੇ ਵਿੱਚ ਬੈਠੇ ਹੋਣਗੇ ਸੰਗਤ ਜੀ, ਖੁਸ਼ੀਆਂ ਦੇ ਵਿੱਚ। ਕਿਉਂਕਿ ਮਹਾਂਪੁਰਸ਼ ਤਿਆਰ ਪਰ ਤਿਆਰ ਫੌਜ ਔਰ ਫਰਲੇ ਸਜੇ ਹੁੰਦੇ ਸੀ ਉਹਨਾਂ ਦੇ ਸੀਸ ਤੇ। ਧੰਨ ਧੰਨ ਸੰਤ ਬਾਬਾ ਨਰੈਣ ਸਿੰਘ ਜੀ ਮਹਾਰਾਜ। ਐ ਫਰਲੇ ਇੱਥੇ ਫਰਲਾ ਸਜਦਾ ਸੀ ਬਾਬਾ ਜੀ ਸਿਰ ਦੇ ਉੱਪਰ। ਐ ਕਰਮਾਨ ਸ੍ਰੀ ਸਾਹਿਬ ਸਜਾ ਕੇ ਬੈਠੇ ਸੀ, ਫੌਜ ਤਿਆਰ ਪਰ ਤਿਆਰ ਸੀ ਮਹਾਂਪੁਰਸ਼। ਤੋਂ ਆਓ ਆਪਾਂ ਉਹਨਾਂ ਤੋਂ ਖੁਸ਼ੀਆਂ ਦੀ ਦਾਤ ਆਪਣੀ ਝੋਲੀ ਵਿੱਚ ਪਾਈਏ। ਜੀ ਆਇਆਂ ਨੂੰ ਸਾਰੀ ਸੰਗਤ ਨੂੰ। ਹੁਣ ਆਪਾਂ ਗੁਰੂ ਸਤੋਤਰ ਪੜ੍ਹ ਕੇ ਅਰਦਾਸ, ਫਿਰ ਹੁਕਮਨਾਮੇ ਸਾਹਿਬ ਔਰ ਗੁਰੂ ਸਾਹਿਬਾਂ ਦਾ ਸਵਾਰਾ ਆਪਾਂ ਨਿੱਜੀ ਸਥਾਨ ਤੇ ਪਾਤਸ਼ਾਹ ਨੂੰ ਵਿਰਾਜਮਾਨ ਕਰਕੇ ਫਿਰ ਬਚਨਾਂ 'ਚ, ਕਿਉਂਕਿ ਆਪ ਸੰਗਤਾਂ ਨੇ ਜਾਣਾ ਵੀ ਹੈ ਤੇ ਸਮਾਂ ਵੀ ਮੌਸਮ ਵੀ ਉਦਾਂ ਦਾ ਹੈ। ਸੋ ਆਪ ਬੜੇ ਪਿਆਰ ਨਾਲ, ਬੜੀ ਸੁਹਿਰਦਤਾ ਦਿਖਾਇਆ ਕਰੋ। ਜਦੋਂ ਬਚਨਾਂ 'ਚ ਥੋੜੇ ਜਿਹੇ ਹਾਜ਼ਰੀ ਆਪ ਸੰਗਤ ਭਰਦੇ ਹੋ, ਥੋੜੀ ਜਿਹੀ ਸੁਹਿਰਦਤਾ ਦਿਖਾਇਆ ਕਰੋ, ਉੱਥੇ ਧੱਕਾ ਨਾ ਕਰਿਆ ਕਰੋ, ਥੋੜਾ ਜਿਹਾ ਸ਼ਾਂਤੀ ਦਿਖਾਇਆ ਕਰੋ, ਫਿਰ ਅਸਰ ਬਣਾਏਗਾ। ਸਾਰਿਆਂ ਦਾ ਕਹਿੰਦਾ ਵੀ ਇਹ ਇੰਨੀ ਸ਼ਾਂਤੀ ਹੋਣੀ ਚਾਹੀਦੀ ਹੈ। ਤਾਂ ਆਪ ਸੰਗਤਾਂ ਬੈਠ ਕੇ ਹੌਲੀ ਹੌਲੀ, ਕੋਈ ਨਾ ਥੋੜਾ ਬਹੁਤੇ ਸਮੇਂ ਦਾ ਫਰਕ ਪਊਗਾ, 15-20 ਮਿੰਟ ਦਾ, ਅੱਧੇ ਘੰਟੇ ਦਾ ਆਪਾਂ ਸਾਰਿਆਂ ਨੇ ਲਾਹੇ ਲੈਣੇ ਆ। ਤਾਂ ਆਪ ਬੜੇ ਪਿਆਰ ਨਾਲ ਉੱਥੇ ਬੜਾ ਹੀ ਪ੍ਰੇਮ ਦਿਖਾਇਆ ਕਰੋ, ਬਜ਼ੁਰਗਾਂ ਲਈ, ਬੱਚਿਆਂ ਲਈ, ਔਰ ਜਿਹਦੇ ਕੋਲੇ ਬੱਚਾ ਉਹ ਬੀਬੀਆਂ ਲਈ ਥੋੜਾ ਜਿਹਾ ਪ੍ਰੇਮ ਆਪ ਸੰਗਤਾਂ ਉਹਨਾਂ ਨੂੰ ਸਤਿਕਾਰ ਮਾਣ ਦਿਆ ਕਰੋ। ਸਤਿਗੁਰੂ ਕਿਰਪਾ ਕਰਨ। ਸਾਰੀ ਸੰਗਤ ਦਾ ਧੰਨਵਾਦ। ਔਰ ਆਉਣ ਵਾਲਾ ਸਮਾਂ ਜੋ ਬਾਬਾ ਜੀ ਦੀ ਬਰਸ਼ੀ, ਆਪਾਂ 12 ਅਪ੍ਰੈਲ ਨੂੰ ਇੱਥੇ ਸੰਤ ਸਮਾਗਮ ਸਜਣੇ ਆ ਔਰ ਬੇਅੰਤ ਸਾਧੂ 9, 10, 11 ਦੇ ਰਾਤ ਦੇ ਦੀਵਾਨ ਹੋਣਗੇ। ਉਹਦੇ ਵਿੱਚ ਬੇਅੰਤ ਮਹਾਂਪੁਰਸ਼, ਨਾਮਵਾਰ ਮਹਾਂਪੁਰਸ਼ ਪਹੁੰਚ ਕੇ ਔਰ ਚਾਰੇ ਦਿਨੀ ਈਸ਼ਰ ਟੀਵੀ ਤੇ ਲਾਈਵ ਇਹ ਪ੍ਰੋਗਰਾਮ ਬਾਬਾ ਜੀ ਦੇ ਮੀਠਾ ਸਾਹਿਬ ਦਾ ਚੱਲੂਗਾ। ਚਾਰੇ ਦਿਨ ਹੀ ਲਾਈਵ ਚੱਲੂਗਾ। ਦੇਖੋ ਜਿਹੜੇ ਬਾਹਰ ਸੱਜਣ ਸੰਗਤਾਂ ਬੈਠੀਆਂ ਨੇ, ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਭਾਵੇਂ 50,000 ਲੱਗ ਜੇ, 60 ਲੱਗ ਜੇ, ਪਰ ਲਾਈਵ ਹੋਣਾ ਚਾਹੀਦਾ। ਬਾਬਾ ਜੀ ਦੇ ਮੀਠਾ ਸਾਹਿਬ ਘਰ ਘਰ ਚ ਸੰਗਤਾਂ ਦੇਖਣ ਬਾਬਾ ਜੀ ਦੇ ਇਹ ਸਮਾਗਮ। ਤੋਂ ਆਪ ਸੰਗਤ ਲਾਹਾ ਲਓ। ਔਰ ਜਿਨ੍ਹਾਂ ਨੇ ਅਖੰਡ ਪਾਠ ਤਕਰੀਬਨ 16-17 ਅਖੰਡ ਪਾਠਾਂ ਦਾ ਨਾਮ ਦਰਜ ਹੋਇਆ, ਔਰ ਹੋਰ ਵੀ ਜਿਨ੍ਹਾਂ, ਕਿਉਂਕਿ ਇਹ ਤਾਂ ਪੱਕੇ ਹੀ ਸੇਵਾਦਾਰ ਉੱਥੇ ਆਪਣੀ ਸੇਵਾ ਕਰਦੇ ਨੇ, ਜਿਨ੍ਹਾਂ ਦੀ ਪੱਕੀ ਸੇਵਾ ਹੀ ਤਕਰੀਬਨ 10-12 ਸਾਲਾਂ ਤੋਂ ਆਪ ਹੀ ਉਸ ਸੇਵਾ ਵਿੱਚ ਹਾਜ਼ਰੀਆਂ ਭਰ ਰਹੇ ਨੇ। ਸਾਰੀ ਸੰਗਤ ਦਾ ਧੰਨਵਾਦ। ਔਰ ਆਪ ਸੰਗਤਾਂ ਨੋਟ ਕਰੋ। ਔਰ ਬਾਬਾ ਜੀ ਦੇ ਨਿਸ਼ਾਨ ਸਾਹਿਬ ਆਪਾਂ ਬਰਸ਼ੀ ਤੋਂ ਕੋਸ਼ਿਸ਼ ਹੈ ਵੀ ਬਰਸ਼ੀ ਵਾਲੇ ਦਿਨ ਬਾਬਾ ਜੀ ਦਾ ਝੰਡਾ, ਬੂੰਗਾ, ਫਰਲਾ ਸਾਹਿਬ ਤੁਹਾਨੂੰ ਦੂਰੋਂ ਹੀ ਨਜ਼ਰ ਆ ਜਾਏ ਵੀ ਬਾਬਾ ਜੀ ਦੇ ਫਰਲੇ ਝੂਮ ਰਹੇ। ਸਤਿ ਸ੍ਰੀ ਅਕਾਲ। ਉਹਨਾਂ ਨੂੰ ਮੈਂ ਬੇਨਤੀ ਕੀਤੀ, ਕੱਲ ਅਸੀਂ ਕਿਤੇ ਦੇਖਣ ਗਏ, ਮੈਂ ਕਿਹਾ ਵੀ 130 ਫੁੱਟ ਲਾਓ ਬਾਬਾ ਜੀ ਦਾ ਨਿਸ਼ਾਨ ਸਾਹਿਬ, ਕਿਉਂਕਿ ਬਾਬਾ ਜੀ ਦੀ ਨਿਸ਼ਾਨ ਸਾਹਿਬ ਤੇ ਖੁਸ਼ੀ ਹੈ ਕਿ ਉਹਨਾਂ ਨੇ ਆਪ ਵਚਨ ਕੀਤਾ
ਬਈ ਮੇਰਾ ਭਾਈ ਇੱਥੇ ਨਿਸ਼ਾਨ ਸਾਹਿਬ ਚਲਾ ਦਿਓ, ਇੱਥੇ ਮੇਲੇ ਲੱਗਿਆ ਕਰਨਗੇ। ਤਾਂ ਉਹਨਾਂ ਦੀ ਖੁਸ਼ੀ ਦੇ ਨਾਲ ਆਪਾਂ ਖੁਸ਼ੀਆਂ ਝੋਲੀ ਦੇ ਵਿੱਚ ਪਾਉਣੀਆਂ। ਤਾਂ ਆਪ ਸੰਗਤਾਂ ਜਿਸ ਦਿਨ ਨਿਸ਼ਾਨ ਸਾਹਿਬ ਚੜ੍ਹਨਾ ਹੈ ਉਸ ਦਿਨ ਵੀ ਤੁਸੀਂ ਸਾਰਿਆਂ ਨੇ ਕੋਈ ਬੱਚਾ ਉੱਥੇ ਹਾਜ਼ਰ ਆਪਾਂ ਹੋ ਕੇ ਬਾਬਾ ਜੀ ਦਾ ਨਿਸ਼ਾਨ ਸਾਹਿਬ ਚਲਾਉਣਾ ਹੈ। ਜਿਵੇਂ ਮਹਾਂਪੁਰਸ਼ ਪੜਾਉਂਦੇ ਹੁੰਦੇ, ਰਹੀ ਝੂਲਦਾ ਬਾਬਲ ਦੇ ਵਿਹੜੇ, ਸਦਾ ਹੀ ਤੂੰ ਰਹੀ ਝੂਲਦਾ। ਐ ਨਿਸ਼ਾਨ ਸਾਹਿਬ ਤੂੰ ਸਦਾ ਹੀ ਬਾਬਾ ਜੀ ਦੇ ਸਥਾਨ ਤੇ ਝੂਲਦਾ ਨਹੀਂ। ਦੂਰੋਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਰਹਿਣ, ਦੁੱਖ ਟੁੱਟਦੇ ਰਹਿਣ, ਸੁੱਖ ਮਿਲਦੇ ਰਹਿਣ, ਖਾਲੀ ਝੋਲੀਆਂ ਵਾਲਿਆਂ ਨੂੰ ਝੋਲੀਆਂ ਭਰ ਜਾਣ, ਦੁਖੀਆਂ ਦੇ ਦੁੱਖ ਕੱਟੇ ਜਾਣ। ਜਿਹਦਾ ਸੰਸਾਰ ਤੇ ਕੋਈ ਵੀ ਨਾ ਹੋਵੇ, ਬਾਬਾ ਨਰੈਣ ਸਿੰਘ ਜੀ ਉਹਦੇ ਤੁਸੀਂ ਬਣ ਜਾਇਓ। ਇਹ ਬੇਨਤੀ ਅਸੀਂ ਤੁਹਾਡੇ ਚਰਨਾਂ 'ਚ ਕਰਦੇ ਹਾਂ। ਤੋਂ ਆਓ ਆਪਾਂ ਹੁਣ ਗੁਰੂ ਸਤੋਤਰ ਪੜ੍ਹੀਏ, ਫਿਰ ਆਪ ਆਉਣ ਵਾਲੇ ਸਮੇਂ ਤੋਂ ਲਾਹਾ ਲਓ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਪ੍ਰਭ ਆਪੇ ਮਿਲੇ। ਸਾਰੀ ਸੰਗਤ ਦਾ ਧੰਨਵਾਦ ਜਿੱਥੋਂ ਆਏ ਭਾਈ ਜੀ ਆਇਆਂ ਨੂੰ। ਔਰ ਅਗਲੇ ਸਮਾਗਮ ਜਿਹੜੇ ਸਾਲਾਨਾ ਹੁੰਦੇ ਨੇ, ਬਟਾਲੀ ਨਗਰ ਦੇ ਦੀਵਾਨ ਹੁੰਦੇ ਨੇ ਸਾਲ ਪਿੱਛੋਂ, ਉਹ ਐਤਕੀ ਕਿਹੜੇ ਤਰੀਕਾਂ ਦੇ ਤੁਹਾਨੂੰ ਦੱਸ ਦੇਣਗੇ। 13, 14, 15 ਤਿੰਨ ਦੀਵਾਨ ਬਟਾਲੀ ਨਗਰ ਰਾੜਾ ਸਾਹਿਬ ਦੇ ਕੋਲ, ਔਰ ਮੰਗਲੀ ਉੱਚੀ ਮੰਗਲੀ ਦੇ 3 ਦੀਵਾਨ। ਉਹ ਵੀ ਤੁਹਾਨੂੰ ਤਰੀਕ ਹੁਣੇ ਨੋਟ ਹੋ ਜਾਵੇਗੀ। ਆਪ ਜਿਹੜੇ ਨੇੜੇ ਉਸ ਇਲਾਕੇ ਚੋਂ ਹੋ ਤੋਂ ਲਾਹਾ ਲਈਏ। ਸਤਿਗੁਰ ਕਿਰਪਾ ਕਰਨ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਧੰਨ ਭਾਈ ਧੰਨ ਹੈ ਗੁਰੂ ਨਾਨਕ ਦੇਵ ਜੀ, ਧੰਨ ਹੈ ਗੁਰੂ ਨਾਨਕ ਦੇਵ ਜੀ, ਧੰਨ ਹੈ ਗੁਰੂ ਨਾਨਕ ਦੇਵ ਜੀ, ਧੰਨ ਹੈ। ਧੰਨ ਭਾਈ ਧੰਨ ਹੈ ਗੁਰੂ ਨਾਨਕ ਦੇਵ ਜੀ, ਧੰਨ ਹੈ। ਧੰਨ ਹੈ ਗੁਰੂ ਨਾਨਕ ਦੇਵ ਜੀ, ਧੰਨ ਹੈ। ਧੰਨ ਹੈ ਗੁਰੂ ਨਾਨਕ ਦੇਵ ਜੀ, ਧੰਨ ਹੈ। ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਉਹ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ। ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ। ਧੰਨ ਭਾਈ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ। ਉਹ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ। ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ। ਧੰਨ ਹੈ ਗੁਰੂ ਅਰਜਨ ਦੇਵ ਸਾਹਿਬ, ਧੰਨ ਹੈ। ਧੰਨ ਹੈ ਗੁਰੂ ਅਰਜਨ ਦੇਵ ਜੀ, ਧੰਨ ਹੈ। ਧੰਨ ਹੈ ਗੁਰੂ ਅਰਜਨ ਦੇਵ ਸਾਹਿਬ, ਧੰਨ ਹੈ। ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ। ਉਹ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ। ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ। ਧੰਨ ਹੈ ਗੁਰੂ ਹਰਰਾਏ ਜੀ, ਧੰਨ ਹੈ। ਉਹ ਧੰਨ ਹੈ ਗੁਰੂ ਹਰਰਾਏ ਜੀ, ਧੰਨ ਹੈ। ਧੰਨ ਹੈ ਗੁਰੂ ਹਰਰਾਏ ਜੀ, ਧੰਨ ਹੈ। ਧੰਨ ਹੈ ਗੁਰੂ ਹਰਕ੍ਰਿਸ਼ਨ ਸਾਹਿਬ, ਧੰਨ ਹੈ। ਧੰਨ ਹੈ ਗੁਰੂ ਹਰਕ੍ਰਿਸ਼ਨ ਸਾਹਿਬ, ਧੰਨ ਹੈ। ਧੰਨ ਹੈ ਗੁਰੂ ਹਰਕ੍ਰਿਸ਼ਨ ਸਾਹਿਬ, ਧੰਨ ਹੈ। ਉਹ ਧੰਨ ਹੈ ਗੁਰੂ ਤੇਗ ਬਹਾਦਰ, ਧੰਨ ਹੈ। ਧੰਨ ਹੈ ਗੁਰੂ ਤੇਗ ਬਹਾਦਰ, ਧੰਨ ਹੈ। ਧੰਨ ਭਾਈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ। ਉਹ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ। ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ। ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ। ਉਹ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ। ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ।
ਧਨ ਹੈ ਜੀ ਤੇਰੇ ਸੰਤ ਪਿਆਰੇ ਧਨ ਹੈ। ਧਨ ਹੈ ਧਨ ਹੈ ਧਨ ਹੈ ਜੀ ਤੇਰੇ ਸੰਤ ਪਿਆਰੇ ਧਨ ਹੈ। ਧਨ ਹੈ ਧਨ ਹੈ ਧਨ ਹੈ ਮੇਰੇ ਸੰਤ ਪਿਆਰੇ ਧਨ ਹੈ।